ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਪੋਲਿਟਿਕਸ ਦੇ ਵਿੱਚ ਆਪਾਂ ਪੋਲੀਟੀਸ਼ੀਅਨਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜਿਹੜਾ ਵੀ ਮੁੱਦਾ ਇਸ ਵਕਤ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਲੈ ਕੇ ਬੈਠਾ, ਉਸ ਚੀਜ਼ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ ਤੇ ਜੇ ਕਲੀਅਰ ਉਹ ਬੰਦੇ ਕਰ ਦੇਣ ਜਿਨ੍ਹਾਂ ਨੇ ਇਹਦੇ ਵਿੱਚ ਸੰਘਰਸ਼ ਕੀਤਾ ਜਾਂ ਜਿਹੜੇ ਬਹੁਤ ਨੇੜਿਓਂ ਜਾਣਦੇ ਤੇ ਉਹ ਜ਼ਿਆਦਾ ਬੈਟਰ ਹੋ ਜਾਂਦਾ। ਅੱਜ ਜਿਸ ਸ਼ਖਸ ਦੇ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਉਹ ਸ਼ਖਸ ਮੈਂ ਇਸ ਕਰਕੇ ਕਹਿ ਰਿਹਾ, ਸ਼ਖਸੀਅਤ ਨਹੀਂ ਕਹਿ ਰਹੇ, ਆਉਣ ਵਾਲੇ ਟਾਈਮ 'ਚ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਊਗਾ। ਉਹਨਾਂ ਨੇ ਖੇਤੀ ਬਿੱਲਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਰੌਲਾ ਰੱਪਾ ਬਹੁਤ ਪਿਆ। ਇੱਕ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ ਆਇਆ ਤੇ ਦੂਸਰਾ ਅਸਤੀਫਾ ਜੇ ਕਾਂਗਰਸ ਪਾਰਟੀ ਵਾਲੇ ਪਾਸਿਓਂ ਦਿੱਤਾ ਗਿਆ ਤੇ ਉਹ ਫਤਿਹਗੜ੍ਹ ਸਾਹਿਬ ਤੋਂ MLA ਸਰਦਾਰ ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਦਿੱਤਾ। ਅੱਜ ਆਪਣੇ ਨਾਲ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਨਾਗਰਾ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਨਾਗਰਾ ਸਾਹਿਬ, ਮੈਂ ਸ਼ਖਸ ਇਸ ਕਰਕੇ ਕਿਹਾ ਸੀ ਕਿਉਂਕਿ ਤੁਸੀਂ ਕਿਹਾ ਕਿ ਵੀ ਮੈਂ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਮੈਂ ਕੋਈ ਲੀਡਰ ਨਹੀਂ, ਮੈਂ ਇੱਕ ਆਮ ਕਿਸਾਨ ਦਾ ਪੁੱਤ ਹਾਂ ਤੇ ਜਦੋਂ ਕਿਸਾਨ ਦੇ ਨਾਲ ਆਹ ਕੁਛ ਹੋਇਆ ਤੇ ਮੈਨੂੰ ਦੁੱਖ ਲੱਗਿਆ ਤੇ ਮੈਨੂੰ ਇਹ ਮੈਂ ਚਾਹੁੰਦਾ ਕਿ ਇਸ ਪਲੇਟਫਾਰਮ ਤੋਂ ਗੱਲ ਸਾਂਝੀ ਕਰੋ ਕਿ ਦਰਦ ਕੀ ਸੀ ਜਿਹਦਾ ਕਰਕੇ ਅਸਤੀਫਾ ਦੇਣਾ ਪਿਆ, ਕਿਉਂਕਿ ਜੇ ਤੁਸੀਂ ਨਾ ਵੀ ਦਿੰਦੇ ਤਾਂ ਫਰਕ ਤਾਂ ਕੋਈ ਨਹੀਂ ਸੀ ਪੈਣਾ, ਪਰ ਫਿਰ ਇੱਕ ਰੋਸ ਕੀ ਸੀਗਾ? ਇਹ 'ਚ ਕੋਈ ਅਕਸਰ ਇਹ ਗੱਲ ਜਿਹੜੀ ਹੈ ਆਮ ਹੀ ਕਹੀ ਜਾ ਰਹੀ ਹੈ ਕਿ ਇਹਦਾ ਫਰਕ ਕੀ ਪੈਣਾ ਆ ਜੀ। ਜਦੋਂ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਦਿਲ ਤੋਂ ਕੀਤੀਆਂ ਜਾਂਦੀਆਂ ਨੇ, ਦਿਮਾਗ ਤੋਂ ਨਾ ਕਰਕੇ, ਜੀ ਜੀ, ਫਿਰ ਉਹਨਾਂ ਦੇ ਫਾਇਦੇ ਨੁਕਸਾਨ ਨਹੀਂ ਵੇਖੇ ਜਾਂਦੇ ਜੀ। ਤੇ ਦਿਲ ਲੱਗਦਾ ਕਿੱਥੇ ਕਿੱਥੇ ਹੈ, ਜਾਂ ਉਹ ਗੁਰੂ ਨਾਲ ਲੱਗਦਾ ਹੈ, ਜਾਂ ਤੁਹਾਡੇ ਕਿਸੇ ਸਾਥੀ ਨਾਲ ਲੱਗਦਾ ਹੈ ਜੀ, ਜਾਂ ਉਸ ਉੱਥੇ ਲੱਗਦਾ ਆ ਜਿੱਥੇ ਉਸ ਅੰਨਦਾਤਾ ਨਾਲ ਹੈ ਜਿਹਨੇ ਮੈਨੂੰ ਇੱਥੋਂ ਤੱਕ ਪੈਦਾ ਕੀਤਾ ਆ। ਮੈਂ ਤਾਂ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਆ ਜੀ, ਗੈਰ ਸਿਆਸੀ ਪਰਿਵਾਰ 'ਚੋਂ ਹੈ, ਔਰ ਮੈਂ ਕਦੀ ਸੋਚ ਵੀ ਨਹੀਂ ਸੀ ਸਕਦਾ ਵੀ ਮੈਂ 2 ਵਾਰ MLA ਬਣ ਜਾਵਾਂਗਾ ਜੀ, ਕਦੀ ਵੀ ਨਹੀਂ ਸੀ ਸੋਚ ਸਕਦਾ। ਤੇ ਜਿਹਨੇ ਮੈਨੂੰ ਪੈਦਾ ਕੀਤਾ ਆ ਉਹਦੇ ਦਰਦ ਨੂੰ, ਜੋ ਇਹ ਬਿੱਲਾਂ ਦੇ ਨਾਲ ਜੋ ਮੈਂ ਦੇਖ ਰਿਹਾ ਉਹਦਾ ਆਉਣ ਵਾਲਾ ਭਵਿੱਖ, ਔਰ ਉਸ ਦਰਦ ਨੂੰ ਸਹਾਰਿਆ ਨਹੀਂ ਗਿਆ ਜੀ। ਔਰ ਨਾ ਹੀ ਮੈਂ ਪਹਿਲਾਂ ਤੋਂ ਕਹਿੰਦਾ ਰਿਹਾ, ਜਿੱਦਣ ਦੀ ਆਰਡੀਨੈਂਸ ਹੋਇਆ ਉਦੋਂ ਦਾ ਮੈਂ ਰੌਲਾ ਪਾ ਰਿਹਾ ਹਾਂ ਜੀ ਜੀ, ਜਿੱਥੇ ਜਿੱਥੇ ਮੌਕਾ ਮਿਲਿਆ ਆ, ਚਾਹੇ ਆਪਣੇ ਹਲਕੇ ਦੇ ਵਿੱਚ, ਚਾਹੇ ਆਪਣੇ ਜ਼ਿਲ੍ਹੇ ਦੇ ਵਿੱਚ, ਚਾਹੇ ਵਿਧਾਨ ਸਭਾ ਦੇ ਵਿੱਚ, ਚਾਹੇ ਉਹ ਗਵਰਨਰ ਦੇ ਕੋਲ, ਚਾਹੇ ਉਹ ਆਪਣੇ ਧਰਨਿਆਂ ਦੇ ਵਿੱਚ, ਸੜਕਾਂ ਰੋਕਣ ਦੇ ਵਿੱਚ, ਜਿੱਥੇ ਜਿੱਥੇ ਵੀ ਹੈ, ਜਿਨ੍ਹਾਂ ਨੇ ਮੈਨੂੰ ਸੁਣਿਆ ਆ ਉਹ ਸ਼ਾਇਦ ਮੇਰੇ ਅੰਦਰਲੇ ਦਰਦ ਨੂੰ ਉਹਨਾਂ ਦਿਨਾਂ ਦੇ ਵਿੱਚ ਮਹਿਸੂਸ ਵੀ ਕਰਦੇ ਹੋਣਗੇ। ਔਰ ਜਿਨ੍ਹਾਂ ਨੂੰ ਮੈਂ ਮਿਲਿਆ ਆ, ਜਿਨ੍ਹਾਂ ਨਾਲ ਮੇਰੀਆਂ ਡਿਸਕਸ਼ਨਾਂ ਹੋਈਆਂ ਨੇ, ਜਿਨ੍ਹਾਂ ਨੂੰ ਮੈਂ ਧੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਮਰ ਜਾਵਾਂਗੇ ਆਪਾਂ, ਇਹ ਜੋ ਹੋ ਗਿਆ ਇਹ ਆਉਣ ਵਾਲੇ ਪੰਜਾਬ ਨੂੰ ਬਰਬਾਦ ਕਰ ਦੂਗਾ ਜੀ। ਤੇ ਮੈਂ ਕਹਿ ਦਿੱਤਾ ਸੀ ਪਹਿਲਾਂ ਹੀ ਵੀ ਮੈਂ ਇਸ ਕਾਲੇ ਅਧਿਆਏ ਦਾ, ਉਸ ਕਾਲੇ ਦਿਨ ਦਾ ਸਾਕਸ਼ੀ ਨਹੀਂ ਬਣਨਾ ਚਾਹੁੰਦਾ ਬਤੌਰ ਚੁਣੇ ਹੋਏ ਨੁਮਾਇੰਦੇ, ਕਿਉਂਕਿ ਮੈਂ ਸੰਵਿਧਾਨ ਦੇ ਵਿੱਚ ਚੁਣਿਆ ਹੋਇਆ ਨੁਮਾਇੰਦਾ ਆ। ਜੀ ਜੀ ਜੀ। ਤੇ ਜਦੋਂ ਨਾ ਸੰਵਿਧਾਨ ਦੀਆਂ ਵੀ ਧੱਜੀਆਂ ਉੱਡ ਗਈਆਂ, ਬਿਲਕੁਲ ਸਹੀ, ਤੇ ਅੰਨਦਾਤਾ ਦੀਆਂ ਵੀ ਧੱਜੀਆਂ ਉੱਡ ਗਈਆਂ ਜੀ, ਕੋਈ ਸੁਣਵਾਈ ਕਿਸੇ ਥਾਂ ਤੇ ਨਹੀਂ ਗਈ। ਸਾਡੇ ਆਪਣੇ ਉਹਨਾਂ ਨਾਲ ਰਲ ਕੇ ਅੱਗ ਲਾਉਣ ਤੇ ਤੁਲ ਪਏ ਜੀ, ਤੇ ਬਚਿਆ ਕੀ? ਅੱਛਾ, ਇਹ ਸਾਰਿਆਂ ਨੇ ਗਿਆ, ਇਹ ਰੋਸ ਸੀਗਾ। ਮੈਂ ਸਮਝ ਗਿਆ। ਕਈਆਂ ਨੂੰ ਲੱਗਦਾ ਹੈ ਵੀ ਸ਼ਾਇਦ ਪਤਾ ਨਹੀਂ ਮਤਲਬ ਇਹ ਕੀ ਹੈ, ਇਹ ਰੋਸ ਸੀਗਾ। ਇਹ ਉਸ ਕਿਸਾਨ ਦੇ ਪੁੱਤ ਦਾ ਰੋਸ ਹੈ ਜਿਹਨੇ ਆਪਣੇ ਬਾਪ ਨੂੰ ਮਿੱਟੀ ਨਾਲ ਮਿੱਟੀ ਹੁੰਦੇ ਦੇਖਿਆ ਜੀ ਜੀ ਜੀ, ਤੇ ਜਿਹਨੇ ਆਪਣੀ ਮਿੱਟੀ ਨੂੰ, ਉਪਜਾਊ ਮਿੱਟੀ ਨੂੰ ਬੰਜਰ ਹੁੰਦੇ ਵੇਖਿਆ, ਜਿਹਨੇ ਆਪਣੇ ਮਿੱਠੇ ਪਾਣੀ ਨੂੰ ਕੌੜਾ ਹੁੰਦੇ ਵੇਖਿਆ ਜੀ ਜੀ ਜੀ। ਮੈਂ ਉਸ ਪੰਜਾਬ ਦੀ ਪੈਦਾਇਸ਼ ਹੈ। ਕਿਆ ਬਾਤ। ਅੱਛਾ ਨਾਗਰਾ ਸਾਹਿਬ, ਆਪਾਂ ਇਹ ਅਸਤੀਫੇ ਵਾਲੀ ਗੱਲ ਤੇ ਚਲੋ ਇਹ ਤਾਂ ਸਟਾਰਟਿੰਗ 'ਚ ਹੋ ਗਈ, ਪਰ ਮੈਂ ਜ਼ਰੂਰ ਤੁਹਾਡੇ ਕੋਲੋਂ ਸਮਝਣਾ ਚਾਹੁੰਦਾ ਕਿਉਂਕਿ ਜਦੋਂ ਤੁਸੀਂ ਦੱਸਿਆ ਕਿ ਵੀ ਇਹ ਬਿੱਲ ਤਾਂ ਹੁਣ ਪਾਸ ਹੋਏ ਤੇ ਉਸ ਤੋਂ ਬਾਅਦ ਜਿਹੜਾ ਰੌਲਾ ਰੱਪਾ ਪਿਆ, ਇਹਦੇ ਤੋਂ ਪਹਿਲਾਂ ਜਦੋਂ ਇੱਕ ਆਰਡੀਨੈਂਸ ਸੀਗਾ, ਜਦੋਂ ਆਰਡੀਨੈਂਸ ਲਿਆਉਣ ਦੀਆਂ ਚਰਚਾਵਾਂ ਚੱਲਦੀਆਂ ਸੀ, ਬਤੌਰ ਲੀਡਰ ਤੁਹਾਨੂੰ ਤਾਂ ਅੰਦਰਲੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ, ਉਦੋਂ ਤੋਂ ਤੁਸੀਂ ਰੌਲਾ ਪਾ ਰਹੇ ਹੋ। ਮੈਂ ਚਾਹੁੰਦਾ ਕਿ ਆਪਾਂ ਜ਼ਰੂਰ ਥੋੜ੍ਹਾ ਜਿਹਾ ਸਮਝਾਈਏ ਕਿ ਵੀ ਇਹ ਖੇਤੀ ਬਿੱਲ ਇੰਨੇ ਜ਼ਿਆਦਾ ਘਾਤਕ ਕਿਉਂ ਨੇ, ਕਿਵੇਂ ਨੇ, ਤੇ ਇਹ ਜਿਹੜਾ ਹਮਲਾ ਆਮ ਸਿੰਪਲ ਆਪਾਂ ਨੂੰ ਖੇਤੀ ਤੇ ਨਜ਼ਰ ਆਉਂਦਾ, ਇਹ ਹੋਰ ਕਿਹੜੀ ਚੀਜ਼ ਤੇ? ਦੇਖੋ, ਇਹ ਇੱਕ BJP ਦੀ ਸਰਕਾਰ ਦੀ ਤੇ ਜਿਹੜੇ ਸਰਮਾਏਦਾਰ ਤਬਕਾ ਅੱਜ ਜਿਹੜਾ ਇਸ ਸਰਕਾਰ ਨੂੰ ਚਲਾ ਰਿਹਾ ਆ ਜੀ, ਤੇ ਖਾਸ ਤੌਰ ਤੇ RSS ਦੀ ਜਿਹੜੀ ਸੋਚ ਹੈ ਜੀ, ਇਹ 3-4 ਜਿਵੇਂ ਸੋਚਾਂ ਰਲੀਆਂ ਨੇ ਤੇ ਦੇਸ਼ ਦੇ ਸੰਘੀ ਢਾਂਚੇ ਨੂੰ ਜਿਵੇਂ ਆਪਾਂ ਲੰਬੇ ਸਮੇਂ 'ਚੋਂ ਦੇਖ ਰਹੇ ਹਾਂ, ਸੰਵਿਧਾਨ ਨੂੰ ਕਿਸ ਤਰੀਕੇ ਦੇ ਨਾਲ
ਦੇਸ਼ ਦੀਆਂ ਜਿੰਨੇ ਇੰਸਟੀਟਿਊਸ਼ਨ ਸੀਗੇ ਜੀ ਜੀ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤਹਿਸ਼ ਨਹਿਸ਼ ਕਰਨ ਦਾ ਕੀਤਾ ਜਾ ਰਿਹਾ, ਕਿੱਧਰ ਨੂੰ ਜਾ ਰਿਹਾ ਭਲਾ ਦੇਸ਼? ਜੀ ਜੀ ਲੋਕਾਂ ਨੂੰ ਕਿਵੇਂ ਲੜਾਇਆ ਜਾ ਰਿਹਾ, ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ ਦੇ ਉੱਤੇ, ਕਿਸੇ ਤਰੀਕੇ ਦੇ ਨਾਲ ਵੰਡੀਆਂ ਪਾਈਆਂ ਜਾ ਰਹੀਆਂ ਨੇ। ਜੇ ਤੁਸੀਂ ਇਤਿਹਾਸ 'ਚ ਦੇਖੋਗੇ, ਕਦੀ ਨਜ਼ਰ ਮਾਰੋਗੇ ਇਤਿਹਾਸ ਦੇ ਵਿੱਚ, ਈਸਟ ਇੰਡੀਆ ਕੰਪਨੀ ਕੀ ਸੀ? ਇੱਕ ਵਪਾਰੀ ਵਰਗ ਸੀਗਾ ਜੀ, ਇੱਕ ਵਪਾਰ ਕਰਨ ਆਏ ਸੀ ਜੀ ਜੀ ਜੀ। ਤੇ ਤੁਹਾਡੇ ਕੋਲ ਵੀ ਇੱਥੇ ਅਡਾਨੀ ਨੇ ਮੋਗੇ ਆ ਕੇ ਲਾ ਲਿਆ ਹੈਗਾ ਆ, ਉਹ ਕੀ ਵੱਡਾ ਸਾਰਾ, ਉਹ ਮੈਂ ਲਿਖਿਆ ਵੇਖਿਆ ਉਹਦੇ ਤੇ, ਅਡਾਨੀ ਪਤਾ ਨਹੀਂ ਕੀ ਲਾਇਆ ਵੱਡਾ ਸਾਰਾ, ਉਹਨੇ ਇੱਕ ਨਾਮ ਜਿਹਾ ਬਣਾਇਆ ਆ। ਜੀ ਜੀ ਜੀ। ਤੇ ਮੁੜ ਕੇ ਅਮਾਨੀ ਦੇ ਵੀ ਬੰਨੇ ਸ਼ੁਰੂ ਹੋ ਜਾਣੇ, ਵਾਲਮਾਰਟ ਨੇ ਵੀ ਇੱਥੇ ਹੀ ਆ ਜਾਣਾ ਆ, ਤੇ ਇਹ ਵਪਾਰਕ ਅਦਾਰੇ ਹੀ ਨੇ। ਬਿਲਕੁਲ ਸਹੀ। ਅੱਜ ਅਮਾਨੀ ਦੁਨੀਆ ਦਾ ਚੌਥਾ ਅਮੀਰ ਵਿਅਕਤੀ ਬਣ ਗਿਆ ਜੀ, ਤੇ ਈਸਟ ਇੰਡੀਆ ਕੰਪਨੀ ਤੇ ਸ਼ਾਇਦ ਇਹ ਤੋਂ ਛੋਟੀ ਹੋ ਸੀਗੀ, ਤੇ ਉਹੀ ਉਹ ਵਾਪਸ ਦੁਬਾਰਾ ਤੋਂ ਫਿਰ ਉੱਦਾਂ ਦਾ ਮਾਹੌਲ ਬਣਨਾ ਸ਼ੁਰੂ ਹੋ ਜਾਣਾ ਆ। ਇਹ ਦੇਖੋ, ਗੱਲ ਇਹ ਹੈ, ਅੱਜ ਜੇ ਤੁਸੀਂ ਇਸ ਦੇਸ਼ ਦੇ ਇਕਨੋਮਿਕ ਡਿਜ਼ਾਈਨ ਦੀ ਗੱਲ ਕਰੋ, ਜੀ ਜੀ, ਜੇ ਤੁਸੀਂ ਦੁਨੀਆ ਦੇ ਇਕਨੋਮਿਕ ਡਿਜ਼ਾਈਨ ਦੀ ਗੱਲ ਕਰੋ, ਕੀ ਹੈ ਉਹਦੇ ਵਿੱਚ? ਖੇਤੀ ਕਿੱਥੇ ਖੜੀ ਹੈ? ਅਮਰੀਕਾ ਇੱਕ ਬਹੁਤ ਵਿਕਸਿਤ ਦੇਸ਼ ਮੰਨਦੇ ਹਾਂ ਆਪਾਂ। ਬਿਲਕੁਲ ਸਹੀ। ਤੇ ਅਮਰੀਕਾ ਦੇ ਵਿੱਚ ਸਿਰਫ 2% ਕਿਸਾਨ ਬਚੇ ਹੈ ਜੀ, ਤੇ ਯੂਰਪ ਦੇ ਵਿੱਚ ਹਰ 1 ਮਿੰਟ ਦੇ ਉੱਤੇ, ਜੋ ਮੈਂ ਸਟੱਡੀ ਇੱਕ ਦਿਨ ਇੱਕ ਮਾਹਰ ਦੱਸ ਰਿਹਾ ਸੀਗਾ, ਵੀ ਹਰ 1 ਮਿੰਟ ਦੇ ਵਿੱਚ ਇੱਕ ਕਿਸਾਨ ਖੇਤੀ ਨੂੰ ਛੱਡ ਰਿਹਾ ਜੀ, ਯੂਰਪ ਦੇ ਵਿੱਚ ਜੀ। ਇੱਥੇ ਹੀ ਨਹੀਂ, ਆਪਣੀ ਨੈਸ਼ਨਲ ਸਕਿੱਲ ਪਾਲਿਸੀ ਦੀ ਰਿਪੋਰਟ ਨੂੰ ਪੜ੍ਹ ਲਓ, ਉਹ ਕੀ ਕਹਿੰਦੀ ਹੈ ਜੀ? ਉਹ ਕਹਿੰਦੀ ਹੈ ਕਿ 2022 ਤੱਕ 57% ਤੋਂ ਘਟਾ ਕੇ ਕਿਸਾਨ ਨੂੰ 38% ਤੇ ਲੈ ਕੇ ਆਉਣਾ ਹੈ। ਵੀ ਕਿਸਾਨੀ ਜਿਹੜੀ ਹੈਗੀ ਹੈ, ਇਹਨੂੰ ਹੌਲੀ ਹੌਲੀ ਮਿਨੀਮਾਈਜ਼ ਕਰਨਾ ਆ ਜੀ। ਇਸ ਧੰਦਿਆਂ ਦੇ ਵਿੱਚੋਂ, ਲੋਕਾਂ ਨੂੰ ਧੰਦਿਆਂ ਦੇ ਵਿੱਚੋਂ ਕੱਢ ਕੇ, ਇਸ ਧੰਦੇ ਚੋਂ ਕੱਢ ਕੇ ਜੀ ਕਰਨਾ। 22 ਤੱਕ 38 ਕਰ ਦੇਣਾ, ਅਗਲੇ 5 ਸਾਲਾਂ 'ਚ 28 ਕਰ ਦੇਣਗੇ ਜੀ, ਉਦੋਂ 5 ਸਾਲਾਂ 'ਚ 18 ਕਰ ਦੇਣਗੇ, ਤੇ ਆਉਣ ਵਾਲੇ 35 40 ਸਾਲਾਂ 50 ਸਾਲਾਂ ਤੱਕ ਉਹੀ ਕੰਮ ਹੋ ਜੂ ਜੋ ਅਮਰੀਕਾ ਤੇ ਯੂਰਪ ਦੇ ਵਿੱਚ ਹੈ। ਤੇ ਉੱਥੇ ਖੇਤੀ ਉੱਥੇ ਕੌਣ ਕਰਦਾ ਆ? ਕਾਰਪੋਰੇਟ ਹਾਊਸ। ਇੱਥੇ ਹੀ ਗੱਲ ਨਹੀਂ ਗੀ, ਕਿਸਾਨ ਦਾ ਜਿਹੜਾ ਬੇਸਿਕ ਫੰਡਾ ਆ ਜੀ, ਇਹ ਜਿਹੜਾ ਹੈਗਾ ਆ ਕਿ ਸ਼ਾਇਦ ਇਹਦੇ 'ਚ ਜਿਹੜਾ ਜੇ ਅਸੀਂ ਅਮਰੀਕਾ ਤੇ ਯੂਰਪ ਦਾ ਜਿਹੜਾ ਅਸੀਂ ਹਿਸਾਬ ਲਾਉਂਦੇ, ਉੱਥੇ ਇੱਕ ਡਿਫਰੈਂਟ ਚੀਜ਼ ਹੈਗੀ ਹੈ। ਆਬਾਦੀ ਜਿਹੜੀ ਹੈਗੀ ਆ ਬਹੁਤ ਘੱਟ ਹੈ ਜੀ, ਕੰਪੈਰੇਟਿਵਲੀ ਹਿੰਦੁਸਤਾਨ ਦੇ। ਉਹ ਐਗਰੀਕਲਚਰ ਬੇਸਡ ਇਕਨੋਮੀ ਨਹੀਂ ਹੈਗੀ ਉਹਨਾਂ ਦੀ ਜੀ, ਨਾ ਹੀ ਐਗਰੀਕਲਚਰ ਬੇਸਡ ਦੇਸ਼ ਨੇ ਉਹ ਜੀ। ਅਸੀਂ ਐਗਰੀਕਲਚਰਲ ਬੇਸਡ ਕੰਟਰੀ ਹੈ ਸਾਡਾ। ਅਸੀਂ ਖੇਤੀ ਦੇ ਨਾਲ ਬਹੁਤ ਸਾਰੇ ਕਰੋੜਾਂ ਲੋਕ ਜਿਹੜੇ ਹੈਗੇ ਨੇ ਉਹ ਜੁੜੇ ਹੋਏ ਨੇ ਜੀ ਜੀ। ਅੱਜ ਜਿਹੜਾ ਹੈਗਾ ਇਹਨਾਂ ਦਾ ਇਹ ਕਹਿ ਰਿਹਾ ਹੈ, ਉੱਥੇ ਇਹ ਇਕਨੋਮਿਕ ਡਿਜ਼ਾਈਨ ਇਸ ਕਰਕੇ ਸੀਗਾ ਕਿ ਉੱਥੇ ਇੰਡਸਟਰੀ ਦੇ ਵਿੱਚ, ਇੰਡਸਟਰੀ ਸੈਕਟਰ ਦੇ ਵਿੱਚ ਤੇ ਸਰਵਿਸ ਸੈਕਟਰ ਦੇ ਵਿੱਚ ਲੋਕ ਨਹੀਂ ਸੀ ਮਿਲਦੇ ਜੀ, ਵੀ ਉਧਰੋਂ ਕੱਢੋ ਤੇ ਉਧਰ ਲੈ ਕੇ ਜਾਓ। ਲੇਬਰ ਚਾਹੀਦੀ ਸੀ ਜੀ। ਹਿੰਦੁਸਤਾਨ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਆ, ਇਹ ਇਸ ਕਰਕੇ ਵੀ ਕਾਰਗਰ ਨਹੀਂ ਹੈਗਾ ਕਿ ਸਾਡੇ ਕੋਲੇ ਤਾਂ ਤੁਸੀਂ ਖੇਤੀ ਤੋਂ ਬਾਹਰ ਕੱਢ ਦੋਗੇ ਜੀ, ਤੇ ਬਾਹਰ ਤੁਹਾਡੇ ਕੋਲੇ ਕੋਈ ਉਹਨਾਂ ਨੂੰ ਨੌਕਰੀ ਦੇਣ ਨੂੰ ਥਾਂ ਹੈ ਨਹੀਂ। ਪਹਿਲਾਂ ਹੀ ਤੁਸੀਂ ਮਤਲਬ ਬੇਰੁਜ਼ਗਾਰੀ ਦੀਆਂ ਮਤਲਬ ਜਿਹੜੀਆਂ ਨੇ ਵੱਡੀਆਂ ਉਹ ਲੱਗੇ ਹੋਏ ਨੇ, ਤਹਿਾਂ ਲੱਗੀਆਂ ਹੋਈਆਂ ਨੇ। ਬਿਲਕੁਲ ਸਹੀ। ਤੇ ਤੁਸੀਂ ਕਿੱਥੇ ਲੈ ਕੇ ਜਾਓਗੇ ਇਹਨਾਂ ਨੂੰ? ਆ ਜਿਹੜਾ ਨੁਕਤਾ ਤੁਸੀਂ ਨਾਗਰਾ ਸਾਹਿਬ ਦੱਸਿਆ, ਮੈਂ ਤੁਹਾਡੇ ਧਿਆਨ 'ਚ ਲਿਆਵਾਂ ਕਿ ਮੋਦੀ ਸਾਹਿਬ ਦਾ ਜਿਸ ਦਿਨ ਜਨਮ ਦਿਨ ਸੀਗਾ, ਜਿੱਦਣ ਇਹ ਬਿੱਲ ਉੱਥੇ ਪੇਸ਼ ਹੁੰਦੇ ਨੇ, ਉਸੇ ਦਿਨ ਹੀ ਨੈਸ਼ਨਲ ਅਨਇੰਪਲੋਇਮੈਂਟ ਡੇ ਵੀ ਮਨਾਇਆ ਗਿਆ ਸੀ, ਜਿਹੜਾ ਕਿ ਰਾਸ਼ਟਰੀ ਬੇਰੁਜ਼ਗਾਰੀ ਦਿਵਸ। ਹੁਣ ਜਿਹੜੀ ਚੀਜ਼ ਤੁਸੀਂ ਸਮਝਾ ਰਹੇ ਹੋ ਵੀ ਜੇ ਬੇਰੁਜ਼ਗਾਰ ਅੱਗੇ ਹੀ ਇੰਨੇ ਜ਼ਿਆਦਾ ਨੇ ਤੇ ਉੱਪਰੋਂ ਆਪਾਂ ਜਿਹੜੇ ਕਿਸਾਨੀ ਕਰਨ ਵਾਲੇ ਆ ਉਹਨਾਂ ਨੂੰ ਵੀ ਚੁੱਕ ਕੇ ਮਜ਼ਦੂਰ ਬਣਾਉਣਾ, ਤੇ ਫਿਰ ਇਹ ਦੇਸ਼ ਚੱਲ ਜੂਗਾ। ਨੈਸ਼ਨਲ ਸਕਿੱਲ ਪਾਲਿਸੀ ਆ ਗਵਰਨਮੈਂਟ ਆਫ ਇੰਡੀਆ ਦੀ, 2022 ਪੜ੍ਹੋ ਤੁਸੀਂ ਉਹਨੂੰ। ਅੱਛਾ ਜੀ। ਉਹਦੇ ਵਿੱਚ ਸਪਸ਼ਟ ਹੈ ਕਿ 57% ਤੋਂ 38% ਤੇ ਲੈ ਕੇ ਆਉਣਾ ਪਹਿਲਾਂ। ਇਹਨੂੰ ਹੌਲੀ ਹੌਲੀ ਹੈ ਨਾ, ਸਲੋ ਪੋਇਜ਼ਨ ਹੈ ਇਹ ਜੀ, ਮਿੱਠਾ ਜ਼ਹਿਰ ਹੈ, ਹੌਲੀ ਹੌਲੀ ਦੇਣਾ ਆ। ਤੇ ਤੁਹਾਡੇ ਕੋਲੇ ਦਾਂ ਦਓ ਤੁਸੀਂ, ਇਹ ਤਾਂ ਲੈ ਕੇ ਆਓ ਵੀ ਕੋਈ ਥਾਂ ਤੋਂ ਉੱਥੇ ਨੌਕਰੀ ਹੈਗੀ ਹੈ ਭਾਈ। ਬਿਲਕੁਲ ਸਹੀ। ਕਿਤੇ ਇਹਨਾਂ ਨੂੰ ਕਿੱਥੇ ਲੈ ਕੇ ਜਾਓਗੇ? ਪਹਿਲਾਂ ਹੀ ਬੇਰੁਜ਼ਗਾਰ ਤਾਂ ਤੁਹਾਡੇ ਗੱਲ ਪਏ ਹੋਏ ਨੇ। ਤੁਸੀਂ ਕਿਹਾ ਸੀ 2 ਕਰੋੜ ਨੌਕਰੀ ਦੇਵਾਂਗੇ, ਤੇ ਦਿੱਤਾ ਤੁਸੀਂ ਕੀ 6 ਕਰੋੜ ਲੋਕਾਂ ਨੂੰ ਬੇਰੁਜ਼ਗਾਰ ਕਰਤਾ। ਬਿਲਕੁਲ ਸਹੀ।
ਮਤਲਬ ਗੱਲ ਇਹ ਹੈ, ਇੱਥੇ ਹੀ ਗੱਲ ਨਹੀਂ ਗੀ, ਕਿਸਾਨ ਨੂੰ ਤਾਂ ਬੜੇ ਲੰਬੇ ਸਮੇਂ ਤੋਂ ਹੀ ਮਾਰਿਆ ਜਾ ਰਿਹਾ ਹੈ। ਤੁਸੀਂ ਜੇ ਅੱਜ ਗੱਲ ਕਰੀਏ ਆਪਾਂ 1970 ਦੇ ਵਿੱਚ 76 ਰੁਪਏ ਰੇਟ ਸੀਗਾ ਪਰ ਕੁਆਂਟਲ ਸਾਡਾ ਜਿਹੜਾ ਸੀਗਾ ਕਣਕ ਦਾ ਜੀ, 76 ਰੁਪਏ ਸੀਗਾ, ਤੇ 1915 ਦੇ ਵਿੱਚ 1450 ਰੁਪਏ ਜੀ, ਨਹੀਂ 2015 ਸੌਰੀ 2015 ਸੌਰੀ 2015 ਚ ਇਹ ਕਿੰਨੇ ਪਰਸੈਂਟ ਵਧਿਆ? 19%। ਜੀ, ਆਮਦਨੀ ਕਿੰਨੀ ਵਧੀ ਕਿਸਾਨ ਦੀ? 19% ਜੀ। ਤੇ ਜਿਹੜੀ ਸਾਡੇ ਮੁਲਾਜ਼ਮਾਂ ਦੀ ਤਨਖਾਹ ਆ ਜੀ ਜੀ, ਚਾਹੇ ਉਹਦੇ ਚ ਜਿੰਨੇ ਵੀ ਮੁਲਾਜ਼ਮ ਆਉਂਦੇ ਨੇ ਉਹਦੇ ਚ 120 ਤੋਂ ਲੈ ਕੇ 150% ਦਾ ਵਾਧਾ ਹੋਇਆ ਜੀ। ਕਿੱਥੇ 19%, ਕਿੱਥੇ 150%। ਨਹੀਂ, ਇਹਦੇ ਅੱਗੇ ਵੀ ਹੈ। ਜਿਹੜੇ ਸਾਡੇ ਮਤਲਬ ਜਿਹੜੇ ਸਾਡੇ ਟੀਚਰਸ ਨੇ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਖੜਾ ਕੀਤਾ ਆ, ਉਹਨਾਂ ਦੇ ਵਿੱਚ 280 ਤੋਂ ਲੈ ਕੇ 300 ਗੁਣਾ ਵਾਧਾ ਹੋਇਆ। ਕਿਸਾਨ ਨੂੰ ਜੇ ਉਸ ਵਾਧੇ ਦੇ ਨਾਲ ਹੀ ਦਿੱਤਾ ਜਾਂਦਾ MSP ਦਾ ਰੇਟ, ਤੇ ਅੱਜ ਸਾਡਾ ਰੇਟ ਪਤਾ ਕੀ ਹੋਣਾ ਸੀ ਜੀ? 7600 ਰੁਪਈਆ ਕਣਕ ਕੁਆਂਟਲ। ਤੇ ਅੱਜ ਤਾਂ ਸਰਕਾਰ ਨੇ 1975 ਕਰਤੀ ਹੈ ਜੀ। ਮੈਂ ਉਹੀ ਕਹਿੰਦਾ ਨਾ, ਇਹ ਤਾਂ 50 ਰੁਪਏ ਜਿਹੜੇ ਉਹ ਕਹਿੰਦੇ ਵਧਾਇਆ। ਕੀ ਕਹਿੰਦਾ? ਅੱਜ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਕੀ ਇਹਦਾ ਤੁਸੀਂ ਮਤਲਬ ਕੱਢਦੇ ਹੋ? ਮੈਂ ਕਿਹਾ ਵੀ ਕਿਸੇ ਦੇ ਘਰ ਨੂੰ ਅੱਗ ਲਾ ਕੇ ਭਾਂਬੜ ਮਚਾਤਾ ਤੇ ਉੱਤੇ ਛੱਟਾ ਦੇਣ ਆ ਗਏ। ਜਿਹੜਾ ਇਸ ਮੌਕੇ ਤੇ ਅਨਾਉਂਸ ਕੀਤਾ। ਸੋ ਇਹ ਜਿਹੜੀ ਚੀਜ਼ ਹੈਗੀ ਹੈ, ਜੇ ਮਤਲਬ ਜੇ ਆਪਾਂ ਗੌਰਮੈਂਟ ਦਾ ਕਿਸਾਨ ਦੇ ਉੱਤੇ ਐਕਸਪੈਂਡੀਚਰ ਦੀ ਗੱਲ ਕਰੀਏ ਜੀ, ਤੇ ਕੁਝ ਵੀ ਨਹੀਂ ਹੈਗਾ। ਕਿਸਾਨ ਨੂੰ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਵਾਰੀ 70,000 ਕਰੋੜ ਰੁਪਏ ਦਾ ਪੈਕੇਜ ਦਿੱਤਾ ਮਾਫੀ ਦਾ ਜੀ, ਉਹਨਾਂ ਦੀ ਸਰਕਾਰ ਵੇਲੇ। ਦੂਜੀ ਮਾਫੀ ਹੁਣ ਕਾਂਗਰਸ ਦੀਆਂ ਸਰਕਾਰਾਂ, ਚਾਹੇ ਉਹ ਪੰਜਾਬ 'ਚ ਨੇ, ਚਾਹੇ ਛੱਤੀਸਗੜ੍ਹ 'ਚ ਹੈ, ਚਾਹੇ ਰਾਜਸਥਾਨ 'ਚ ਹੈ, ਚਾਹੇ ਮੱਧ ਪ੍ਰਦੇਸ਼ 'ਚ ਹੈ, ਪੰਜਾਬ 'ਚ ਅਸੀਂ 2 ਲੱਖ ਰੁਪਈਆ ਮਾਫ ਕੀਤਾ ਜੀ। ਤਕਰੀਬਨ 6,500 ਕਰੋੜ ਰੁਪਈਆ ਜਿਹੜਾ ਹੈਗਾ ਆ ਪਹਿਲੀ ਵਾਰੀ ਪੰਜਾਬ ਦੇ ਕਿਸਾਨ ਦੇ ਖਾਤੇ ਦੇ ਵਿੱਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਾਇਆ ਜੀ, ਪਹਿਲੀ ਵਾਰੀ। ਪਰ ਇਹਦੇ ਨਾਲ ਫਰਕ ਥੋੜਾ ਪਿਆ, ਅਜੇ ਲੋਕ ਖੁਸ਼ ਨਹੀਂ ਤੁਹਾਡੇ ਤੋਂ। ਮੈਂ ਉਹੀ ਕਹਿਣਾ ਆ, ਪਰ ਕੋਸ਼ਿਸ਼ 6,500 ਰੁਪਈਆ ਕੋਈ ਥੋੜਾ ਨਹੀਂ ਹੁੰਦਾ ਜੀ ਜੀ। ਤਕਰੀਬਨ 8,500 ਕਰੋੜ ਰੁਪਈਏ ਦੀ ਸਬਸਿਡੀ ਬਿਜਲੀ ਦੀ ਜਾ ਰਹੀ ਹੈ ਜੀ, ਲਗਾਤਾਰ ਜਿਹੜੀ ਚੱਲਦੀ ਜਾ ਰਹੀ ਹੈ, ਸਾਰੀਆਂ ਸਰਕਾਰਾਂ ਦੀ ਚੱਲਦੀ ਜਾ ਰਹੀ ਹੈ। ਅੱਜ ਜੇ ਕਿਸਾਨ ਨੂੰ ਕੁਝ ਦੇਣ ਦੀ ਗੱਲ ਆਵੇ, ਕੇਂਦਰ ਸਰਕਾਰ ਵੱਲੋਂ ਕੀ ਦਿੱਤਾ? ਜਿੱਦਣ ਚੋਣਾਂ ਸੀ 2,000 ਰੁਪਈਆ ਖਾਤੇ 'ਚ ਪਾ ਕੇ ਮੁੜ ਕੇ ਕਿਸੇ ਦੇ ਖਾਤੇ 'ਚ ਆਇਆ। ਤੁਸੀਂ ਵੀ ਪਿੰਡ ਤੋਂ ਆਉਂਦੇ ਹੋ, ਕਿਸੇ ਖਾਤੇ 'ਚ ਆਇਆ ਮੁੜ ਕੇ 2,000 ਰੁਪਈਆ ਜਿਹੜਾ 6,000 ਰੁਪਈਆ ਦੇਣਾ ਸੀ ਜੀ। ਨਹੀਂ, ਥੋੜਾ ਚਿਰ ਤਾਂ ਪਾਉਂਦੇ ਨੇ ਜੀ, ਥੋੜਾ ਉਦੋਂ ਹੀ ਪਾਇਆ ਨਾ। ਨਹੀਂ, ਉਦੋਂ ਬਾਅਦ ਵੀ ਪਾਇਆ। ਹਾਂ, ਮਤਲਬ ਕਿਤੇ ਕੋਈ ਕਿਸੇ ਦੇ ਖਾਤੇ ਦੇ ਵਿੱਚ ਆ ਗਿਆ ਹੋਵੇ ਤਾਂ ਉਹ ਟੋਟਲ ਤੁਸੀਂ ਕਢਾ ਕੇ ਵੇਖੋ। ਜੀ ਜੀ, ਉਹਦਾ 20% ਵੀ ਨਹੀਂ ਪਾਇਆ ਜਿੰਨਾ ਟੋਟਲ ਪਾਉਣਾ ਸੀ ਪੰਜਾਬ ਦੀ ਹਿੰਦੁਸਤਾਨ ਦੇ ਕਿਸਾਨ ਦੇ ਖਾਤੇ। ਜੀ ਜੀ ਜੀ। ਜੇ ਤੁਸੀਂ ਲੱਖਾਂ ਹਜ਼ਾਰ ਕਰੋੜ ਰੁਪਈਆ ਇੰਡਸਟਰੀ ਦਾ ਮਾਫ ਕਰ ਸਕਦੇ ਹੋ ਜੀ, ਜਿਹੜਾ NPA ਹੋਇਆ ਬੈਂਕਾਂ ਦਾ, NPA ਹੋਇਆ, ਦੂਜਾ ਹੋਇਆ ਸਾਰਾ, ਤੇ ਤੁਸੀਂ ਮੁੜ ਕੇ ਕੀ ਕੀਤਾ ਆ? ਤੁਸੀਂ ਕਿਸਾਨ ਨੂੰ ਕਿਹੜਾ ਪੈਕੇਜ ਦਿੱਤਾ ਹਿੰਦੁਸਤਾਨ ਦਾ? ਇੱਥੇ ਤਾਂ ਸਾਡੇ ਕੋਲੋਂ ਤਾਂ ਜਾਂਦੇ ਹੋਏ ਸੁਖਬੀਰ ਸਿੰਘ ਬਾਦਲ ਜਿੱਦਣ 2017 ਦੇ ਵਿੱਚ ਜਿਹੜੀ ਸਰਕਾਰ ਬਣ ਰਹੀ ਸੀਗੀ, ਤੇ ਉਦੋਂ 2 ਦਿਨ ਪਹਿਲਾਂ ਜਿਹੜਾ 30,000 ਕਰੋੜ ਰੁਪਏ ਦਾ ਲੋਨ ਜਿਹੜਾ ਕਹਿੰਦੇ ਜੀ ਕੇਂਦਰ ਸਰਕਾਰ ਨੇ ਕਿਹਾ ਕਿ ਇਹ ਤਾਂ ਤੁਹਾਨੂੰ ਦੇਣਾ ਹੀ ਪਊਗਾ। ਜੀ ਜੀ, ਜਿਹੜਾ ਸਰਕਾਰ ਕੇਂਦਰ ਦਾ ਸੀ ਹਿੱਸਾ ਬਣਦਾ, ਜਿਹੜਾ ਕੇਂਦਰ ਦਾ ਇਕੱਠਾ ਹੋਇਆ ਸੀਗਾ, ਤੇ ਉਹ ਵੀ ਸਾਡੇ ਸਿਰ ਤੇ ਦਾਗੇ 240 ਕਰੋੜ ਰੁਪਈਆ ਤਾਂ ਅਸੀਂ ਮਹੀਨੇ ਦੀ ਕਿਸ਼ਤ ਭਰਨ ਰਹੇ ਆ ਉਹਦੀ। ਪਰ ਉਹ ਤਾਂ ਬਣਿਆ ਕੀ ਨਾਗਰਾ ਸਾਹਿਬ? ਨਾਲਿਆਂ ਦੇ ਸੀ ਉਹ ਮਾਫ ਹੋ ਗਿਆ ਜੀ। ਕਿੱਥੋਂ ਮਾਫ ਹੋ ਗਿਆ? ਨਹੀਂ, ਚਰਚਾ ਸੀਗੀ ਉਦੋਂ ਜੀ, ਕੋਈ ਮਾਫ ਨਹੀਂ, ਕੁਛ ਨਹੀਂ ਗਾ ਜੀ। ਅਜੇ ਤੱਕ ਵੀ ਉਦਾਂ ਹੀ ਗੱਲਾਂ ਚੱਲਦੀਆਂ ਨੇ ਜੀ, ਅਸੀਂ ਇੰਨਾ ਦੇ ਦਾਂਗੇ, ਅਸੀਂ ਇੰਨਾ ਦੇ ਦਾਂਗੇ। ਇਹ ਗੱਲਾਂ ਚੱਲਦੀਆਂ ਨੂੰ ਤੇ ਅਸੀਂ 5,000 ਕਰੋੜ ਦੇ ਦਾਂਗੇ, ਅਸੀਂ 10,000 ਕਰੋੜ ਦੇ ਦਾਂਗੇ। ਕੋਈ ਮਿਲਿਆ ਤੇ ਕੱਖ ਨਹੀਂ ਗਾ ਸਾਨੂੰ। ਤੇ ਸਾਡੀ ਪਿਛਲੇ 6 ਮੇਰੇ ਖਿਆਲ 5-6 ਮਹੀਨੇ ਦੀ GST ਨਹੀਂ ਦਿੱਤੀ, 6,500 ਕਰੋੜ ਰੁਪਈਆ ਸਾਡਾ ਹੀ ਦੇ ਦੇਣ, ਉਹ ਬਹੁਤ ਵੱਡੀ ਗੱਲ ਹੈ। ਹੋਰ ਤੇ ਇਹਨਾਂ ਨੇ ਸਾਨੂੰ ਦੇਣਾ ਕੀ ਹੈ? ਇਸ ਕਰਕੇ ਜਿਹੜੀ ਸਾਡੀ MSP ਹੈ, MSP ਤੇ ਸਾਡਾ ਕੀ ਜੋੜਦੇ ਨੇ ਭਲਾ ਜੀ? MSP ਦੇ ਵਿੱਚ ਜਿਹੜੀ ਸਾਡੀ ਲਾਗਤ ਤੇ ਸਾਡੀ ਜਿਹੜੀ ਫੈਮਿਲੀ ਦੀ ਲੇਬਰ ਹੈ, ਇਹ ਜੋੜਦੇ ਆ ਜੀ। ਕੋਈ ਸਾਨੂੰ ਹਾਊਸ ਰੈਂਟ ਨਹੀਂ ਮਿਲਦਾ, ਕੋਈ ਸਾਨੂੰ ਮੈਡੀਕਲ ਅਲਾਊਂਸ ਨਹੀਂ ਮਿਲਦਾ, ਕੋਈ ਸਾਨੂੰ ਹੋਰ ਭੱਤਾ ਨਹੀਂ ਮਿਲਦਾ ਜਿਹੜੇ ਹੋਰ ਸਾਰਿਆਂ ਨੂੰ ਮਿਲਦੇ ਨੇ। ਯਾਰ ਕਿਸਾਨ ਉਹ ਹੈ ਜਿੰਨੇ ਤੁਹਾਡਾ ਅਨਾਜ ਅੰਨ ਦਾ ਭੰਡਾਰ ਭਰਿਆ ਹੈ। ਹਿੰਦੁਸਤਾਨ ਦੀ ਗੌਰਮੈਂਟ ਮੈਨੂੰ ਨਹੀਂ ਸਮਝ ਲੱਗਦੀ ਕਿੱਥੇ ਖੜੀ ਹੈ ਜੀ। ਕਿਸੇ ਵੇਲੇ ਉਹ ਵੀ ਟਾਈਮ ਸੀਗਾ ਜਦੋਂ ਆਪਾਂ ਟੋਕਰੀ ਲੈ ਕੇ ਤੁਰੇ ਫਿਰਦੇ ਸੀਗੇ ਅਮਰੀਕਾ ਤੇ ਆਸਟ੍ਰੇਲੀਆ ਕੋਲੇ, ਕਣਕ ਦੇ ਦਿਓ ਤੇ ਕਣਕ ਦੇ ਦਿਓ,
ਤੇ ਅੱਜ ਤੁਹਾਡੇ ਕੋਲੇ ਜੇ ਬਫਰ ਸਟਾਕ ਦੇ ਵਿੱਚ 2-3 ਸਾਲਾਂ ਦੀ ਕਣਕ ਪੈ ਗਈ ਹੈ ਤੇ ਤੁਸੀਂ ਅੱਜ ਅੱਖਾਂ ਦਿਖਾਉਣ ਲੱਗ ਗਏ ਹੋ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੂੰ ਜੀ। ਤੁਸੀਂ ਦਿੱਤਾ ਕੀ ਹੈ? ਜਦੋਂ ਤੁਸੀਂ ਤਾਂ ਪਹਿਲਾਂ ਖੋਇਆ ਸਾਡੇ ਤੋਂ। ਜਿੱਦਣ ਪੰਜਾਬ ਤੇ ਹਰਿਆਣੇ ਦਾ ਕਿਸਾਨ, ਜਿੱਦਣ ਤੁਸੀਂ ਸਾਨੂੰ 76 ਰੁਪਏ ਦਿੱਤੇ ਸੀ ਕੁਆਂਟਲ ਦੀ, ਉਦਣ ਸਾਡੀ ਬਾਹਰ ਕਣਕ 400 ਰੁਪਏ ਨੂੰ ਵਿਕਦੀ ਸੀਗੀ। ਚਾਹੇ ਬੰਬੇ ਜਾ ਕੇ ਵੇਚ ਲੈਂਦੇ, ਚਾਹੇ ਅਹਿਮਦਾਬਾਦ ਜਾ ਕੇ ਵੇਚ ਲੈਂਦੇ, ਚਾਹੇ ਅਸੀਂ ਚੇਨਈ ਜਾ ਕੇ ਵੇਚ ਲੈਂਦੇ, ਚਾਹੇ ਅਸੀਂ ਕਲਕੱਤੇ ਜਾ ਕੇ ਵੇਚ ਲੈਂਦੇ ਜੀ। 400 ਰੁਪਏ ਨੂੰ ਵਿਕਣੀ ਸੀ ਉਦੋਂ ਸਾਡੀ, ਕਿਉਂਕਿ ਉਦੋਂ ਹੈ ਹੀ ਨਹੀਂ ਸੀ। ਉਦੋਂ ਤੁਸੀਂ ਸਾਨੂੰ ਕਹਿਤਾ ਕਿ ਸਰਹੱਦਾਂ ਤੇ ਪੁਲਿਸ ਲਾਤੀ ਵੀ ਤੁਸੀਂ ਇੱਕ ਵੀ ਟਰਾਲੀ, ਇੱਕ ਵੀ ਟਰੱਕ ਬਾਹਰ ਨਹੀਂ ਲੈ ਕੇ ਜਾ ਸਕਦੇ। ਡਾਂਗਾ ਮਾਰ ਮਾਰ ਕੇ ਸਾਨੂੰ ਇੱਥੇ ਬਿਠਾਤਾ। ਤੇ ਮੁੜ ਕੇ ਜਦੋਂ ਅੱਜ ਤੁਹਾਡੇ ਗ੍ਰੀਨ ਰੈਵੋਲੂਸ਼ਨ ਆਇਆ, ਤੇ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਜਦੋਂ ਤੁਹਾਨੂੰ ਅੱਜ ਸੈਲਫ ਸਫੀਸ਼ੀਐਂਟ ਕਰਤਾ ਆ, ਦੇਸ਼ ਦੀ ਅਨਾਜ ਦਾ ਫੂਡ ਬਾਸਕਟ ਹੈ ਜਿਹੜੀ, ਉਹਨੂੰ ਭਰਤਾ ਆ ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ, ਤੇ ਅੱਜ ਤੁਹਾਨੂੰ ਮਾੜਾ ਲੱਗਣ ਲੱਗ ਗਿਆ ਆ। ਅੱਜ ਤੁਸੀਂ ਕਹਿੰਦੇ ਹੋ ਕਿ ਉਦਣ ਕਿਉਂ ਨਹੀਂ ਤੁਸੀਂ ਓਪਨ ਮਾਰਕੀਟ ਕੀਤੀ? ਉਦਣ ਤੁਸੀਂ ਕਹਿਤਾ ਕਿ ਨਹੀਂ, ਕੋਈ ਖਰੀਦ ਨਹੀਂ ਸਕਦਾ। ਇਹਦਾ ਮਤਲਬ ਕਿ ਇਹ ਚੀਜ਼ ਜਿਹੜੀ ਹੈਗੀ ਹੈ, ਜਦੋਂ ਉਹ ਇੱਕ ਕਹਾਵਤ ਹੈ ਨਾ ਵੀ ਪੱਤ ਵੀ ਆਪਣੀ ਤੇ ਕੀ ਕਹਿੰਦੇ ਹੁੰਦੇ ਆ, ਉਹ ਵੀ ਆਪਣਾ, ਦੋਵੇਂ ਹੱਥ 'ਚ ਲੱਡੂ ਜੀ। ਵੀ ਜਦੋਂ ਤੁਹਾਨੂੰ ਲੋੜ ਸੀਗੀ ਉਦੋਂ, ਅਜੇ ਤਾਂ ਪਤਾ ਕੋਈ ਨਹੀਂ, ਪ੍ਰਮਾਤਮਾ ਨਾ ਕਰੇ ਦੇਸ਼ ਦੇ ਵਿੱਚ ਕੋਈ ਇਹੋ ਜਿਹਾ ਅਕਾਲ ਵਾਲੀ ਸਥਿਤੀ ਆ ਜੇ। ਇਹ ਤੇ 6 ਮਹੀਨੇ ਦਾ ਨਹੀਂਗਾ, ਅਜੇ ਕਰੋਨਾ ਦੀ ਮਹਾਂਮਾਰੀ ਚੱਲਦੀ ਰਹੀ ਤੇ ਮੇਰੇ ਖਿਆਲ ਦੇ ਵਿੱਚ ਬਫਰ ਸਟਾਕ ਤੁਹਾਡਾ ਰਾਜ ਦਾ ਤਾਂ ਖਤਮ ਹੋ ਗਿਆ, ਆਲਮੋਸਟ ਖਤਮ ਹੈ। 1000 ਰੇਲ ਗੱਡੀ ਜਾ ਰਹੀ ਹੈ ਮਹੀਨੇ ਦੀ ਪੰਜਾਬ ਦੇ ਵਿੱਚੋਂ ਜੀ, ਤੇ ਸਿਰਫ ਕਣਕ ਬਚੀ ਹੈ, ਉਹ ਵੀ PDS ਸਿਸਟਮ ਦੇ ਵਿੱਚ। ਪ੍ਰਮਾਤਮਾ ਨਾ ਕਰੇ ਕਿਤੇ ਦੇਸ਼ ਦੇ ਵਿੱਚ ਕੋਈ ਜਿਹੇ ਹਾਲਾਤ ਹੋ ਜਾਣ। ਦੂਸਰੀ ਗੱਲ ਇੱਕ ਹੋਰ ਜੀ, ਇੱਕ ਨਾਗਰਾ ਸਾਹਿਬ ਇੱਥੇ, ਕਿਉਂਕਿ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਜੀ, ਉਹਨਾਂ ਸਵਾਲ ਕਰਨਾ, ਤੇ ਤੁਹਾਡੇ ਵਿਰੋਧੀਆਂ ਨੇ ਉਹ ਵੀ ਪ੍ਰੋਗਰਾਮ ਦੇਖਦੇ ਹੋਣੇ, ਉਹਨਾਂ ਨੇ ਵੀ ਤੁਹਾਡੇ ਤੇ ਅਟੈਕ ਕਰਨਾ ਵੀ ਨਾਗਰਾ ਸਾਹਿਬ ਜਿਹੜੀਆਂ ਗੱਲਾਂ ਕਰ ਗਏ, ਉਦੋਂ ਤਾਂ ਸਰਕਾਰ ਕਾਂਗਰਸ ਦੀ ਸੀ, ਫਿਰ ਕਾਂਗਰਸ ਸਰਕਾਰ ਨੇ ਉਦੋਂ ਕਿਸਾਨ ਬਾਰੇ ਕੀ ਸੋਚਿਆ? ਕਿਉਂਕਿ ਮੋਦੀ ਸਾਹਿਬ ਤਾਂ ਅੱਜ ਆਏ ਨੇ ਜੀ। ਮੈਂ ਕਿਹਾ ਥੋੜਾ ਜਿਹਾ ਉਹ ਵੀ ਗੱਲ ਕਰ ਲਈ। ਮੈਂ ਦੱਸਦਾ ਆ। ਦੇਖੋ, ਜਦੋਂ ਰੋਕਿਆ ਬੜੀ ਵੱਡੀ ਐਜੀਟੇਸ਼ਨ ਹੋਈ ਜੀ, ਕਿਸਾਨ ਯੂਨੀਅਨਾਂ ਦੇ ਨਾਲ ਵੀ ਗੱਲ ਹੋਈ, ਪਾਰਟੀਆਂ ਨਾਲ ਵੀ ਗੱਲ ਹੋਈ। ਉਹਨਾਂ ਨੇ ਕਿਹਾ ਵੀ ਸਾਨੂੰ ਰੋਕਦੇ ਕਿਉਂ, ਸਾਨੂੰ ਦੱਸੋ ਤੇ ਸਹੀ, ਸਾਨੂੰ ਮੁੱਲ ਕਿਹੜਾ ਦਿੰਦੇ ਹੋ ਤੁਸੀਂ ਜੀ। ਸਰਕਾਰ ਨੂੰ ਸਵਾਲ ਹੋਏ ਨਾ ਵੀ ਤੁਸੀਂ ਸਾਡੇ ਤੋਂ ਖਰੀਦੋਗੇ ਕਿਵੇਂ, ਵੀ ਤੁਸੀਂ ਸਾਨੂੰ ਬਾਹਰ ਨਹੀਂ ਵੇਚਣ ਦਿੰਦੇ। ਤੇ ਫਿਰ ਇਹ MSP ਬਣੀ ਸੀ ਵੀ ਸਰਕਾਰ ਨੇ ਵਾਅਦਾ ਕੀਤਾ ਕਿ ਤੁਹਾਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਔਰ ਉਹ ਐਡਵਾਂਸ ਦੇ ਵਿੱਚ ਦੱਸਾਂਗੇ ਕਿ ਇੰਨੇ ਨੂੰ ਕਣਕ ਖਰੀਦਾਂਗੇ, ਇੰਨੇ ਨੂੰ ਅਸੀਂ ਤੁਹਾਡਾ ਝੋਨਾ ਜਾਂ ਜੀਰੀ ਖਰੀਦਾਂਗੇ ਜੀ। ਮਿਨੀਮਮ ਸਪੋਰਟ ਪ੍ਰਾਈਸ। ਔਰ FCI ਦਾ ਗਠਨ ਹੋਇਆ ਜੀ। FCI ਦੇ ਗਠਨ ਤੋਂ ਬਾਅਦ ਕੌਣ ਖਰੀਦੂਗਾ? FCI ਖਰੀਦੂਗੀ। ਤੇ ਇਹ ਜਿਹੜੀ MSP ਹੈ, ਇਹ ਉਹ ਹੈ, ਇਹ ਕਾਂਗਰਸ ਦੀ ਉਹ ਦੇਣ ਹੈ, ਜਿਹਨੂੰ ਅੱਜ ਅਸੀਂ ਰੋਣ ਰਹੇ ਹਾਂ ਕਿ ਹਾਂਜੀ ਇਹ ਸਾਡੇ ਤੋਂ ਖੋਹ ਨਾ। ਤੇ ਨਾਲ ਇਹ ਵੀ ਕਿਹਾ, ਕੱਲੀ ਇੱਥੇ ਨਹੀਂ, MSP ਤਾਂ ਬੜੀ ਹੈ। ਹੁਣ ਵੀ ਮੋਦੀ ਸਾਹਿਬ ਰੌਲਾ ਪਾਈ ਜਾਂਦੇ ਨੇ ਕਿ MSP ਰਹੂਗੀ, MSP ਰਹੂਗੀ। MSP ਦੀ ਗੱਲ ਕੋਈ ਨਹੀਂ। MSP 1760 ਰੁਪਏ ਨੂੰ ਮੱਕੀ ਦੀ MSP ਹੈ, ਤੇ ਆਪਾਂ ਵੇਚਣ ਰਹੇ ਹਾਂ 650 ਤੇ 700 ਰੁਪਏ ਨੂੰ। 1850 ਹੋ ਗਈ ਹੁਣ ਤਾਂ। ਹਾਂ, 1850 ਹੋ ਗਈ ਹੁਣ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਿਰਫ MSP ਨਾਲ ਨਹੀਂਗਾ, ਨਾਲ ਇਹ ਗੱਲ ਸੀ ਵੀ ਇੱਕ ਇੱਕ ਦਾਣਾ ਜਿਹੜਾ ਮੰਡੀ ਦੇ ਵਿੱਚ ਆ ਗਿਆ, ਉਹ ਕੰਪਲਸਰੀ FCI ਖਰੀਦੂਗੀ। ਤੁਸੀਂ ਦੱਸੋ, ਇੱਕ ਦਾਣਾ ਮੰਡੀ ਚੋਂ ਛੱਡਿਆ ਜਾਂਦਾ ਹੈ? ਬਿਲਕੁਲ ਸਹੀ। ਸਾਡਾ ਰੌਲਾ ਇਹ ਹੈ ਕਿ ਮੰਡੀ ਦੇ ਸਿਸਟਮ ਨੂੰ ਤੋੜੋ ਨਾ। 15,000 ਕਰੋੜ ਰੁਪਈਆ ਲੱਗਿਆ ਆ ਤਕਰੀਬਨ ਇਨਫਰਾਸਟ੍ਰਕਚਰ ਦੇ ਉੱਤੇ ਪੰਜਾਬ ਦੇ ਤੇ ਜੀ। ਇਹ ਇਨਫਰਾਸਟ੍ਰਕਚਰ ਜਿਹੜਾ ਹੈ ਬਰਬਾਦ ਹੋ ਜਾਊਗਾ। ਕਿਸਾਨ ਜਦੋਂ ਮੰਡੀ 'ਚ ਫਸਲ ਲੈ ਕੇ ਆਉਂਦਾ, ਉਹਨੂੰ MSP ਮਿਲਦੀ ਹੈ, ਤੇ ਮੰਡੀ ਤੋਂ ਬਾਹਰ ਅੱਜ ਸਾਡੇ ਕੋਲੇ ਮੰਡੀਆਂ ਦੇ ਜਾਰਡ ਨੇ ਜੀ। ਜੇ ਮੰਡੀਆਂ ਤੋਂ ਬਾਅਦ ਤੁਸੀਂ ਘਰਾਂ ਦੇ ਵਿੱਚ ਜਾ ਕੇ, ਤੁਹਾਡੇ ਘਰ ਜਾ ਕੇ ਕੋਈ ਖਰੀਦ ਕੇ ਲੈ ਗਿਆ, ਦੱਸੋ ਕੀ ਡਾਟਾ ਆ ਕਿਸੇ ਕੋਲੇ ਵੀ ਕੌਣ ਕਿੱਥੋਂ ਖਰੀਦ ਕੇ ਲੈ ਗਿਆ? ਹੈ ਨਹੀਂ। ਤੇ ਤੁਸੀਂ ਕਿਹਨੂੰ ਜਾ ਕੇ ਇੱਕ ਜਿਹੜਾ ਵਿਚਾਰਾ 2.5 ਕਿੱਲੇ ਦਾ ਕਿਸਾਨ ਹੈ, ਜਿਹਨੂੰ ਇਹ ਨਹੀਂ ਪਤਾ ਹੈਗਾ ਵੀ ਮੇਰੇ ਨਾਲ ਕੀ ਹੋ ਗਿਆ ਆ, ਉਹਨੇ ਕਾਰਪੋਰੇਟ ਹਾਊਸ ਨੇ ਉਹਦੇ ਨਾਲ ਜਿਹੜਾ ਹੈਗਾ ਜੋ ਵਤੀਰਾ ਕਰਨਾ ਆ, ਤੇ ਉਹ ਕਿਵੇਂ ਕਹੂਗਾ ਕਿ ਕਿੰਨਾ ਕਿਸਾਨ, ਕਿੰਨੇ ਕਰੋੜ ਕਿਸਾਨ ਆ ਕੇ ਕਹੂਗਾ ਵੀ ਮੈਨੂੰ MSP ਨਹੀਂ ਮਿਲੀ? ਬਿਲਕੁਲ ਸਹੀ। ਉਹ ਹੁਣ ਵੀ ਨਹੀਂ ਮਿਲਦੀ, ਉਦੋਂ ਤਾਂ ਕਿੱਥੇ ਮਿਲਣੀ? ਹਾਂ, ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ MSP ਸਿਰਫ ਤੇ ਸਿਰਫ ਮੰਡੀਆਂ 'ਚ ਮਿਲ ਸਕਦੀ ਹੈ। ਇਹ ਜਿਹੜੀਆਂ ਮੰਡੀਆਂ ਦਾ ਸਿਸਟਮ ਤੋੜਨ ਦੀ ਗੱਲ ਕਰਨ ਰਹੇ ਨੇ, ਕਾਰਪੋਰੇਟ ਹਾਊਸਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰਨ ਰਹੇ ਨੇ। ਔਰ ਕਾਰਪੋਰੇਟ ਹਾਊਸ ਜਿਹੜਾ ਆ, ਤੁਸੀਂ ਇੱਕ ਮੋਬਾਈਲ ਖਰੀਦਣ ਜਾਂਦੇ ਹੋ, ਕਿੰਨੇ ਥਾਵਾਂ ਤੇ ਸਾਈਨ ਕਰਾਉਂਦੇ ਨੇ ਤੁਹਾਡੇ ਤੋਂ ਪਤਾ ਹੈ ਜੀ। ਉਹਦੇ 'ਚੋਂ ਛੋਟਾ ਜਿਹਾ ਬੜਾ ਪਤਲਾ ਜਿਹਾ ਐਨਕ ਲਾ ਕੇ ਵੀ ਨਹੀਂ ਪੜ੍ਹਿਆ ਜਾਂਦਾ। ਕਿਹੜੀਆਂ ਟਰਮਸ ਐਂਡ ਕੰਡੀਸ਼ਨ, ਤੁਸੀਂ ਲੋਨ ਲੈਣ ਜਾਂਦੇ ਹੋ ਜੀ,
ਤੁਸੀਂ ਕੋਈ ਚੀਜ਼ ਖਰੀਦਣ ਜਾਂਦੇ ਹੋ, ਤੁਹਾਡੇ ਤੋਂ ਜਦੋਂ ਕਰਾਉਂਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। LIC ਕਰਾਉਣ ਚਲੇ ਜਾਓ ਪ੍ਰਾਈਵੇਟ ਕੰਪਨੀ ਦੇ ਕੋਲੋਂ, ਐਡਾ ਵੱਡਾ ਬੰਡਲ ਦੇ ਦੇਣਗੇ, ਇੱਥੇ ਸਾਈਨ ਕਰੋ, ਇੱਥੇ ਸਾਈਨ ਕਰੋ, ਇੱਥੇ ਸਾਈਨ ਕਰੋ, ਇੰਨਾ ਕੁਝ ਹੁੰਦਾ। ਤੁਸੀਂ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਬੰਦਾ ਹੋਵੇ, ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਉਹਨਾਂ ਦੇ ਹੱਕ 'ਚ ਹੁੰਦੀਆਂ ਨੇ। ਜਦੋਂ ਆਪਾਂ ਉਹਨਾਂ ਨੂੰ ਚੈਲੰਜ ਕਰਦੇ ਹਾਂ, ਜਦੋਂ ਚੈਲੰਜ ਕਰਦੇ ਹੋ ਨਾਲ ਦੀ ਨਾਲ ਖੜੇ ਹੁੰਦੇ, ਦੇਖੋ ਜੀ ਇਹਨਾਂ ਨੇ ਤਾਂ ਇੱਥੇ ਸਾਈਨ ਕੀਤੇ ਹੋਏ ਨੇ, ਇਹਨਾਂ ਨੇ ਤਾਂ ਮੰਨਿਆ ਹੋਇਆ ਵੀ ਆਹ ਚੀਜ਼ ਸਾਡੇ ਤੇ ਲਾਗੂ ਨਹੀਂ ਹੋਊਗੀ। ਅੱਛਾ ਨਾਗਰਾ ਸਾਹਿਬ, ਇੱਕ ਚੀਜ਼ ਹੋਰ ਸਮਝਾਇਓ, ਜਿਹੜਾ ਇੱਕ ਤਾਂ ਇਹ ਬਿੱਲ ਹੋ ਗਿਆ ਵੀ MSP ਲਗਭਗ ਆਪਾਂ ਨੂੰ ਡਰ ਹੈ ਵੀ ਉਹ ਖਤਮ ਹੋ ਸਕਦੀ ਹੈ, ਕਿਉਂਕਿ ਜੇ ਉਹ ਹੋ ਨਹੀਂ ਸਕਦੀ, ਕਰਨੀ ਹੈ ਨਹੀਂ, ਮੰਡੀ ਤੰਤਰ ਨਾ ਰਿਹਾ। ਇੱਕ ਜਿਹੜਾ ਇਹ ਕਰ ਦਿੱਤਾ ਗਿਆ ਕਿ ਹੁਣ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਨੇ ਉਹ ਉਹਨਾਂ ਦੇ ਭੰਡਾਰੀ ਕਰਨ ਦੇ ਉੱਪਰ ਕੋਈ ਰੋਕ ਟੋਕ ਨਹੀਂ ਹੈਗੀ। ਇਸ ਚੀਜ਼ ਨੂੰ ਵੀ ਕਿਸੇ ਤਰ੍ਹਾਂ ਦੇਖਦੇ ਹੋ ਕਿ ਵੀ ਇਹ ਵੀ ਇੱਕ ਤਰ੍ਹਾਂ ਦਾ ਕਾਰਪੋਰੇਟ ਹਾਊਸ ਨੂੰ ਖੁੱਲ੍ਹਾ ਖੇਡਣ ਦਾ ਮੌਕਾ ਮਿਲ ਗਿਆ ਵੀ ਇਕੱਠੀ ਕਰਕੇ ਰੱਖ ਲਓ, ਜਦੋਂ ਕਾਲ ਪੈ ਗਿਆ ਲੋਕ ਚੀਕਣਗੇ ਫੇਰ ਵੇਚ ਦਿਓ। ਇਕੱਲਾ ਇੱਥੇ ਹੀ ਫਰਕ ਨਹੀਂ ਪੈਣਾ ਜੀ ਸੰਧਾਵਾਲੀਆ ਸਾਹਿਬ, ਇਹ ਤਾਂ ਦੇਸ਼ ਦੇ PDS ਸਿਸਟਮ ਤੇ ਬਹੁਤ ਵੱਡਾ ਫਰਕ ਪੈਣਾ ਆ। PDS ਸਿਸਟਮ ਕੀ ਹੈ ਜੀ? ਸਰਕਾਰ MSP ਤੇ ਖਰੀਦ ਕੇ ਰੱਖ ਲੈਂਦੀ ਹੈ, ਆਮ ਜਿਹੜਾ ਬੰਦਾ ਆ, ਸਧਾਰਨ ਬੰਦਾ ਆ, ਉਹਦੇ ਤੇ ਬਹੁਤ ਫਰਕ ਪੈਣਾ ਆ ਜੀ। ਕਿਵੇਂ ਫਰਕ ਪੈਣਾ ਆ? ਸਰਕਾਰ ਖਰੀਦ ਕੇ ਰੱਖ ਲੈਂਦੀ ਹੈ, ਜਿਹਨੂੰ ਲੋੜ ਹੁੰਦੀ ਹੈ ਕਿਹਦੇ ਤੋਂ ਲੈਂਦਾ ਉਹ? ਵੱਡਾ ਫਲੋਰ ਮਿਲ ਵਾਲਾ ਕਿਹਦੇ ਤੋਂ ਲੈਂਦਾ ਜੀ? ਸਰਕਾਰ ਤੋਂ ਹੀ ਲੈਂਦਾ, FCI ਤੋਂ। ਠੀਕ ਹੈ, PDS ਕਿਹਦੇ ਥਰੂ ਜਾਂਦਾ ਹੈ? ਸਰਕਾਰ ਦੇ ਸਟੋਰੇਜ ਤੋਂ ਜੀ। ਜਿੱਦਣ ਇਹ ਖਤਮ ਹੋ ਗਿਆ, ਇਹ ਜਿਹੜੀ ਅੱਜ ਆਟਾ ਜਿਹੜਾ ਮਿਲਦਾ ਹੈ ਨਾ, ਜਿਹੜਾ ਵਧੀਆ ਕੰਪਨੀ ਦਾ ਵੀ ਆਟਾ 30-32 ਰੁਪਏ ਨੂੰ ਮਿਲ ਜਾਂਦਾ ਹੈਗਾ ਆ, ਇਹ 100 ਰੁਪਏ ਤੋਂ ਘੱਟ ਨਹੀਂ ਰਹਿਣਾ, ਕਿਉਂਕਿ ਜਿਨ੍ਹਾਂ ਨੇ ਭੰਡਾਰ ਕਰ ਲੈਣੇ ਨੇ, ਬਿਲਕੁਲ ਸਹੀ, ਉਹਨਾਂ ਨੇ ਆਪਣੀ ਮਰਜ਼ੀ ਨਾਲ ਦੇਣਾ ਹੈ ਵੀ ਇੰਨੇ ਨੂੰ ਕਣਕ ਮਿਲੂਗੀ 70 ਰੁਪਏ ਨੂੰ ਜਾਂ 80 ਰੁਪਏ ਨੂੰ ਕਿਲੋ। ਤੇ PDS ਸਿਸਟਮ ਜਿਹੜਾ ਆ ਬਰਬਾਦ ਹੋ ਜਾਊਗਾ। PDS ਸਿਸਟਮ ਅੱਜ ਦੇਸ਼ ਦੀ ਬੈਕਬੋਨ ਹੈ, ਜਿਹਨੂੰ ਆਪਾਂ ਫੂਡ ਸਿਕਿਉਰਿਟੀ ਬਿੱਲ ਕਹਿੰਦੇ ਆ, ਕਿ ਜਿਹਦੇ ਉੱਤੇ ਗਰੀਬ ਬੰਦੇ ਨੂੰ ਐਟਲੀਸਟ 5 ਕਿਲੋ ਅਨਾਜ ਜਿਹੜਾ ਆ ਉਹ ਮਿਲਦਾ ਆ। ਜਦੋਂ ਸਰਕਾਰ ਦੇ ਭੰਡਾਰ 'ਚ ਹੀ ਨਹੀਂ ਅਨਾਜ ਹੋਣਾ, ਅੱਜ ਸਰਕਾਰ ਖਰੀਦਦੀ ਹੈ, ਸਰਕਾਰ ਨੂੰ ਕਿੰਨੇ ਨੂੰ ਪੈਂਦਾ ਭਲਾ? ਜਿਹੜਾ 2 ਰੁਪਏ ਨੂੰ ਮਿਲਦਾ ਆ, ਸਰਕਾਰ ਨੂੰ ਕਿੰਨੇ ਨੂੰ ਪੈਂਦਾ ਆ? 22 ਰੁਪਏ ਨੂੰ ਜੀ ਕਿਲੋ ਜੀ। ਤੇ ਦਿੰਦੇ ਆ 2 ਰੁਪਏ ਨੂੰ ਸਰਕਾਰਾਂ। ਕੁਛ ਸਟੇਟ ਦੀਆਂ ਸਰਕਾਰਾਂ 1-2 ਰੁਪਈਆ ਪਾ ਦਿੰਦੀਆਂ ਨੇ, ਕਈਆਂ ਨੇ 2 ਵੀ ਪਾ ਦਿੰਦੀਆਂ ਨੇ। ਤੇ ਜਿਹੜਾ ਗਰੀਬ ਬੰਦਾ ਆ, ਉਹਨੂੰ 5 ਕਿਲੋ ਪਰ ਜੀ ਦੇ ਹਿਸਾਬ ਨਾਲ ਮਿਲਦਾ, ਉਹਦਾ ਗੁਜ਼ਾਰਾ ਵਿਚਾਰੇ ਦਾ ਚੱਲ ਜਾਂਦਾ ਆ ਜੀ। ਉਧਰੋਂ ਨਰੇਗਾ ਆ, ਕਿੱਥੇ ਦੇਸ਼ ਕਿੱਥੇ ਖੜਾ ਆ ਇਸ ਵੇਲੇ? ਸਿਰਫ 3 ਵਕਤ ਦੀ ਰੋਟੀ ਤੇ ਖੜਾ, ਜਿਹੜੀ ਕਾਂਗਰਸ ਨੇ ਉਸ ਵੇਲੇ ਗਰੀਬ ਵਾਸਤੇ ਪਿਛਲੀ ਸਰਕਾਰ ਦੇ ਕੇ ਗਈ। ਨਰੇਗਾ ਦੇਗੀ, ਜਿਸ ਤੋਂ 24-25 ਹਜ਼ਾਰ ਰੁਪਈਆ ਸਾਲ ਦਾ ਆ ਜਾਂਦਾ ਆ ਜੀ। ਤੇ ਫੂਡ ਸਿਕਿਉਰਿਟੀ ਬਿੱਲ ਦੇਗੀ, ਜਿਹਦੇ ਤੋਂ ਕਣਕ ਮਿਲ ਜਾਂਦੀ ਹੈ। ਤਾਂ ਮੋਦੀ ਨੇ ਤਾਂ ਭੁੱਖੇ ਮਾਰ ਦੇਣੇ ਸੀ ਜੇ ਇਹ ਦੋ ਸਕੀਮਾਂ ਨਾ ਹੁੰਦੀਆਂ। ਇਹਨੂੰ ਵੀ ਨਰੇਗਾ ਦਾ ਬਿੱਲ ਪੈਸਾ ਕਿੰਨਾ ਘਟਾਤਾ ਪਤਾ ਹੈ ਜੀ? ਕਾਫੀ ਘਟਾਇਆ। ਨਰੇਗਾ ਦਾ ਤਕਰੀਬਨ ਮੇਰੇ ਖਿਆਲ 'ਚ 20% ਘਟਾਤਾ, ਨਾ 30-35% ਘਟਾਤਾ। ਤੇ ਇਸੇ ਤਰੀਕੇ ਨਾਲ PDS ਸਿਸਟਮ ਨੂੰ ਮਾਰਨਗੇ, ਫੇਰ ਕੌਣ ਕਹੂਗਾ? ਸਰਕਾਰ ਦਾ ਜਿਹੜਾ ਅੱਜ 70,000 ਕਰੋੜ ਰੁਪਈਆ ਪੰਜਾਬ ਦੀ ਇਕਨੋਮੀ ਦੇ ਵਿੱਚ ਹਰ ਸਾਲ ਤਕਰੀਬਨ 70,000 ਕਰੋੜ ਰੁਪਈਆ MSP ਦਾ ਹੁੰਦਾ ਆ। 10 ਤੋਂ 12 ਲੱਖ ਕਿਸਾਨ ਦੇ ਖਾਤੇ 'ਚ, ਤੁਹਾਡੇ 'ਚ, ਮੇਰੇ 'ਚ, ਹੋਰਾਂ ਦਿਆਂ 'ਚ, ਕਿਸੇ 'ਚ ਲੱਖ, ਕਿਸੇ 'ਚ 2 ਲੱਖ, ਕਿਸੇ 'ਚ 3 ਲੱਖ। ਫਿਰ ਉਹ ਸਾਡੀ ਪੰਜਾਬ ਦੀ ਆਰਥਿਕਤਾ ਦੇ ਵਿੱਚ ਘੁੰਮਦਾ ਆ। ਇਹ ਸਾਡਾ ਪੈਟਰੋਲ ਹੈ, ਜਿੱਥੋਂ ਪੰਜਾਬ ਚੱਲਦਾ ਆ, ਜਿੱਥੋਂ ਅਸੀਂ ਕਹਿੰਦੇ ਆ ਕਿ ਪੰਜਾਬ ਪ੍ਰਫੁੱਲਤ ਹੈ। ਉਹਦੇ ਵਿੱਚੋਂ ਹੀ ਤਕਰੀਬਨ ਜਿਹੜਾ 3600-4000 ਕਰੋੜ ਰੁਪਈਆ ਜਿਹੜਾ ਸਾਨੂੰ ਮੰਡੀ ਫੀਸ ਆਉਂਦੀ ਹੈ, ਉਹਦੇ ਵਿੱਚੋਂ ਹੀ ਸਾਡੀਆਂ 62,000 ਕਿਲੋਮੀਟਰ ਸੜਕਾਂ ਨੇ। ਇੱਕ ਪਿੰਡ 'ਚੋਂ 4 ਸੜਕਾਂ ਕੱਢਤੀਆਂ। ਜਾ ਕੇ UP ਵੇਖੋ, ਬਿਹਾਰ ਵੇਖੋ, ਵੈਸਟ ਬੰਗਾਲ ਵੇਖੋ, ਛੱਤੀਸਗੜ੍ਹ ਵੇਖੋ, ਉੜੀਸਾ ਵੇਖੋ, ਗੁਜਰਾਤ ਵੇਖੋ, ਸੜਕ ਨਹੀਂ ਦਿਖਦੀ ਪਿੰਡ ਦੇ ਵਿੱਚ। ਇੱਕ ਸੜਕ ਚਲੇ ਜੇ ਤਾਂ ਉਹ ਨਾ ਸੁੱਖਣਾ ਸੁੱਖਦੇ ਆ, ਤੇ ਇੱਥੇ 4 ਸੜਕਾਂ ਨੇ। ਮੇਰੇ ਇੱਕ ਪਿੰਡ 'ਚੋਂ ਕਈਆਂ 'ਚੋਂ 5 ਸੜਕਾਂ ਵੀ ਨਿਕਲੀਆਂ ਨੇ। ਉਹਨਾਂ ਨੂੰ ਬਣਾਇਆ ਕਿੱਥੋਂ ਤੁਸੀਂ? ਉਹਨਾਂ ਦੀ ਰਿਪੇਅਰ ਕਿੱਥੋਂ ਕਰੋਗੇ ਤੁਸੀਂ? ਇੱਕ ਨਾਗਰਾ ਸਾਹਿਬ, ਮੈਨੂੰ ਲੱਗਦਾ ਕਿ ਵੀ ਇਹ ਆਪਾਂ ਠੀਕ ਟਰੈਕ ਤੇ ਚੱਲ ਰਹੇ ਹਾਂ, ਪਰ ਇਹਦੇ 'ਚ ਜਿਹੜਾ ਹੁਣ ਵਿਰੋਧੀ ਪਾਰਟੀਆਂ ਤੁਹਾਡੇ ਤੇ ਦੋਸ਼ ਲਾਉਂਦੀਆਂ ਕਿ ਕਾਂਗਰਸ ਪਾਰਟੀ ਤਾਂ ਆਪ ਮੈਨੀਫੈਸਟੋ 'ਚ ਲਿਖੀ ਫਿਰਦੀ ਸੀ, ਪਲੱਸ ਜਦੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਂਦੇ ਹਾਂ ਤੇ ਜਿਹੜੇ 90 ਦੇ ਦਹਾਕੇ ਦਾ WTO ਵਾਲਾ ਸਮਝੌਤਾ, ਜਦੋਂ ਨਰਸਿਮਹਾ ਰਾਓ ਦੀ ਸਰਕਾਰ ਸੀ, ਉਹ ਵੀ ਕਾਂਗਰਸ ਸਰਕਾਰ ਸੀ। ਉਸ ਤੋਂ ਬਾਅਦ 2017 ਤੱਕ ਜਦੋਂ ਗੱਲ ਚੱਲਦੀ ਕਿ MSP ਆਪਾਂ ਖਤਮ ਕਰਨੀ, ਕੇਂਦਰ 'ਚ ਵੀ ਤੁਹਾਡੀ ਸਰਕਾਰ ਰਹੀ। ਪੰਜਾਬ ਵਾਲੇ ਮੈਨੀਫੈਸਟੋ ਨੂੰ ਵੀ ਕੱਢ ਕੇ ਵਿਰੋਧੀਆਂ ਨੇ ਹੁਣ ਵਾਲੇ ਬਿੱਲ ਰੱਖਦੇ ਦੌਰਾਨ ਪਾਰਲੀਮੈਂਟ 'ਚ ਰੱਖਿਆ। ਉਹ ਫਿਰ ਕੀ ਘੁੰਡੀ ਆ? ਉਹਦੇ ਤੁਹਾਡਾ ਨਾਂ ਕਿਉਂ ਵੱਜਦਾ? ਕੁਛ ਨਹੀਂ, ਤੁਸੀਂ ਚੰਗੀ ਤਰ੍ਹਾਂ ਪੜ੍ਹੋ ਔਰ ਉਹਦੀਆਂ ਕਲੌਜ਼ਸ ਪੜ੍ਹੋ ਜੀ। ਮੰਡੀਕਰਨ ਸਿਸਟਮ ਜਿਹੜਾ APMC ਹੈਗਾ ਆ, ਉਹਦੇ ਤੇ ਜਿਹੜੀ ਇਹ ਗੱਲ ਕਰਦੇ ਨੇ ਜੀ, ਅਸੀਂ ਉਹਨੂੰ ਤੋੜਨ ਦੀ ਕਿਤੇ ਗੱਲ ਨਹੀਂ ਕੀਤੀ, ਉਹਨੂੰ ਖਤਮ ਕਰਨ ਦੀ ਕਿਤੇ ਗੱਲ ਨਹੀਂ ਕੀਤੀ ਹੈਗੀ ਵੀ ਹਾਂ। ਉਹਦਾ ਇਹ ਹੈ ਕਿ ਉਹਦਾ ਏਰੀਆ ਘਟਾਉਣ ਦੀ ਗੱਲ ਕੀਤੀ ਹੈ। ਅੱਜ ਆਪਣੇ ਕਰੋਨਾ ਦੇ ਵਿੱਚ ਆਪਾਂ ਨੇ ਪਿਛਲੀ ਜਿਹੜੀ ਪ੍ਰੋਕਿਉਰਮੈਂਟ ਕੀਤੀ ਹੈ, ਹੁਣ ਪ੍ਰੋਕਿਉਰਮੈਂਟ ਕਰਨ ਲੱਗੇ ਆ ਨਾ ਪੈਡੀ ਦੀ, ਪਹਿਲਾਂ ਕੀਤੀ ਕਣਕ ਦੀ। ਆਪਾਂ ਕਿਵੇਂ ਕੀਤੀ? ਸੋਸ਼ਲ ਡਿਸਟੈਂਸਿੰਗ ਨੂੰ ਬਚਾਉਣ ਲਈ ਅਸੀਂ ਕੀ ਕੀਤਾ? ਜਿਹੜੇ ਮੰਡੀ ਦੇ ਪੱਕੇ ਯਾਰਡ ਨੇ, ਜਿਹੜੇ ਕੱਚੇ ਯਾਰਡ ਨੇ,
ਫਿਰ ਅਸੀਂ ਵੇਖਿਆ, ਫਿਰ ਅਸੀਂ ਸ਼ੈਲਰ ਵਾਲਿਆਂ ਨੂੰ ਕਿਹਾ ਯਾਰ ਤੁਹਾਡੇ ਵੀ ਲਾਵਾਂਗੇ ਅਸੀਂ। ਫਿਰ ਅਸੀਂ ਹੋਰ ਵੇਖਿਆ ਵੀ ਜਿੱਥੇ ਕਿਤੇ ਖੁੱਲੀ ਥਾਂ ਹੈਗੀ ਆ, ਕੋਈ ਸਕੂਲ ਦਾ ਗਰਾਊਂਡ ਹੈਗਾ ਜੀ, ਕੋਈ ਹੋਰ ਹੈਗਾ, ਅਸੀਂ ਛੋਟੀਆਂ ਮੰਡੀਆਂ ਬਣਾਤੀਆਂ, ਜਿੱਥੇ ਜਿੱਥੇ ਕਿਸਾਨ ਆਵੇ, ਥੋੜਾ ਕਿਸਾਨ ਆਵੇ, ਉੱਥੇ ਦਾ ਉੱਥੇ ਆਪਣਾ ਸਮਾਨ ਵੇਚੇ ਤੇ ਉੱਥੋਂ ਚਲੇ ਜੇ। ਅੱਜ ਕਈ ਮੰਡੀਆਂ ਦੇ ਵਿੱਚ 35-35 40-40 ਕਿਲੋਮੀਟਰ ਦੂਰ ਨੇ ਜਾਣਾ ਪੈਂਦਾ ਹੈ ਜੀ। ਉਹਨੂੰ ਨੇੜੇ ਕਰਨ ਦਾ ਇੱਕ ਸਮਾਲ ਡਿਸਟੈਂਸ ਦੇ ਉੱਤੇ ਉਹਦਾ ਉਹ ਹੈ, ਉਹਨੂੰ ਬਿਲਕੁਲ ਕੁਝ ਕਿਤੇ ਨਹੀਂ ਇਹ ਹੈਗਾ। ਤੁਸੀਂ ਦੇਖੋ, ਤੁਹਾਡਾ ਕਹਿਣ ਤੋਂ ਭਾਵ ਇਹ ਸੀ ਕਿ ਵੀ ਜਿਹੜਾ ਸਰਕਾਰੀ ਤੰਤਰ ਦਾ ਖਰੀਦ ਦਾ ਜੋ ਤਰੀਕਾ, ਉਹਨੂੰ ਨਹੀਂ ਤੁਸੀਂ ਛੇੜਨ ਦੀ ਗੱਲ ਕੀਤੀ, ਨਾ ਮੰਡੀਆਂ ਵਧਾਉਣ ਦੀ ਗੱਲ ਕੀਤੀ। ਮੰਡੀਆਂ ਵਧਾਉਣ ਦੀ ਗੱਲ ਸੀਗੀ ਉਹਦੇ ਵਿੱਚ ਕਿ ਇਹਦੇ ਖਿੱਤੇ ਨੂੰ ਛੋਟਾ ਕੀਤਾ ਜਾਵੇ ਤਾਂ ਕਿ ਕਿਸਾਨ ਨੂੰ ਲੰਬਾ ਨਾ ਜਾਣਾ ਪਵੇ, ਦੂਰ ਨਾ ਜਾਣਾ ਪਵੇ ਜੀ, ਤੇ ਫੇਰ ਜਾ ਕੇ ਭੀੜ ਨਾ ਲੱਗੇ। ਸੋ ਉਹ ਚੀਜ਼ ਜਿਹੜੀ ਹੈਗੀ ਆ ਉਹਦੇ ਵਿੱਚ ਸੀਗੀ। ਗੱਲ ਇਹ ਹੈ ਕਿ ਬੀਜੇਪੀ ਦਾ ਜਿਹੜਾ ਮੀਡੀਆ ਦਾ ਤੰਤਰ ਹੈ, ਜਿਹੜਾ ਇਹਨਾਂ ਨੇ ਇੰਸਟੀਟਿਊਸ਼ਨਸ ਦੇ ਉੱਤੇ ਕਬਜ਼ਾ ਕੀਤਾ, ਚਾਹੇ ਸੁਪਰੀਮ ਕੋਰਟ ਹੈ, ਚਾਹੇ ਉਹ ਮੀਡੀਆ ਆ, ਚਾਹੇ ਉਹ ਸਾਡੀ ਇਸ ਵੇਲੇ ਤਾਂ ਡਿਫੈਂਸ ਵੀ ਹੈ, ਚਾਹੇ ਉਹ ਸਾਡਾ ਮਤਲਬ ਕੋਈ ਹੋਰ ਅਦਾਰਾ, ਚਾਹੇ CBI ਹੈ, ਚਾਹੇ ਕਿਸੇ ਤਰ੍ਹਾਂ ਦੇ ਜਿੰਨੇ ਵੀ ਇੰਸਟੀਟਿਊਸ਼ਨ ਜਿਹੜੇ ਦੇਸ਼ ਦੇ ਵਿੱਚ ਰਾਖੀ ਕਰਦੇ ਸੀ ਲੋਕਤੰਤਰ ਦੀ ਔਰ ਰਾਖੀ ਕਰਦੇ ਸੀ ਲੋਕਾਂ ਦੇ ਹਿੱਤਾਂ ਦੀ, ਉਹ ਸਾਰਿਆਂ ਦੇ ਉੱਤੇ ਤਾਂ ਜਿਵੇਂ ਦੇ ਫੈਸਲੇ ਚਾਹੁੰਦੇ ਨੇ ਉਵੇਂ ਦੇ ਹੋ ਰਹੇ ਨੇ। ਅੱਜ ED ਉੱਥੇ ਚਲੇ ਜਾਂਦੀ ਹੈ ਜਿੱਥੇ ਇਹਨਾਂ ਨੇ ਸਰਕਾਰ ਤੋੜਨੀ ਹੁੰਦੀ ਹੈ ਜੀ। ਬਾਦਲ ਦੇ ਉੱਤੇ ਤਾਂ ਅਜੇ ਤੱਕ ED ਨਹੀਂ ਭੇਜੀ ਇਹਨਾਂ ਨੇ ਜੀ। ਮਜੀਠੀਏ ਦੇ ਉੱਤੇ ਅਜੇ ਤੱਕ ਨਹੀਂ ED ਭੇਜੀ ਇਹਨਾਂ ਨੇ। ED ਦਾ ਪਿਆ ਹੋਇਆ ਜਿਹੜਾ ਪਲੰਦਾ ਆ ਉੱਥੇ ਦਾ ਉੱਥੇ ਹੀ ਪਿਆ ਆ ਜੋ ਮਜੀਠੀਏ ਦੇ ਬਾਰੇ 'ਚ ਲਿਖਿਆ। ਕਿਉਂ ਨਹੀਂ ਦਿੰਦੇ ਬਾਹਰ ਜੀ? ਪਰ ਉਹ ਤਾਂ ਦੋਸ਼ ਤਾਂ ਤੁਹਾਡੇ ਤੇ ਲਾਉਂਦੇ। ਉਹ ਕਹਿੰਦੇ ਜੇ ਕੋਈ ਨੁਕਸੀ ਤੇ ਕਾਂਗਰਸ ਸਰਕਾਰ ਕਹਿੰਦੀ ਸੀ ਅਸੀਂ ਮਜੀਠੀਆ ਸਾਹਿਬ ਨੂੰ ਅੰਦਰ ਕਰਨਾ ਹੋਵੇ ਕਰ ਦਿਓ, ਉਹ ਤਾਂ ਤੁਹਾਡੇ ਤੇ ਦੋਸ਼ ਲਾਉਂਦੇ ਜੀ। ਕੌਣ ਕਿੱਥੇ ਹੈ? ਅਕਾਲੀ ਦਲ CBI ਕੋਲੇ ਤੁਰੇ ਫਿਰਦੇ ਨੇ। ਅਕਾਲੀ ਦਲ ਕਹਿੰਦਾ ਜੀ ਕਿ ਦੇਖੋ ਮੇਰੀ ਗੱਲ ਸੁਣੋ, ਜਿਹੜੇ ਕੇਸ ਨੇ ਉਹ ਕਿੱਥੇ ਨੇ ਪਏ ਜੀ? ਉਹ ਤਾਂ ਕੇਂਦਰ ਕੋਲੇ ਹੈ ਫਿਰ, ਜਾਂ ਹਾਈ ਕੋਰਟ ਪਏ ਨੇ। ਤੁਸੀਂ ਸੋਚੋ ਇਸ਼ਾਰਾ ਕਿੱਧਰ ਨੂੰ ਹੈ। ਚਲੋ ਅੱਛਾ, ਇੱਕ ਗੱਲ ਤੁਸੀਂ ਅਕਾਲੀ ਦਲ ਦੀ ਗੱਲ ਛੇੜ ਹੀ ਲਈ ਹੈ। ਅਕਾਲੀ ਦਲ ਪਿਛਲੇ ਇੰਨੇ ਮਹੀਨੇ ਕਹਿੰਦਾ ਰਿਹਾ ਕਿ ਵੀ ਬਿੱਲ ਠੀਕ ਹੈ, ਐਨ ਮੌਕੇ 'ਤੇ ਆ ਕੇ ਉਹਨਾਂ ਨੇ ਮੋੜਾ ਕੱਟਿਆ ਜਦੋਂ ਤੁਸੀਂ ਵੀ ਅਸਤੀਫਾ ਦਿੱਤਾ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ। ਤੁਸੀਂ ਆਪਣੇ ਅਸਤੀਫੇ ਨੂੰ ਜਸਟੀਫਾਈ ਕਰਤਾ ਵੀ ਇੱਕ ਕਿਸਾਨ ਦਾ ਪੁੱਤ ਸੀਗਾ ਅਤੇ ਮੈਨੂੰ ਦੁੱਖ ਲੱਗਿਆ ਵੀ ਯਾਰ ਮੇਰੀ ਮਿੱਟੀ ਖੋਹਦੇ ਆ ਅਤੇ ਮੈਂ ਇਸ ਦਿਨ ਦਾ ਸਾਕਸ਼ੀ ਨਹੀਂ ਬਣਨਾ ਚਾਹੁੰਦਾ। ਉਹਨਾਂ ਦੇ ਇਸ ਮੋੜੇ ਨੂੰ ਕੀ ਦੇਖਦੇ ਹੋ? ਸਿਆਸਤ ਦੇਖਦੇ ਹੋ ਜਾਂ ਉਹਨਾਂ ਨੂੰ ਵੀ ਬਾਅਦ 'ਚ ਸਮਝ ਆਈ ਕਹਾਣੀ ਕੁਛ ਇੱਦਾਂ ਦੀ ਗੱਲ? ਨਹੀਂ ਦੇਖੋ, ਜਿਹੜੀ ਭੈਣ ਹਰਸਿਮਰਤ ਦਾ ਅਸਤੀਫਾ ਆ ਉਹ ਤੇ ਜਿਵੇਂ ਕਹਿ ਦਈਏ ਡਰ ਤੇ ਸਹਿਮ ਦਾ ਅਸਤੀਫਾ ਹੈ ਜੀ, ਔਰ ਬੜੇ ਭਰੇ ਮਨ ਨਾਲ ਦਿੱਤਾ। ਤੁਸੀਂ ਉਹਦੀ ਸ਼ਕਲ ਵੇਖੀ ਸੀ ਜਿੱਦਣ ਅਸਤੀਫਾ ਦਿੱਤਾ ਸੀ? ਨਹੀਂ, ਐਲੈਬੋਰੇਟ ਤਾਂ ਤੁਸੀਂ ਕਰੋਗੇ। ਮੈਂ ਵੀ ਤੁਹਾਡੇ ਕੋਲ ਬੈਠਾ ਆ, ਮੈਨੂੰ ਮਾਣ ਹੈ। ਮੈਂ ਉਦੋਂ ਦਾ ਹੀ ਕਹਿਣਾ, ਸਿਰ ਮਨ ਤੋਂ ਬੋਝ ਉਤਰਿਆ ਹੋਇਆ ਉਦੋਂ ਦਾ ਜੀ, ਵੀ ਕੁਰਸੀ ਛੱਡਤੀ, ਬੋਝ ਉਤਰਿਆ ਹੋਇਆ ਹੈ। ਬੋਝ ਕਿਸ ਗੱਲ ਦਾ ਸੀਗਾ ਵੀ ਯਾਰ ਮੈਂ ਆਪਣੇ ਉਸ ਕਿਸਾਨ ਨਾਲ, ਮੈਂ ਉਸ ਧਰਤੀ ਨਾਲ ਬਤੌਰ ਸੋਲਜਰ ਖੜਾ ਹੋਣਾ ਚਾਹੁੰਦਾ ਆ, ਬਤੌਰ ਲੀਡਰ ਨਹੀਂ ਖੜਾ ਹੋਣਾ ਚਾਹੁੰਦਾ। ਇੱਕ ਸਿਪਾਹੀ ਦੇ ਰੂਪ ਦੇ ਵਿੱਚ, ਇੱਕ ਸੰਘਰਸ਼ ਵਾਲੇ ਸਾਥੀ ਦੇ ਰੂਪ ਦੇ ਵਿੱਚ ਖੜਾ ਹੋਣਾ ਚਾਹੁੰਦਾ। ਇੱਕ ਵੀ ਆਵਾਜ਼ ਜਿਹੜੀ ਉੱਠਦੀ ਸੀਗੀ ਜਦੋਂ ਧਰਨਿਆਂ 'ਚ ਕਹਿੰਦੇ ਸੀਗੇ ਇਹ ਲੀਡਰ ਤੇ ਕੁਰਸੀਆਂ ਬਚਾਉਣ ਨੂੰ ਬੈਠੇ ਨੇ, ਇਹ ਤਾਂ ਸਾਡੇ ਕੋਲੇ ਆ ਕੇ ਆਪਣੇ ਭਾਸ਼ਣਾਂ ਦੇ ਕੇ ਚਾਣ ਵਾਲੇ ਬੈਠੇ ਨੇ, ਇਹਨਾਂ ਨੂੰ ਸਾਡਾ ਕਾਹਦਾ ਦਰਦ ਹੈ ਉਹਦੇ ਤੇ ਉਹਨਾਂ ਦਾ ਕੀ ਸੀ? ਮੈਨੂੰ ਇੱਕ ਗੱਲ ਦੱਸੋ ਜੀ, ਜਿੱਦਣ ਕੈਬਨਿਟ ਦੀ ਮੀਟਿੰਗ ਸੱਦੀ ਜਾਂਦੀ ਹੈ, ਕੈਬਨਿਟ ਮਿਨਿਸਟਰ ਨੂੰ ਏਜੰਡਾ ਮੇਰੇ ਖਿਆਲ 'ਚ 2 ਦਿਨ ਪਹਿਲਾਂ ਚਲੇ ਜਾਂਦਾ ਹੈ ਜੀ, ਵੀ ਕਿਹਦੇ ਤੇ ਗੱਲ ਕਰਨੀ ਹੈ, ਕਿਹਦੇ ਤੇ ਮੀਟਿੰਗ ਹੋਣੀ ਹੈ। ਸਾਡੀ ਭੈਣ ਜਿਹੜੀ ਹੈ ਉਹ ਬੜੀ ਪੜ੍ਹੀ ਲਿਖੀ ਹੈ, ਬੜੀ ਵਧੀਆ ਅੰਗਰੇਜ਼ੀ ਬੋਲਦੀ ਹੈ, ਬੜੀ ਵਧੀਆ ਹਿੰਦੀ ਬੋਲਦੀ ਹੈ, ਪੰਜਾਬੀ ਤਾਂ ਚਲੋ ਵਿਚਾਰੀ ਬੋਲ ਹੀ ਲੈਂਦੀ ਹੈ ਜਿਹੋ ਜਿਹੀ ਬੋਲਦੀ ਹੈ। ਪਰ ਜਿਹੜੇ 2 ਲੈਂਗੁਏਜ ਉੱਥੇ ਚੱਲਦੀਆਂ ਨੇ ਦਿੱਲੀ ਦੇ ਵਿੱਚ, ਉਹ ਤਾਂ ਉਹਦੀਆਂ ਐਨ ਪਰਫੈਕਟ ਨੇ ਜੀ। ਔਰ ਮੇਰੇ ਖਿਆਲ 'ਚ ਉਹਨੇ ਏਜੰਡਾ ਵੀ ਬੜੇ ਗੌਰ ਨਾਲ ਪੜ੍ਹਿਆ ਹੋਊਗਾ। ਔਰ ਜਦੋਂ ਮੀਟਿੰਗ 'ਚ ਜਾਣ ਤੋਂ ਪਹਿਲਾਂ ਕੀ ਉਹਦਾ ਫਰਜ਼ ਨਹੀਂ ਸੀ ਬਣਦਾ ਕਿ ਆਪਣੀ ਪਾਰਟੀ ਦੀ ਮੀਟਿੰਗ ਕਰਦੀ ਕਿ ਆਹ ਏਜੰਡਾ ਆ ਗਿਆ, ਆਪਾਂ ਕਿਸਾਨ ਹਿਤੈਸ਼ੀ ਪਾਰਟੀ ਹੈ, ਮੈਨੂੰ ਇਹਦੇ ਤੇ ਕੀ ਅੰਡਰਸਟੈਂਡ ਲੈਣਾ ਚਾਹੀਦਾ। ਪਹਿਲੀ ਗੱਲ ਜਿਹੜੀ ਅਜੇ ਤੱਕ ਨਹੀਂ ਕਿਸੇ ਨੇ ਉਠਾਈ ਜੀ। ਇਹ ਗੱਲ ਕਰਦੇ ਤੁਸੀਂ ਜੂਨ ਦੀ, ਜੇ ਮੈਂ ਗਲਤ, ਜੂਨ ਦੀ 5 ਜੂਨ ਦੀ ਮੀਟਿੰਗ ਸੀਗੀ ਤੇ ਘੱਟੋ ਘੱਟ 3 ਜੂਨ ਨੂੰ ਇਹਨੂੰ ਏਜੰਡਾ ਮਿਲ ਗਿਆ ਹੋਊਗਾ। ਇਹ ਆਪਣੇ ਘੱਟੋ ਘੱਟ ਉਹਨਾਂ ਨਾਲ ਗੱਲ ਕਰਦੀ। ਫਿਰ ਜੇ ਇਹਨਾਂ ਦੀ ਪਾਰਟੀ ਦਾ ਫੈਸਲਾ ਹੁੰਦਾ ਵੀ ਆਪਾਂ ਨੇ ਅੰਦਰ ਨਹੀਂ ਭਾਈ ਤੂੰ ਇੱਦਾਂ ਇਹ ਤੇ ਲੜਨਾ ਆ, ਅੰਦਰ ਲੜਦੀ, ਇਹਦੀ ਗੱਲ ਨਾ ਮੰਨੀ ਜਾਂਦੀ,
ਤੇ ਇਹਨੂੰ ਪਤਾ ਨਹੀਂ ਸੀ ਉਦੋਂ ਕਿ ਹਾਂ ਵੀ ਇਹ ਕਿਸਾਨ ਵਿਰੋਧੀ ਹੈ, ਤੇ ਆ ਕੇ ਉਦੋਂ ਹੀ ਅਸਤੀਫਾ ਜਿਹੜਾ ਹੈਗਾ ਆ ਆਪਣਾ ਦਿੰਦੀ, ਤੇ ਇਹ ਕਹਾਣੀ ਇੱਥੋਂ ਤੱਕ ਪਹੁੰਚਣੀ ਹੋਣੀ ਸੀ ਜੀ। ਕੀ ਹੋਇਆ ਆ ਉਸ ਤੋਂ ਬਾਅਦ ਫਿਰ ਉਹਨੂੰ ਜਸਟੀਫਾਈ ਕਰਨ ਲੱਗ ਗਏ। ਫਿਰ ਸੁਖਬੀਰ ਸਿੰਘ ਬਾਦਲ ਜਸਟੀਫਾਈ ਕਰਨ, ਚੀਫ ਮਿਨਿਸਟਰ ਦੀ ਮੀਟਿੰਗ ਹੋਈ, ਆਲ ਪਾਰਟੀ ਮੀਟਿੰਗ ਜਿਹੜੀ ਇੱਥੇ ਸੱਦੀ ਗਈ, ਉਹਦੇ ਵਿੱਚ ਦੇਖੋ ਉਹਨੇ ਕਿਹਾ ਏਦਾਂ ਫੜ ਕੇ, ਤੁਸੀਂ ਪੱਤਰਕਾਰਾਂ ਨੇ ਦੇਖਿਆ ਹੀ ਹੈ ਵੀ ਹਾਂ ਜੀ ਆ ਦੇਖੋ ਮੈਂ ਇੱਕ ਇੱਕ ਸ਼ਬਦ ਪੜ੍ਹ ਲਿਆ, ਇੱਕ ਇੱਕ ਲਾਈਨ ਪੜ੍ਹ ਲਿਆ, ਮੈਨੂੰ ਤਾਂ ਇਹ ਕਿਸਾਨ ਵਿਰੋਧੀ ਕਿਤੇ ਲੱਗਦਾ ਹੀ ਨਹੀਂਗਾ। ਇਹ 15 ਜੂਨ ਦੀ ਗੱਲ ਆ, ਵੀਡੀਓ ਚੱਲ ਰਹੀ ਹੈ ਜੀ ਜੀ। ਉਹ ਕਹਿੰਦਾ ਕਿਸਾਨ ਵਿਰੋਧੀ ਲੱਗਦਾ ਹੀ ਨਹੀਂਗਾ। ਉਸ ਤੋਂ ਬਾਅਦ ਟਵਿੱਟਰ ਦੇ ਉੱਤੇ ਚਿੱਠੀ ਭੇਜਦਾ ਕ੍ਰਿਸ਼ੀ ਮੰਤਰੀ ਦੀ, ਫਿਰ ਕਹਿੰਦਾ ਜੀ ਦੇਖੋ ਕਿੱਡਾ ਵਧੀਆ ਆ, ਫਿਰ ਉੱਤੇ ਮੋਹਰ ਲਵਾਉਂਦਾ ਵੱਡੇ ਬਾਦਲ ਸਾਹਿਬ ਦੀ ਜੀ, ਲਾਈਵ ਕਰਕੇ ਵੀ ਉਹ ਕਹਿੰਦੇ ਨੇ ਤਾਂ ਕਿ ਲੋਕ ਮੇਰੀ ਤੇ ਸੁਣ ਨਹੀਂ ਰਹੇ, ਵੱਡੇ ਬਾਦਲ ਸਾਹਿਬ ਦੀ ਸੁਣ ਲੈਣਗੇ। ਤੇ ਫਿਰ ਕੀ ਹੋਇਆ, ਜਦੋਂ ਲੋਕਾਂ ਨੇ ਵੇਖਿਆ ਘਰ ਘੇਰ ਲਿਆ ਇਹਨਾਂ ਦਾ ਲੰਬੀ ਵਾਲਾ, ਤੇ ਬਠਿੰਡੇ ਕਹਿਤਾ ਵੀ ਹੁਣ ਇਹਨਾਂ ਨੇ ਲੀਡਰਾਂ ਨੂੰ ਕਹਿਤਾ ਤੁਹਾਨੂੰ ਪਿੰਡਾਂ 'ਚ ਤੇ ਤੁਹਾਡੇ ਘਰਾਂ 'ਚ ਵੜਨ ਨਹੀਂ ਦੇਣਾ। ਤੇ ਜਦੋਂ ਵੱਡੀ ਲੀਡਰਸ਼ਿਪ ਨੇ ਅਕਾਲੀ ਦਲ ਦੀ ਨੇ ਕਹਿਤਾ, ਵੱਡੇ ਵੱਡੇ ਲੀਡਰਾਂ ਨੇ, ਤੁਸੀਂ ਵੇਖਿਆ ਹੀ ਹੈ ਗੱਲਾਂ ਚੱਲਦੀਆਂ ਰਹੀਆਂ ਜੀ, ਫਲਾਣੇ ਦੇ ਘਰ ਜਾ ਰਿਹਾ ਸੁਖਬੀਰ, ਕਦੀ ਚੰਦੂ ਮਾਜਰਾ ਦੇ ਸਾਹਿਬ ਦੇ ਘਰ ਜਾ ਰਿਹਾ, ਕਦੀ ਕਿਸੇ ਦੇ ਜਾਂ ਭੁੰਦੜ ਦੇ ਜਾ ਰਿਹਾ, ਕਦੀ ਕਿਸੇ ਦੇ ਜਾ ਰਿਹਾ, ਮਨਾ ਰਿਹਾ ਆ। ਉਹਨਾਂ ਨੇ ਸਾਰਿਆਂ ਨੇ ਰਲ ਕੇ ਕਹਿਤਾ ਵੀ ਜਾਂ ਤਾਂ ਇਹਦਾ ਵਿਰੋਧ ਕਰ ਲਓ, ਨਹੀਂ ਤਾਂ ਅਸੀਂ ਵੀ ਪਾਈ ਚੱਲੇ ਆ ਜਿਵੇਂ ਢੀਂਡਸਾ ਗਿਆ ਹੈ ਜੀ। ਤੇ ਇਸ ਪ੍ਰੈਸ਼ਰ ਦੇ ਥੱਲੇ ਤੇ ਕਿਸਾਨ ਜਥੇਬੰਦੀਆਂ ਦੇ ਘਰਾਓ ਦੇ ਥੱਲੇ ਤੇ ਪਿੰਡਾਂ 'ਚ ਲੋਕਾਂ ਨੇ ਜਿਹੜਾ ਬਾਈਕਾਟ ਦਾ ਦਿੱਤਾ ਆਹਵਾਨ, ਉਹਦੇ ਡਰ ਦੇ ਥੱਲੇ ਫਿਰ ਇਹਨਾਂ ਨੂੰ 3 ਦਿਨ ਪਹਿਲਾਂ ਫੈਸਲਾ ਲੈਣਾ ਪਿਆ ਵੀ ਨਹੀਂ ਮਰ ਜਾਵਾਂਗੇ, ਮਰ ਕੀ ਜਾਵਾਂਗੇ ਸਿਆਸੀ ਤੌਰ ਤੇ। ਇਹਨਾਂ ਨੂੰ ਪਤਾ ਲੱਗਿਆ ਲੋਕਾਂ ਨੇ ਸਾਨੂੰ ਸਾਡੇ ਘਰਾਂ 'ਚ ਨਹੀਂ ਵੜਨ ਦੇਣਾ। ਲੋਕ ਤਾਂ ਇਹ ਕਹਿੰਦੇ ਸੀ ਇਹਨਾਂ ਦੇ ਬਾਦਲ ਵਾਲੇ ਫਾਰਮ ਤੇ ਕਬਜ਼ਾ ਕਰਾਂਗੇ ਜੀ। ਸੋ ਗੱਲ ਤਾਂ ਇਹ ਹੈ ਵੀ ਉਹ ਜਿਹੜਾ ਚੀਜ਼ ਸੀਗੀ, ਫਿਰ ਸਾਰਾ ਕੁਝ ਜਾਂਦਾ ਦੇਖ ਕੇ ਇਹਨਾਂ ਨੇ ਫਿਰ ਥੋੜਾ ਜਿਹਾ ਜਿਹੜਾ ਇਹਨਾਂ ਚੀਚੀ ਨੂੰ ਖੂਨ ਲਾ ਲਿਆ। ਨਹੀਂ ਨਾਗਰਾ ਸਾਹਿਬ ਅਗਲੇ ਕਹਿੰਦੇ ਵੀ ਏਡੀ ਵੱਡੀ ਕੁਰਸੀ ਕੋਈ ਛੱਡਦਾ ਹੀ ਛੱਡੀ ਆ, ਛੱਡੀ ਨਹੀਂ ਛਡਵਾਈ ਹੈ ਜੀ। ਆ ਜਿਹੜੇ ਬੈਠੇ ਨੇ ਨਾ ਲੰਬੀ, ਛਡਵਾਈ ਹੈ। ਕਿਸਾਨ ਜਥੇਬੰਦੀਆਂ ਨੂੰ ਸਲੂਟ ਜਾਂਦਾ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ। ਅੱਛਾ, ਇਹਦਾ ਇੱਕ ਦੂਜਾ ਪੱਖ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੋਸ਼ ਲਾਉਂਦਾ ਕਾਂਗਰਸ ਪਾਰਟੀ ਤੇ ਕਿ ਮੁੱਖ ਮੰਤਰੀ ਸਾਹਿਬ ਕੋਲੇ ਇਹ ਬਹੁਤ ਪਹਿਲਾਂ ਜਿਹੜੀ ਉਹ ਹਾਈ ਪਾਵਰ ਕਮੇਟੀ ਬਣੀ ਸੀ ਸੰਸਦ ਦੀ, ਉਹਦਾ ਏਜੰਡਾ ਵੀ ਆ ਗਿਆ ਸੀ ਤੇ ਮੁੱਖ ਮੰਤਰੀ ਸਾਹਿਬ ਦੀ ਸ਼ਮੂਲੀਅਤ ਵੀ ਹੈ ਵਿੱਚ, ਮਨਪ੍ਰੀਤ ਬਾਦਲ ਸਾਹਿਬ ਦੀ ਸ਼ਮੂਲੀਅਤ ਵੀ ਰਹੀ ਹੈ। ਉੱਥੇ ਸਾਰਾ ਕੁਝ ਡਿਸਕਸ ਹੋਇਆ ਤੇ ਫਿਰ ਜਦੋਂ ਪੰਜਾਬ ਸਰਕਾਰ ਵੱਲੋਂ ਵੀ ਇਸ ਚੀਜ਼ ਦੀ ਕਹਿ ਲਓ ਸਹਿਮਤੀ ਦਿੱਤੀ ਗਈ ਵੀ ਠੀਕ ਹੈ ਜੀ ਇਹ ਬਿੱਲ ਲੈ ਆਓ, ਫਿਰ ਅਸੀਂ ਇਹ ਸਾਰਾ ਕੁਝ ਪਾਸ ਕੀਤਾ। ਉਹਦਾ ਫਿਰ ਕੀ ਜਵਾਬ, ਉਹ ਕੀ ਕਹਾਣੀ? ਇੱਕ ਵੀ ਸ਼ਬਦ ਇਹੋ ਜਿਹਾ ਨਹੀਂਗਾ। ਉਹਦਾ ਰੋਜ਼ ਚਿੱਠੀ ਕੱਢੀ ਫਿਰਦੇ ਆ। ਕਿਹੜਾ ਚਿੱਠੀ ਦੱਸੋ ਤੇ ਸਹੀ, ਤੁਸੀਂ ਵੀ ਪੜ੍ਹੀ ਹੋਊਗੀ, ਦੱਸੋ ਚਿੱਠੀ ਕਿਹੜੀ ਹੈ ਜੀ। ਏਜੰਡਾ ਆਇਆ, ਏਜੰਡੇ 'ਚ ਕੋਈ ਆਰਡੀਨੈਂਸ ਦਾ ਜ਼ਿਕਰ ਨਹੀਂਗਾ, ਏਜੰਡੇ 'ਚ ਕੋਈ ਆਰਡੀਨੈਂਸ ਦਾ ਜ਼ਿਕਰ ਨਹੀਂਗਾ। ਜਿਹੜੀਆਂ ਮੀਟਿੰਗਾਂ ਨਾਰਮਲ ਕਰਦੇ ਹੈਗੇ ਨੇ ਉਹ ਮੀਟਿੰਗਾਂ ਸੀਗੀਆਂ, ਉਹ ਤਾਂ ਕੁਦਰਤੀ ਗਏ ਆ। ਮੁੜ ਕੇ ਜਦੋਂ ਇਹਨਾਂ ਨੇ ਜਿੱਦਣ ਇਹ ਗੱਲ ਕੀਤੀ ਹੈ, ਉਹਦੇ ਮਿੰਟਸ ਕੱਢੋ ਨਾ ਜੀ। ਮਿੰਟਸ ਦੇ ਵਿੱਚ ਕੀ ਹੈ, ਪੰਜਾਬ ਸਰਕਾਰ ਦੀਆਂ ਜਿੱਦਣ ਇਹਨਾਂ ਨੂੰ ਪਤਾ ਲੱਗਾ ਆ ਉਦਣ ਦੀਆਂ ਵਿਰੋਧ ਦੀਆਂ ਚਿੱਠੀਆਂ ਗਈਆਂ ਨੇ ਵੀ ਤੁਸੀਂ ਇਸ ਅੱਗ ਨਾਲ ਨਾ ਖੇਡਿਓ ਜੀ। ਵਿਰੋਧ ਦੀਆਂ ਚਿੱਠੀਆਂ ਗਈਆਂ ਨੇ। ਮੁੱਖ ਮੰਤਰੀ ਤਾਂ ਕਿਸੇ ਮੀਟਿੰਗ ਦਾ ਹਿੱਸਾ ਹੀ ਨਹੀਂ ਬਣੇ। ਉਹਨਾਂ ਵੱਲੋਂ ਖੇਤੀਬਾੜੀ ਮੰਤਰੀ ਵੱਲੋਂ ਦੇ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਕੋਈ ਸੈਕਟਰੀ ਵਗੈਰਾ ਜਿਹੜਾ ਵੀ ਕੋਈ ਗਿਆ ਜਾਂ ਮਨਪ੍ਰੀਤ ਬਾਦਲ ਵੀ ਗਏ ਨੇ, ਉੱਥੇ ਤਾਂ ਕੋਈ ਇਸ ਏਜੰਡੇ ਦੀ ਗੱਲ ਹੀ। ਮਿੰਟਸ ਕੱਢੋ ਨਾ, ਉਹ ਲਿਆਓ ਕੱਢ ਕੇ ਮਿੰਟਸ ਬਾਹਰ। ਇੰਨੇ ਦਿਨ ਕਿਉਂ ਲੱਗਦੇ ਨੇ? ਮੋਦੀ ਦੀ ਸਰਕਾਰ 'ਚ ਤਾਂ ਮਿੰਟ ਦੇ ਵਿੱਚ ਜਿਹੜੇ ਆ ਉਹ ਕਈ ਵਾਰੀ ਤਾਂ ਸ਼ਬਦ ਵੀ ਗਲਤ ਲੈ ਕੇ ਕਹਿੰਦੇ ਨੇ, ਇੱਕ ਵਾਰੀ ਚਲਾ ਦਿਓ ਮੀਡੀਆ 'ਚ ਦੇਖੀ ਜਾਓਗੇ, ਆਪ ਹੀ ਜਵਾਬ ਦਿੰਦੇ ਰਹਿਣਗੇ। ਉਹ ਵੀ ਦੇ ਦਿਓ, ਉਹੋ ਜਿਹੀ ਦੇ ਦਿਓ ਸਾਨੂੰ ਕੋਈ। ਅੱਛਾ ਜੀ, ਦੇਖੋ ਬਿਲਕੁਲ ਕਲੀਅਰ ਗੱਲ ਜੀ। ਔਰ ਇਸ ਗੱਲ ਦੇ ਉੱਤੇ ਅਸੀਂ ਤਾਂ ਬੜੇ ਸਪਸ਼ਟ ਹੈ। ਤੇ ਜੇ ਕੋਈ ਇਹੋ ਜਿਹੀ ਗੱਲ ਕੀਤੀ ਹੁੰਦੀ ਤੇ ਵਿਧਾਨ ਸਭਾ 'ਚ ਆਉਂਦੇ ਨਾ ਲੈ ਕੇ। ਜਿੱਦਣ ਰਿਜੈਕਟ ਕੀਤਾ ਸੀ ਆਰਡੀਨੈਂਸ ਨੂੰ, ਉਦੋਂ ਪਹਿਲਾਂ ਤਾਂ ਵੜੇ ਨਹੀਂ ਗਏ। ਤੇ ਜਿਹੜੇ 2 ਬੀਜੇਪੀ ਦੇ ਉੱਥੇ ਐਮਐਲਏ ਬੈਠੇ ਸੀ ਉਹਨਾਂ ਨੂੰ ਕਾਗਜ਼ ਤਾਂ ਦੇ ਕੇ ਭੇਜਦੇ, ਇਹ ਟੇਬਲ ਕਰਦੇ। ਘੱਟੋ ਘੱਟ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਤਾਂ ਆ ਜਾਂਦੀ ਨਾ, ਸ਼ਮੂਲੀਅਤ ਹੋ ਜਾਂਦੀ। ਤੇ ਕਿਉਂ ਨਹੀਂ ਕੀਤੇ? ਉੱਤੇ ਬੈਠੇ ਕਰੀ ਜਾਂਦੇ ਨੇ। ਕ੍ਰਿਸ਼ੀ ਮੰਤਰੀ ਨੇ ਮਾੜਾ ਜਿਹਾ ਬੋਲਤਾ ਤੇ ਉਸ ਤੋਂ ਬਾਅਦ ਕਹਿਤਾ ਜੀ ਇਦਾਂ ਹੋ ਗਿਆ ਕਿ ਇਹ ਤਾਂ ਬੀਜੇਪੀ ਦੀ ਸ਼ੁਰਲੀ ਹੈ। ਜਦੋਂ ਵੀ ਕਿਸੇ ਨੂੰ ਬਦਨਾਮ ਕਰਨਾ, ਜੇ ਰਾਹੁਲ ਗਾਂਧੀ ਨੂੰ ਬਦਨਾਮ ਕਰਨਾ ਤੇ ਉਹਦੀ ਅੱਖ ਦਿਖਾ ਦਿਓ, ਦੱਸੋ ਕੀ ਹੈ ਜੀ। ਇੱਕ ਨਾਰਮਲ ਜੈਸਚਰ ਜਿਹੜਾ ਹੈਗਾ ਆ, ਉਹਨੂੰ ਤੁਸੀਂ ਟੀਵੀ ਮੀਡੀਆ ਦੇ ਉੱਤੇ ਲਾ 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 ਕਰਕੇ ਦਿਖਾ ਦਿਓ। ਕੋਈ ਗੱਲ ਪਤੇ ਦੀ ਕਰੋ ਤੇ ਤਾਂ ਤੇ ਗੱਲ ਹੈ, ਕਿਸੇ ਤੱਥ ਦੇ ਆਧਾਰ ਤੇ ਗੱਲ ਕਰੋ। ਅੱਛਾ ਨਾਗਰਾ ਸਾਹਿਬ, ਆਪਾਂ ਪੰਜਾਬ ਸਰਕਾਰ ਦਾ ਕਿਹੜਾ ਹੋਰ ਸਟੈਂਡ ਹੈ, ਆਪਾਂ ਉਹਦੇ ਤੇ ਆਈਏ, ਕਿਉਂਕਿ ਹੁਣ ਤਾਂ ਬਿੱਲ ਪਾਸ ਹੋ ਗਏ, ਰਾਸ਼ਟਰਪਤੀ ਨੇ ਵੀ ਚਲੋ ਸਾਈਨ ਇੱਕ ਤਰ੍ਹਾਂ ਨਾਲ ਹੋ ਗਏ, ਬਣ ਗਿਆ ਕਾਨੂੰਨ। ਹੁਣ ਜਿਹੜਾ ਕਾਂਗਰਸ ਪਾਰਟੀ ਦਾ ਪੰਜਾਬ ਸਰਕਾਰ ਦਾ ਸਟੈਂਡ ਹੈ ਕਿ ਆਪਾਂ ਇਹਦੇ ਤੇ ਕਾਨੂੰਨੀ ਚਾਰਾਜੋਈ ਕਰਾਂਗੇ ਤੇ ਅਦਾਲਤਾਂ 'ਚ ਜਾ ਕੇ ਇਸ ਬਿੱਲ ਨੂੰ ਜਾਂ ਕਾਨੂੰਨ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ।
ਇਹ ਸਮਝਾਓ ਕਿ ਵੀ ਇਹ ਕਿਵੇਂ ਹੋ ਸਕਦਾ ਜਾਂ ਕਿਵੇਂ ਪੋਸੀਬਲ ਹੈਗਾ, ਜਾਂ ਤੁਹਾਨੂੰ ਲੱਗਦਾ ਕਿ ਵੀ ਇਸ ਰਸਤੇ ਤੇ ਜਾ ਕੇ ਆਪਾਂ ਕੋਈ ਬ੍ਰੇਕ ਲਾ ਸਕਦੇ ਹਾਂ, ਨੱਕਾ ਲਾਇਆ ਜਾ ਸਕਦਾ? ਦੇਖੋ ਗੱਲ ਇਹ ਹੈ, ਸਭ ਤੋਂ ਵੱਡਾ ਨੱਕਾ ਤਾਂ ਜਿਹੜਾ ਹੈਗਾ ਲੋਕਾਂ ਨੇ ਲਾਉਣਾ ਜੀ। ਲੋਕ ਅੱਜ ਤਿਆਰ ਨੇ ਨੱਕਾ ਲਾਉਣ ਨੂੰ। ਇਕੱਲੇ ਪੰਜਾਬ ਦੇ ਨਹੀਂ, ਹਰਿਆਣੇ ਦੇ ਨਹੀਂ, ਦੇਸ਼ ਦਾ ਕਿਸਾਨ ਇਕੱਠਾ ਹੋ ਰਿਹਾ ਜੀ, ਕਿਉਂਕਿ ਉਹਨੂੰ ਲੱਗਦਾ ਵੀ ਸਾਡੇ ਤੇ ਇਹ ਬਹੁਤ ਵੱਡਾ ਆ। ਕਿਉਂਕਿ ਇਹੀ ਕੰਮ ਇਹਨਾਂ ਨੇ ਬਿਹਾਰ 'ਚ ਕੀਤਾ ਸੀਗਾ ਜੀ। ਬਿਹਾਰ ਦਾ 2006 ਤੋਂ ਲੈ ਕੇ ਮਾਡਲ ਫੇਲ ਹੋ ਗਿਆ ਇਹ। ਹਾਂਜੀ, 14 ਸਾਲ ਹੋ ਗਏ। 14 ਸਾਲ ਹੋ ਗਏ, ਫੇਲ ਹੋ ਗਿਆ। ਬਿਹਾਰ ਦੇ ਵਿੱਚ ਕੋਈ MSP ਨਹੀਂ ਮਿਲਦੀ, ਬਿਹਾਰ ਦੇ ਵਿੱਚ ਕੋਈ ਕਿਸਾਨ ਦੀ ਮੰਡੀ ਨਹੀਂ ਰਹਿਣ ਦਿੱਤੀ ਇਹਨਾਂ ਨੇ। ਬਿਹਾਰ ਦਾ ਕਿਸਾਨ ਜਿਹੜਾ ਆ ਖੇਤੀ ਤੋਂ ਭੱਜ ਚੱਲਾ ਆ ਔਰ ਕਾਰਪੋਰੇਟ ਹਾਊਸ ਉੱਤੇ ਕਬਜ਼ਾ ਕਰਨ ਡਏ ਆ ਜੀ। ਇਹ ਜਿਹੜਾ ਹੈਗਾ ਆ ਬਿਲਕੁਲ ਨਹੀਂ ਗਾ, ਇਹਨਾਂ ਨੇ ਟੋਟਲ ਗਲਤ ਕੰਮ ਕੀਤਾ ਆ। ਦੇਖੋ ਸਾਡੇ ਸੰਵਿਧਾਨ ਦੇ ਵਿੱਚ, ਫੈਡਰਲ ਸਟਰਕਚਰ ਦੇ ਵਿੱਚ 7 ਸ਼ਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਆ? 3 ਲਿਸਟਾਂ ਨੇ ਜੀ ਜੀ। 3 ਲਿਸਟਾਂ ਨੇ। ਇੱਕ ਹੈਗੀ ਆ ਯੂਨੀਅਨ ਲਿਸਟ, ਇੱਕ ਹੈਗੀ ਆ ਸਟੇਟ ਲਿਸਟ, ਤੀਜੀ ਹੈਗੀ ਆ ਕੰਕਰੈਂਟ ਲਿਸਟ ਜੀ। ਯੂਨੀਅਨ ਲਿਸਟ ਦੇ ਵਿੱਚ ਦੇਸ਼ ਦੀ ਸਰਕਾਰ ਨੇ ਫੈਸਲੇ ਕਰਨੇ, ਆਪਣੇ ਲੈ ਕੇ ਆਉਣੇ ਨੇ ਲੈਜਿਸਲੇਸ਼ਨ। ਸਟੇਟ ਲਿਸਟ ਦੇ ਵਿੱਚ ਸਟੇਟ ਨੇ ਲੈ ਕੇ ਆਉਣੇ, ਕੰਕਰੈਂਟ ਲਿਸਟ ਦੇ ਵਿੱਚ ਸਟੇਟ ਤੇ ਕੇਂਦਰ ਨੇ ਸਾਂਝੇ ਲੈ ਕੇ ਆਉਣੇ, ਸਟੇਟ ਨੇ ਤੇ ਕੇਂਦਰ ਨੇ ਸਾਂਝੇ ਲੈ ਕੇ ਆਉਣੇ ਜੀ। ਦੇਖੋ ਜਿਹੜਾ ਕੰਕਰੈਂਟ ਲਿਸਟ ਦੇ ਵਿੱਚ ਜਿਹੜੀ ਐਂਟਰੀ 4 ਹੈ ਉਹ ਕਹਿੰਦੀ ਹੈ ਕਿ ਜਿਹੜੀ ਆਈਟਮ ਹੈਗੀ ਹੈ ਐਗਰੀਕਲਚਰ ਜਿਹੜਾ ਹੈਗਾ ਆ ਉਹ ਸਟੇਟ ਸਬਜੈਕਟ ਹੈਗਾ ਆ ਜੀ। ਸਟੇਟ ਲਿਸਟ ਦੇ ਵਿੱਚ ਐਗਰੀਕਲਚਰ ਦੇ ਵਿੱਚ ਐਗਰੀਕਲਚਰ ਪ੍ਰੋਡਿਊਸ ਹੈ, ਪੈਦਾਵਾਰ ਹੈ, ਕਣਕ ਤੇ ਖਾਸ ਤੌਰ ਤੇ ਆਪਾਂ ਜੇ ਗੱਲ ਕਰ ਲਈਏ, 2 ਤੇ ਗੱਲ ਕਰ ਲਈਏ, ਝੋਨਾ ਜੀ। ਇਹ ਸਾਡਾ ਸਟੇਟ ਸਬਜੈਕਟ ਹੈ ਐਗਰੀਕਲਚਰ ਦੇ ਤੇ ਜਿਹੜਾ ਵੀ ਫੈਸਲਾ ਕਰਨਾ ਅਸੀਂ ਕਰਨਾ ਆ। ਹੁਣ ਕੰਕਰੈਂਟ ਲਿਸਟ ਦੇ ਵਿੱਚ ਐਂਟਰੀ 33 ਦੇ ਤਹਿਤ ਇਹਨਾਂ ਨੇ ਇਹ ਆਰਡੀਨੈਂਸ ਜਿਹੜਾ ਆ ਲੈ ਕੇ ਆਏ ਆ ਬਿੱਲ। ਇਹਦੇ ਵਿੱਚ ਜਿਹੜਾ ਹੈਗਾ ਆ ਇਹ ਲੈ ਕੇ ਆਏ ਆ ਉਹ ਜਿਵੇਂ ਪਹਿਲਾਂ ਤਾਂ ਲੈ ਕੇ ਆਇਆ ਕਰੋਨਾ ਦੇ ਚੋਰ ਦਰਵਾਜ਼ੇ ਚੋਂ ਜੀ, ਤੇ ਦੂਜਾ ਫਿਰ ਹੁਣ ਇਹਨਾਂ ਨੇ ਕਰਤਾ ਇੱਕ ਚੋਰ ਦਰਵਾਜ਼ਾ ਇਹਦੇ ਵਿੱਚ ਹੈ। ਉਹ ਕਹਿੰਦਾ ਆ ਐਂਟਰੀ 33 states that both the state and union government can legislate regarding production, trade, supply and distribution of a range of foodstuff and agriculture raw materials। ਉਹਦਾ ਅੱਗੇ ਫਿਰ ਇਹ ਅੱਗੇ ਐਲੈਬੋਰੇਸ਼ਨ ਕਰਦੇ ਨੇ ਜੀ। ਐਂਟਰੀ 3 ਟ੍ਰੇਡ ਐਂਡ ਕਮਰਸ, ਇਹ ਕਾਹਦੇ 'ਚ ਹੈ? ਇਨ ਪ੍ਰੋਡਕਸ਼ਨ, ਸਪਲਾਈ ਐਂਡ ਡਿਸਟਰੀਬਿਊਸ਼ਨ। ਠੀਕ ਹੈ ਜੀ। ਫਿਰ ਆ ਜਾਂਦਾ ਪ੍ਰੋਡਕਟ ਆਫ ਐਨੀ ਇੰਡਸਟਰੀ। ਵੀ ਫੂਡ ਸਟੱਫ ਕੀ ਹੈ? ਹੁਣ ਜਿਹਦੇ ਅੰਦਰ ਲੈ ਕੇ ਆਏ ਨੇ, ਫੂਡ ਸਟੱਫ ਦੇ ਅੰਦਰ ਲੈ ਕੇ ਆਏ ਨੇ ਜੀ ਕਿ ਫੂਡ ਸਟੱਫ ਹੈ। ਇਹ ਫੂਡ ਸਟੱਫ ਹੈ ਇਨਕਲੂਡਿੰਗ ਐਡੀਬਲ ਆਇਲ ਸੀਡ ਐਂਡ ਆਇਲਸ। ਜੀ, ਇਹਦੇ ਥੱਲੇ ਲੈ ਕੇ ਆਏ ਨੇ ਅਸਲੀ ਇਹ ਬਿੱਲ ਜਿਹੜਾ ਹੈ ਫੂਡ ਸਟੱਫ ਦੇ ਉੱਤੇ ਸੁਪਰੀਮ ਕੋਰਟ ਦੀਆਂ ਵੀ ਫੈਸਲੇ ਹੈਗੇ ਨੇ ਜੀ। 1956 ਤੋਂ ਲੈ ਕੇ 63 ਦੇ ਮਤਲਬ ਸੁਪਰੀਮ ਕੋਰਟ ਦੇ ਹੈਗੇ ਨੇ, ਮੇਰੇ ਕੋਲ ਹੈਗੇ ਨੇ ਉਹ ਜੀ ਜੀ। ਇਹ ਜਿਹੜਾ ਹੈਗਾ ਆ ਉਹਦੇ ਫੂਡ ਸਟੱਫ ਦੇ ਵਿੱਚ ਜਿਹੜਾ ਐਡੀਬਲ ਆਇਲ ਸੀਡ ਹੈ ਜੀ, ਜਿਹੜਾ ਸਿੱਧਾ ਖਾਧਾ ਜਾ ਸਕਦਾ ਆ, ਜਿਵੇਂ ਆਪਣਾ ਮੂੰਗਫਲੀ ਹੈ, ਅਲਸੀ ਹੈ ਜੀ, ਉਹ ਆ ਜਾਂਦਾ ਆ। ਹੁਣ ਜਿਹੜੀ ਇੱਥੇ ਜਿਹੜੀ ਮੇਨ ਜਿਹੜੀ ਚੀਜ਼ ਹੈਗੀ ਹੈ, ਜਿਹੜਾ ਇਹ ਫੂਡ ਸਟੱਫ ਹੈ ਜਿਹੜਾ ਇਹਦੀ ਜਿਹੜੇ ਅੱਗੇ ਆਪਾਂ ਇਹਦੀ ਡੂੰਘਾਈ 'ਚ ਜਾਵਾਂਗੇ ਤਾਂ ਇਹਦੇ ਵਿੱਚ ਲੈ ਕੇ ਆਏ ਨੇ ਕਿ ਇਹ ਰॉ ਮਟੀਰੀਅਲ ਜਿਹੜਾ ਹੈਗਾ ਆ ਕਾਹਦਾ ਹੋਣਾ ਚਾਹੀਦਾ ਆ। ਉਹਦੇ 'ਚ ਸ਼ੂਗਰ ਕੇਨ ਦਾ ਹੈਗਾ ਆ, ਇਹਦਾ ਹੈਗਾ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਐਡੀਬਲ ਆਇਲ ਤੇ ਸੀਡਸ ਦਾ ਹੈਗਾ ਆ ਜੀ ਜੀ। ਪਰ ਇਹ ਜਿਹੜਾ ਹੈਗਾ ਆ ਉਹਦਾ ਰॉ ਮਟੀਰੀਅਲ ਹੈ, ਕਿਸੇ ਜਗ੍ਹਾ ਦੇ ਉੱਤੇ ਵੀ ਇਹਦੇ ਤੋਂ ਬਿਨਾਂ ਰॉ ਮਟੀਰੀਅਲ ਜਿਹੜਾ ਹੈਗਾ ਆ ਫੂਡ ਸਟੱਫ ਦਾ ਨਹੀਂ ਆਉਂਦਾ। ਜਿਹੜਾ ਸਾਡਾ ਝੋਨਾ ਤੇ ਕਣਕ ਹੈ, ਇਹ ਜਿਹੜਾ ਹੈਗਾ ਆ ਐਗਰੀਕਲਚਰਲ ਪ੍ਰੋਡਿਊਸ ਹੈ, ਇਟਸ ਨਾਟ ਏ ਫੂਡ ਸਟੱਫ। ਜੀ ਜੀ ਜੀ, ਬਿਲਕੁਲ ਸਹੀ। ਜਦੋਂ ਫੂਡ ਸਟੱਫ ਨਹੀਂ ਹੈਗਾ ਤੇ ਐਗਰੀਕਲਚਰਲ ਪ੍ਰੋਡਿਊਸਡ ਜਿਹੜਾ ਹੈਗਾ ਆ ਉਹ ਐਗਰੀਕਲਚਰ ਡਿਪਾਰਟਮੈਂਟ 'ਚ ਆਉਂਦਾ ਆ ਤੇ ਐਗਰੀਕਲਚਰ ਇਜ਼ ਏ ਸਟੇਟ ਸਬਜੈਕਟ ਅੰਡਰ ਦਾ ਸਟੇਟ ਲਿਸਟ ਐਂਟਰੀ 14। ਜੀ ਜੀ, ਯਾਨੀ ਇਸ ਘੁੰਡੀ ਦੇ ਉੱਪਰ ਤੁਸੀਂ ਅਦਾਲਤ ਜਾਣ ਦੀ ਗੱਲ ਕਰਦੇ ਹੋ? ਦੇਖੋ ਅਦਾਲਤਾਂ ਨੇ ਤਾਂ ਬਹੁਤ ਸਾਡੇ, ਮੇਰੇ ਵੀ ਦੋਸਤ, ਮੈਂ ਵੀ ਕੱਲ੍ਹ 2 ਦਿਨ ਦਾ ਸੁਪਰੀਮ ਕੋਰਟ ਦੇ ਮੇਰੇ ਦੋਸਤ ਨੇ, ਹਾਈ ਕੋਰਟ ਦੇ ਦੋਸਤ ਨੇ, ਅਸੀਂ ਲੱਗੇ ਹੋਏ ਹਾਂ। ਜੀ ਜੀ। ਪਰ ਦੇਖੋ ਇਹ ਚੀਜ਼ਾਂ ਸਰਕਾਰ ਦੇ ਕੋਲ ਵੀ ਨੇ, ਫਿਰ ਅੱਗੇ ਵੀ ਆ ਜਾਂਦਾ ਆ।
ਇਹ ਕੋਈ ਜ਼ਰੂਰੀ ਨਹੀਂਗਾ ਕਿ ਇਹ ਜਿਹੜਾ ਬਿੱਲ ਹੈਗਾ ਆ ਸਰਕਾਰਾਂ ਲਾਗੂ ਕਰਨਾ। ਜੀ ਜੀ, ਅਜੇ ਸਰਕਾਰ ਕੋਲ ਵੀ ਇੱਕ ਹਥਿਆਰ ਬਾਕੀ ਹੈ, ਪੰਜਾਬ ਸਰਕਾਰ ਕੋਲੇ। ਹਾਂ, ਕੋਈ ਵੀ ਸਰਕਾਰ ਸਟੇਟ ਦੀ ਇਸ ਬਿੱਲ ਦੇ ਪੰਜਾਬ ਦੀ ਉਹ ਗੱਲ ਕਰਦੇ ਹਾਂ ਕਿਉਂਕਿ ਰੌਲਾ ਤਾਂ ਇੱਥੇ ਹੀ ਹੈ। ਨਹੀਂ ਜੀ, ਹਰਿਆਣੇ 'ਚ ਵੀ ਬੜਾ ਵੱਡਾ ਰੌਲਾ ਹੈ। ਉਹ ਕਰਨ ਨਾ ਕਰਨ, ਉੱਥੇ ਤਾਂ ਬੀਜੇਪੀ ਦੀ ਸਰਕਾਰ ਹੈ ਨਾ। ਸਾਡੇ ਵੀ ਇੱਥੇ ਇਹ ਹੈਗਾ ਆ ਕਿ ਸਰਕਾਰ ਇਸ ਬਿੱਲ ਦੇ ਉੱਤੇ ਦੁਬਾਰਾ ਫਿਰ ਆਪਣਾ ਵਿਧਾਨ ਸਭਾ ਦੇ ਵਿੱਚ ਰੈਜੂਲੇਸ਼ਨ ਲੈ ਕੇ ਆ ਸਕਦੀ ਹੈ, ਰੋਕਿਆ ਜਾ ਸਕਦਾ। ਇਹ ਕਹਿ ਸਕਦੀ ਹੈ ਕਿ ਇੱਥੇ ਅਸੀਂ ਇਹਦੇ ਵਿੱਚ ਬਦਲਾਅ ਚਾਹੁੰਦੇ ਹਾਂ ਆਪਣੇ ਉਹਦੇ ਸਟੇਟ ਲਿਸਟ ਦੇ ਮੁਤਾਬਕ, ਔਰ ਉਹਦੇ ਵਾਸਤੇ ਅਸੈਂਟ ਜਿਹੜੀ ਹੈਗੀ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਮਿਲਦੀ ਹੈ ਫਿਰ। ਓਕੇ, ਜੇ ਰਾਸ਼ਟਰਪਤੀ ਸਾਹਿਬ ਕਹਿ ਦੇਣ ਵੀ ਤੁਸੀਂ ਕਰ ਲਓ ਫਿਰ ਹੋ ਜਾਊਗਾ। ਹਾਂ, ਅਜੇ ਵੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਡੁੱਲੇ ਬੇਰਾਂ ਦਾ ਵਿਗੜਿਆ ਕੁਝ ਨਹੀਂ, ਪਰ ਗੱਲ ਇੱਥੇ ਨਹੀਂ ਗਈ ਅਸਲ 'ਚ। ਗੱਲ ਇਹ ਵੀ ਇਦਾਂ ਦੀ ਕੋਸ਼ਿਸ਼ ਹੋਈ ਕਿਉਂ? ਗੱਲ ਇੱਕ ਪਹਿਲੀ ਕੋਸ਼ਿਸ਼ ਕਿਉਂ ਹੋਈ, ਨੰਬਰ 2 ਗੱਲ ਇਸ਼ਾਰਾ ਕਿੱਥੇ ਹੈ ਸਮਝਣ ਦੀ ਕੋਸ਼ਿਸ਼ ਕਰੋ। ਇਹ ਤਾਂ ਐਵੇਂ ਡਰਾਮੇਬਾਜ਼ੀਆਂ ਨੇ, ਉਹਨੂੰ ਕਰਤਾ ਉਹਨੂੰ ਕਰਤਾ, ਅੰਬਾਨੀ ਅਡਾਨੀ ਜੇ ਅਸੀਂ ਵੜਨ ਦੇਵਾਂਗੇ ਤੇ ਵੜਨਗੇ ਨਾ। ਪਹਿਲੀ ਗੱਲ ਤਾਂ ਇਹ ਹੈ ਸੰਧਾਵਾਲੀਆ ਸਾਹਿਬ, ਇਹ ਬੜੀਆਂ ਕੋਸ਼ਿਸ਼ਾਂ ਹੋਈਆਂ, ਫਿਰ ਉਹੀ ਕਿਸਾਨ ਦਾ ਪੁੱਤ ਆ ਗਿਆ ਨਾ ਵਿੱਚ, ਆ ਗਿਆ ਬਿਲਕੁਲ। ਜੇ ਆਪਣੀ ਰਾਖੀ ਨਾ ਕੀਤੀ ਤੇ ਕਾਹਦੀ ਹੈ, ਜੇ ਫਸਲ ਦੀ ਰਾਖੀ ਨਾ ਕੀਤੀ ਤੇ ਕਾਹਦੇ ਪੁੱਤ ਹੈ। ਐਵੇਂ ਗੱਲਾਂ ਨਾਲ ਕਾਹਦੀ ਹੈ, ਵੜਨਗੇ ਕਿਵੇਂ ਜੀ? ਇਹ ਤਾਂ ਜਿਹੜੇ ਮਾੜੇ ਮੋਟੇ ਵੜੇ ਨੇ ਇਹ ਵੀ ਕੱਢਣੇ ਪੈਣੇ ਆ। ਅੱਛਾ, ਇੱਕ ਗੱਲ ਤਾਂ ਸਮਝਾਓ ਨਾਗਰਾ ਸਾਹਿਬ ਕਿ ਜਿਹੜਾ ਬੀਜੇਪੀ ਜਾਂ ਕੇਂਦਰ ਸਰਕਾਰ ਹੈ ਉਹ ਪੰਜਾਬ ਬਾਰੇ ਕੀ ਸੋਚਦੀ ਹੈ? ਤੁਸੀਂ ਜੇ ਕੋਈ ਅੰਦਰੋਂ ਕੁਝ ਤੁਹਾਡੇ ਧਿਆਨ 'ਚ ਹੋਵੇ। ਮੈਂ ਉਹੀ ਦੱਸਣਾ ਕੀ ਹੈ, ਮੈਂ ਦੱਸਦਾ ਤੁਹਾਨੂੰ ਬੇਸਿਕਲੀ ਕੀ ਹੈਗਾ ਆ। ਦੇਖੋ, ਇੱਕ ਵੱਡਾ ਪਲਾਨ ਹੈ ਇਹ ਹੈਗੀ ਹੈ ਬੀਜੇਪੀ, RSS ਤੇ ਕਾਰਪੋਰੇਟ ਹਾਊਸ। ਅੱਛਾ ਜੀ, ਇਹਨਾਂ ਦਾ ਇੱਕ ਇਕੱਠਾ ਜਗਾੜ ਬਣ ਗਿਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਜਗਾੜ ਬਣਾ ਲਿਆ ਇਹਨਾਂ ਨੇ। ਮਿਲੀ ਭੁਗਤ ਹੋ ਗਈ ਤੇ ਦੇਸ਼ ਤੇ ਰਾਜ ਕਰਨਾ ਆ ਡਿਕਟੇਟਰਸ਼ਿਪ ਨਾਲ। ਫੈਸਲੇ ਕਰ ਲਏ ਵੀ ਤੂੰ ਜਿਵੇਂ ਕਿ ਵੰਡਦੀ ਦੇ ਨਾ ਵੀ ਲੈ ਵੀ ਤੈਨੂੰ ਤਾਂ ਲਾਤਾ ਬਿਜ਼ਨਸ ਵਾਲੇ ਪਾਸੇ ਲੁੱਟਣ ਨੂੰ ਲਾਤਾ, ਤੂੰ ਤੇਰੀ ਛਤਰਛਾਇਆ ਮੈਂ ਕਰਨੀ ਹੈ। ਪਲੈਨਿੰਗ RSS ਦੇ ਹੈੱਡਕੁਆਟਰ ਤੋਂ ਆਉਣੀ ਹੈ ਜੀ। ਕਾਨੂੰਨ ਅਸੀਂ ਬਣਾਉਣੇ ਆ। ਬੋਲੇ ਫਿਰ ਕਿਹੜਾ ਬੋਲਦਾ ਆ? ਸਰਕਾਰ ਕੋਲੇ ਤਾਂ ਆਰਟੀਕਲ ਦੇ ਤਹਿਤ ਨੈਸ਼ਨਲ ਇੰਟਰਸਟ ਦੇ ਵਿੱਚ ਜਿਹੜਾ ਮਰਜ਼ੀ ਫੈਸਲਾ ਲੈ ਲਓ, ਚਾਹੇ ਕੰਕਰੀਟ ਸਟੇਟ ਲਿਸਟ ਦੀ ਵੀ ਲੋੜ ਨਹੀਂ ਹੈਗੀ। ਇਹ ਮੈਂ ਤਾਂਹੀਓ ਕਹਿੰਦਾ ਇਹ ਤਾਂ ਸਾਰੇ ਡਰਾਮੇ ਨੇ। ਜੇ ਅਸੀਂ ਸਾਰੇ ਕਾਨੂੰਨ ਦੀਆਂ ਕਾਰਵਾਈਆਂ ਵੀ ਕਰ ਲਈਏ, ਨੈਸ਼ਨਲ ਇੰਟਰਸਟ ਦੇ ਵਿੱਚ ਜਿਹੜਾ ਮਰਜ਼ੀ ਫੈਸਲਾ ਉੱਪਰਲੀ ਕੇਂਦਰ ਦੀ ਸਰਕਾਰ ਲੈ ਲਏ, ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਸਹੀ। ਇਹ ਤੇ ਵੱਧ ਅਧਿਕਾਰਾਂ ਦੀ ਗੱਲ ਹੈ। ਨਵੀਂ ਗੱਲ ਜਿਹੜੀ ਸੂਬਿਆਂ 'ਚ ਉੱਠਣੀ ਹੈ ਨਾ ਜੀ, ਜਿਹੜੇ ਸੂਬੇ ਚਾਹੇ ਉਹ ਪੰਜਾਬ ਹੈ, ਚਾਹੇ ਵੈਸਟ ਬੰਗਾਲ ਹੈ, ਚਾਹੇ ਉਹ ਛੱਤੀਸਗੜ੍ਹ ਹੈ, ਚਾਹੇ ਉਹ ਰਾਜਸਥਾਨ ਹੈ, ਜਿਨ੍ਹਾਂ ਸੂਬਿਆਂ ਦੇ ਵਿੱਚ ਸਰਕਾਰਾਂ ਦੂਜੀਆਂ ਨੇ, ਵੱਧ ਅਧਿਕਾਰਾਂ ਦੀ ਗੱਲ ਉੱਠਣੀ ਹੈ। ਇਹਨਾਂ ਨੇ ਤੀਲੀ ਤਾਂ ਲਾ ਲਈ ਸਾਡਾ ਘਰ ਬਾਲਣ ਨੂੰ। ਇਹ ਖੂਹ ਪੱਟਿਆ ਸਾਡੇ ਲਈ, ਮਰਨਾ ਇਹਨਾਂ ਨੇ ਇਹਦੇ 'ਚ ਜੀ। ਬਹੁਤ ਵੱਡੀ ਅੱਗ ਹਿੰਦੁਸਤਾਨ ਦੇ ਵਿੱਚ ਲਾਉਣ ਦੀ ਤਿਆਰੀ ਇਹਨਾਂ ਨੇ ਕਰ ਲਈ ਹੈ। ਇੱਕ ਵਾਰੀ ਪਹਿਲਾਂ ਉੱਠੀ ਸੀ ਗੱਲ ਜੀ, ਦੁਬਾਰਾ ਫੇਰ ਉਹੀ ਹੋਣੀ ਹੈ। ਪਰ ਇੱਕ ਨਾਗਰਾ ਸਾਹਿਬ ਜਿੱਧਰ ਨੂੰ ਤੁਸੀਂ ਇਸ਼ਾਰਾ ਕਰਦੇ ਹੋ, ਜੇ ਉਹ ਸਾਰੇ ਕੁਛ ਦੇ ਲਈ ਅੱਗ ਲਈ, ਜੰਗ ਲਈ, ਰੌਲੇ ਲਈ ਧਰਤੀ ਪੰਜਾਬ ਦੀ ਵਰਤੀ ਕੀ ਫਿਰ ਮਰਾਂਗੇ ਤਾਂ ਆਪਾਂ ਹੀ, ਕਿਸੇ ਦਾ ਕੀ ਜਾਊ? ਨਹੀਂ, ਇਹਦੇ ਤੇ ਬਹੁਤ ਵੱਡਾ ਆ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਇਹ ਇਕੱਠੇ ਹੋ ਗਏ ਆ ਜੀ। ਅੱਜ ਦੁਨੀਆ ਦੇ ਵਿੱਚ ਕਰੋਨਾ ਦੀ ਮਹਾਮਾਰੀ ਦੇ ਵਿੱਚ ਕੀ ਦੱਸੋ ਤੁਸੀਂ, ਕੀ ਸਾਰੀ ਇੰਡਸਟਰੀ ਬੰਦ ਹੋ ਗਈ ਜੀ, ਸਾਰੇ ਵਪਾਰ ਬੰਦ ਹੋ ਗਏ। ਕਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ? 5-4 ਚੀਜ਼ਾਂ ਚੱਲ ਰਹੀਆਂ। ਨੰਬਰ 1 ਖਾਣ ਪੀਣ ਦੀਆਂ ਵਸਤੂਆਂ ਦੀ ਪੂਰੀ ਵਿਕਰੀ ਹੋ ਰਹੀ ਹੈ, ਕਰਿਆਨਾ ਸਟੋਰ ਸਭ ਤੋਂ ਜ਼ਿਆਦਾ ਚੱਲੇ। ਬਿਲਕੁਲ ਸਹੀ। ਦੂਜਾ ਕਿਹੜਾ ਚੱਲਿਆ? ਫਾਰਮਾ ਸੈਕਟਰ, ਦਵਾਈਆਂ ਵਾਲਾ ਸੈਕਟਰ ਸਭ ਤੋਂ ਜ਼ਿਆਦਾ ਚੱਲਿਆ। ਤੀਜਾ ਕਿਹੜਾ ਚੱਲ ਰਿਹਾ ਆ? ਇਨਫੋਰਮੇਸ਼ਨ ਐਂਡ ਟੈਕਨੋਲੋਜੀ ਜੀ। ਆ ਜਿਹੜੇ ਆਪਾਂ ਜੋ ਆ ਸਾਰਾ ਢਾਂਚਾ ਹੈਗਾ ਆ ਜੀ, ਕਾਮਧਾਮ ਹੈਗਾ ਜਿਹੜਾ, ਇਹ ਚੱਲ ਰਿਹਾ ਆ। ਚੌਥਾ ਕਿਹੜਾ ਚੱਲ ਰਿਹਾ ਆ? ਦੁਨੀਆ ਦੇ ਵਿੱਚ ਲੜਾਈ ਦੇ ਮਾਮਲੇ ਨੂੰ ਲੈ ਕੇ ਡਿਫੈਂਸ ਦੇ ਜਿੰਨਾ ਕੰਮ ਹੈਗਾ, ਚਾਹੇ ਜਹਾਜ਼ ਖਰੀਦਣੇ ਹੋਣ, ਗੋਲਾ ਬਰੂਦ ਖਰੀਦਣਾ ਹੋਵੇ ਜਾਂ ਕੁਛ ਵੀ ਖਰੀਦਣਾ ਹੋਵੇ, ਉਹ ਚੱਲ ਰਿਹਾ ਆ। ਤੇ ਫਿਰ ਇੱਕ ਚੱਲ ਰਿਹਾ ਆ ਪੈਟਰੋਲ ਤੇ ਗੈਸ ਜੀ। ਹੁਣ ਇਹ ਮੈਂ ਤੁਹਾਨੂੰ 5-6 ਦੱਸਦੇ ਆ, ਤੁਸੀਂ ਧਿਆਨ ਮਾਰੋ ਵੀ ਪਿਛਲੇ ਜਦੋਂ ਦਾ ਹੀ ਸਰਕਾਰ ਬੀਜੇਪੀ ਦੀ ਆਈ ਹੈ, ਇਹਨਾਂ 5-6 ਚੀਜ਼ਾਂ ਦੇ ਵਿੱਚ ਕਿਹੜੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਆਪਣੇ ਆਪ ਨੂੰ ਦੀ ਕਮਾਈ ਕੀਤੀ ਹੈ ਤੇ ਸਭ ਤੋਂ ਵੱਧ ਜਿਹੜੇ ਇਸ ਬਿਜ਼ਨਸ ਦੇ ਵਿੱਚ ਐਂਟਰ ਕੀਤੇ ਨੇ, ਉਹ ਨੇ ਅਡਾਨੀ ਤੇ ਅੰਬਾਨੀ। ਇਸ਼ਾਰਾ ਬਹੁਤ ਤਗੜਾ ਤੁਹਾਡਾ, ਇਹਦੇ 'ਚ ਖੇਤੀਬਾੜੀ ਹੁਣ ਐਂਡ ਤੇ ਆਉਂਦਾ ਇੱਕ ਤਰ੍ਹਾਂ। ਮੈਂ ਦੱਸਦਾ ਨਾ, ਉਹਨਾਂ ਨੇ ਦੇਖਿਆ ਯਾਰ ਕਰੋਨਾ ਦੀ ਮਹਾਮਾਰੀ ਦੇ ਵਿੱਚ ਬਾਕੀ ਤੇ ਧੰਦਾ ਹੀ ਬੰਦ ਹੋ ਗਿਆ ਤੇ ਇਹ ਅਨਆਰਗੇਨਾਈਜ਼ਡ ਸੈਕਟਰ ਪਿਆ ਪੂਰੇ ਦੇਸ਼ ਦੇ ਵਿੱਚ ਜੀ, ਖੇਤੀਬਾੜੀ, ਜਿਹੜਾ ਕਿ ਕਈ ਲੱਖਾਂ ਹਜ਼ਾਰਾਂ ਕਰੋੜਾਂ ਦਾ ਸੈਕਟਰ ਹੈ, ਬਿਜ਼ਨਸ ਹੈ,
ਇਹਦੇ ਤੇ ਹੁਣ ਕਬਜ਼ਾ ਕਰੋ, ਆਪ ਹੀ ਮਾਲਕ ਬਣੋ, ਆਪ ਹੀ ਬੀਜੋ, ਆਪ ਹੀ ਕੱਟੋ, ਆਪ ਹੀ ਭੰਡਾਰ ਕਰੋ, ਤੇ ਫਿਰ ਆਪਣੀ ਮਨਮਰਜ਼ੀ ਨਾਲ ਜਿਵੇਂ ਇਹ ਕਹਿੰਦੇ ਨੇ ਨਾ ਪਹਿਲਾਂ ਜੀਓ ਫ੍ਰੀ, ਤੇ ਫਿਰ ਹੁਣ ਜੀਓ ਤੁਹਾਨੂੰ ਫ੍ਰੀ ਮਿਲਦਾ ਹੈ ਨਹੀਂ। ਪਹਿਲਾਂ ਤੁਹਾਨੂੰ ਆਦਤ ਪਾ ਲਈ। ਇੱਦਾਂ ਹੀ ਸਾਡੇ ਕਿਸਾਨਾਂ ਨੂੰ ਪਹਿਲਾਂ ਕਹਿਣਾ MSP ਤੋਂ 50 ਰੁਪਏ ਵੱਧ ਦੇ ਦਿੰਦੇ ਆ ਜੀ, ਤੇ ਮੁੜ ਕੇ ਕਹਿਣਾ ਹੁਣ ਮੇਰੇ ਰਿਸ਼ਤੇਦਾਰ ਨੇ, ਮੇਰੇ ਸਹੁਰੇ ਨੇ ਯੂਪੀ ਦੇ ਵਿੱਚ ਜੀ, ਚੰਗੇ ਕਿਸਾਨ ਨੇ, ਤੇ ਉਹਨਾਂ ਦੀ ਤਾਂ MSP ਤੋਂ 300, 400, 500 ਜਾਂ 600 ਰੁਪਈਆ ਘੱਟ ਹੀ ਫਸਲ ਵਿਕਦੀ ਆ ਉੱਥੇ ਜੀ। ਉੱਥੇ ਮੰਡੀ ਸਿਸਟਮ ਨਹੀਂ ਹੈਗਾ। ਸੋ ਇਸ ਕਰਕੇ ਇਹ ਬੜੀ ਵੱਡੀ ਇੱਕ ਜਿਹੜੀ ਸਾਜ਼ਿਸ਼ ਹੈਗੀ ਹੈ, ਜਿਹਦੇ ਤਹਿਤ ਕਿਸਾਨ ਨੂੰ ਖਤਮ ਕਰਕੇ ਇਹਨੂੰ ਕਾਰਪੋਰੇਟ ਹਾਊਸ ਦੇ ਜਿਹੜਾ ਵੱਡਾ ਬਿਜ਼ਨਸ ਅਨਆਰਗੇਨਾਈਜ਼ਡ ਬਿਜ਼ਨਸ ਹੈ, ਇਹਦੇ ਨਾਲ ਹੀ ਟਰਾਂਸਪੋਰਟ ਜੁੜੀ ਹੋਈ ਹੈ, ਇਹਦੇ ਨਾਲ ਹੀ ਮਤਲਬ ਜਿਹੜਾ ਹੈਗਾ ਦੂਸਰੇ ਲਾਈਟ ਧੰਦੇ ਜੁੜੇ ਹੋਏ ਨੇ। ਸੋ ਇਸ ਕਰਕੇ ਇਹ ਜਿਹੜਾ ਹੈਗਾ ਆ, ਇਹ ਮੈਂ ਤਾਂਹੀਓ ਕਹਿ ਰਿਹਾ ਸੀਗਾ ਵੀ ਇਹ ਜਿਹੜਾ ਡਿਜ਼ਾਈਨ, ਇਕਨੋਮਿਕ ਡਿਜ਼ਾਈਨ ਜਿਹੜਾ ਲੈ ਕੇ ਆਉਣ ਡਏ ਨੇ ਨਾ ਅਮਰੀਕਾ ਤੇ ਯੂਰਪ ਦਾ, ਇਹ ਇਕਨੋਮਿਕ ਡਿਜ਼ਾਈਨ ਸਾਡੇ ਦੇਸ਼ 'ਚ ਨਹੀਂ ਚੱਲ ਸਕਦਾ। ਸਾਡੇ ਦੇਸ਼ ਦੇ ਵਿੱਚ ਤਾਂ ਜਿਹੜਾ ਦੇਖੋ, ਮੇਰਾ ਛੋਟਾ ਜਿਹਾ ਪਰਿਵਾਰ ਹੈ, ਮੰਨ ਲਓ ਮੈਂ ਤਾਂ ਖੇਤੀ ਦੇ ਵਿੱਚੋਂ ਆਪਣੇ ਬੱਚੇ ਪਾਲੇ, ਜੇ ਮੈਂ ਖਰਚੇ ਕੰਟਰੋਲ ਕਰ ਲਿਆ, ਅਸੀਂ ਫਿਰ ਵੀ ਪਾਲੀ ਜਾਂਦੇ ਹਾਂ ਜੀ। ਜੇ ਖਰਚੇ ਕੰਟਰੋਲ ਨਹੀਂ ਗਏ ਹੈਗੇ ਫਿਰ ਤਾਂ ਵੱਖਰੀ ਗੱਲ ਹੈਗੀ ਹੈ। ਜੇ ਖਰਚੇ ਕੰਟਰੋਲ ਨੇ, ਮਾੜਾ ਮੋਟਾ ਰੋਟੀ ਖਾ ਲੈਂਦਾ ਬੰਦਾ, ਆਪਣੀ ਸੁੱਖ ਦੀ ਨੀਂਦ ਸੌਂ ਜਾਂਦਾ ਆ ਮਿਹਨਤ ਕਰਕੇ। ਪਰ ਅੱਜ ਇਹਨਾਂ ਨੇ ਤਾਂ ਇਹ ਕਿਹੜੀ ਹਾਲਾਤ ਤੇ ਖੜਾ ਕੀਤਾ, ਅਸਲ 'ਚ ਜਿਹੜੀ ਚੀਜ਼ ਹੈਗੀ ਆ ਉੱਥੇ ਖੜੀ ਹੈ। ਇਹਨਾਂ ਦਾ ਇਹ ਦਿਮਾਗ ਨੇ, ਉਹਦੇ ਨਾਲ ਕੀ ਹੋਊਗਾ, ਲੋਕਾਂ ਨੂੰ ਕਿੱਥੇ ਰੱਖ ਦੇਣਗੇ, ਲੋਕਾਂ ਨੂੰ ਕਹਿਣਗੇ ਕਿ ਤੁਹਾਨੂੰ ਰੋਟੀ ਮਿਲ ਜੂਗੀ 3 ਵਕਤ ਦੀ। ਉਹ ਕਹਿੰਦੇ ਸਭ ਤੋਂ ਜਿਹੜਾ ਰਾਜਾ ਜਿਹੜਾ ਆ, ਕਹਿੰਦੇ ਉਹ ਕਾਮਯਾਬ ਹੁੰਦਾ ਆ ਜਿਹੜਾ ਲੋਕਾਂ ਨੂੰ ਕਵੇ, ਲੋਕੀ ਕਹਿਣ ਮੇਰਾ ਤਾਂ ਪੇਟ ਹੀ ਇਹ ਪਾਲਦਾ ਆ, ਉਹਨਾਂ ਨੂੰ ਪੇਟ ਤੋਂ ਸਿਵਾ ਹੋਰ ਕੋਈ ਸੁੱਝੇ ਹੀ ਨਾ, ਤੇ ਉਹਨੂੰ ਹੀ ਮੰਨੀ ਜਾਂਦੇ ਨੇ। ਜਿਵੇਂ ਉਹ ਨਵੀਨ ਪਟਨਾਇਕ ਉੱਥੇ ਉੜੀਸਾ ਦੇ ਵਿੱਚ ਜਾ ਕੇ ਵੇਖੋ ਕੀ ਹਾਲਾਤ ਨੇ ਉੱਥੇ, ਪਰ ਉਹਨੂੰ ਫੇਰ ਵੀ ਉੱਦਾਂ ਹੀ ਮੰਨੀ ਜਾਂਦੇ ਨੇ, ਕਿਉਂਕਿ ਉਹ ਮੌਕੇ ਦੇ ਉੱਤੇ ਜਾਂਦਾ ਆ, ਕੀ ਕਰਦਾ ਆ, 10,000 ਰੁਪਈਆ ਖਾਤੇ 'ਚ ਪਾ ਦਿੰਦਾ ਆ। ਜਿਵੇਂ ਮੋਦੀ ਨੇ ਕਹਿਤਾ 6,000 ਪਾ ਦੂੰਗਾ। ਇਹ ਫਾਰਮੂਲੇ ਨੇ, ਦੇਖੋ ਯਾਰ ਪ੍ਰੈਕਟੀਕਲ ਸਾਡੇ ਸਾਹਮਣੇ ਨੇ ਜੀ। ਅੱਛਾ ਨਾਗਰਾ ਸਾਹਿਬ, ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ ਤੁਹਾਨੂੰ, ਇਹ ਆ ਕਿ ਵੀ ਇੱਕ ਤੁਹਾਡਾ ਉਲਾਂਭਾ ਜਿਹੜਾ ਲੋਕਾਂ ਦੇ ਨਾਲ ਹੈਗਾ, ਮੈਨੂੰ ਇਹ ਹੈ ਕਿ ਪ੍ਰੋਗਰਾਮ ਦਾ ਸਮਾਂ ਹੁਣ ਮੁੱਕਣ ਵਾਲੇ ਪਾਸੇ ਜਾਂਦਾ, ਅੱਜ ਤੁਸੀਂ ਉਹ ਵੀ ਦੇ ਲਓ ਵੀ ਲੋਕ ਜਿਹੜੇ ਹੈ ਉਹਨਾਂ ਤੋਂ ਪੋਲੀਟੀਸ਼ੀਅਨ ਵੀ ਤੰਗ ਨੇ, ਕਿਹੜੀ ਗੱਲੋਂ? ਇਹ ਬੜਾ ਪੁੱਠਾ ਸਵਾਲ ਹੈ। ਆਮ ਤੌਰ 'ਤੇ ਲੋਕ ਪੋਲੀਟੀਸ਼ੀਅਨ ਤੋਂ ਤੰਗ ਹੁੰਦੇ ਆ, ਪਰ ਪੋਲੀਟੀਸ਼ੀਅਨ ਲੋਕਾਂ ਤੋਂ ਕਿਵੇਂ ਤੰਗ ਹੈ? ਤੰਗ ਨਹੀਂ ਗੀ, ਤੰਗ ਸ਼ਬਦ ਨਹੀਂ ਗਾ ਮੈਂ ਵਰਤ ਸਕਦਾ, ਕਿਉਂਕਿ ਸਾਡਾ ਫਰਜ਼ ਉਲਾਂਭਾ ਕਹਿ ਲਓ। ਨਹੀਂ ਵਰਤ ਸਕਦਾ। ਮੈਂ ਝੋਲੀ ਅੱਡ ਕੇ ਵੋਟਾਂ ਮੰਗੀਆਂ ਸੀ ਜੀ। ਮੈਂ ਵਕੀਲ ਹਾਂ ਪੇਸ਼ੇ ਤੋਂ, ਮੈਂ ਬੜਾ ਵਧੀਆ ਬਿਜ਼ਨਸ ਕਰ ਸਕਦਾ, ਮੈਂ ਬੜੀ ਸੋਹਣੀ ਵਕਾਲਤ ਕਰ, ਬੜੇ ਪੈਸੇ ਕਮਾ ਸਕਦਾ ਸੀਗਾ। ਮੇਰੇ ਪਿਤਾ ਜੀ ਨਾਲ ਮੇਰੀ ਇਸ ਗੱਲ ਤੇ ਝਗੜਾ ਹੋ ਗਿਆ ਵੀ ਤੂੰ ਨੌਕਰੀ ਕਿਉਂ ਨਹੀਂ ਕਰਦਾ, ਜਦੋਂ ਮੈਂ ਯੂਨੀਵਰਸਿਟੀ ਦਾ ਪ੍ਰਧਾਨ ਸੀ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਮੈਂ ਨਹੀਂ ਮੰਨਿਆ। ਮੈਂ ਕਿਹਾ ਵੀ ਮੈਂ ਤਾਂ ਇਸ ਲਾਈਨ 'ਚ ਜਾਣਾ, ਤੁਸੀਂ ਕਹਿੰਦੇ ਰਹਿੰਦੇ ਹੋ ਵੀ ਫਲਾਣੇ ਨੇ ਇੱਦਾਂ ਕੀਤਾ ਦੇਸ਼ ਲਈ, ਫਲਾਣੇ ਨੇ ਇੱਦਾਂ ਕੀਤਾ ਸਮਾਜ ਲਈ, ਫਲਾਣੇ ਇੱਦਾਂ, ਤੁਹਾਡੇ 3 ਪੁੱਤ ਨੇ, ਤੁਸੀਂ ਇੱਕ ਵੀ ਨਹੀਂ ਸੈਕਰੀਫਾਈਸ ਕਰ, ਤੁਸੀਂ ਕਹਿੰਦੇ ਭਗਤ ਸਿੰਘ ਗੁਆਂਢੀ ਦੇ ਘਰ ਜੰਮੇ। ਮੈਂ ਤੇ ਨਹੀਂ ਬਣ ਸਕਦਾ, ਉਹ ਤਾਂ ਬੜੀ ਵੱਡੀ ਸ਼ਖਸੀਅਤ ਹੈ, ਪਰਮਾਤਮਾ ਸਾਨੂੰ ਸਿਹਤ ਦੇਵੇ ਉਹਨਾਂ ਤੋਂ। ਮੈਂ ਕਿਹਾ ਤੁਸੀਂ ਘੱਟੋ ਘੱਟ ਮੈਨੂੰ ਜਾਣ ਤਾਂ ਦਿਓ। ਤੁਸੀਂ ਕਹਿੰਦੇ ਹੋ ਚੰਗੇ ਬੰਦੇ ਹੋਣੇ ਚਾਹੀਦੇ ਨੇ ਸਿਆਸਤ ਦੇ ਵਿੱਚ ਜੀ, ਤੇ ਚੰਗੇ ਬੰਦੇ, ਪਹਿਲੀ ਗੱਲ ਤੇ ਅੱਜ ਦੀ ਸਿਆਸਤ ਦੀ ਜਿਹੜੀ ਵਿਡੰਬਣਾ ਇਹ ਹੈਗੀ ਹੈ ਕਿ ਕਿਸੇ ਵੇਲੇ ਸਭ ਤੋਂ ਵਧੀਆ ਬੰਦੇ ਇਸ ਕਲਮ ਦੇ ਵਿੱਚ ਹੁੰਦੇ ਸੀਗੇ, ਤੇ ਇਸ ਵੇਲੇ ਜਿੰਨੇ ਚੰਗੇ ਬੰਦੇ ਹੈਗੇ ਨੇ ਉਹ ਕਹਿੰਦੇ ਯਾਰ ਇਹ ਬੜਾ ਮਾੜਾ ਕੁੱਤਾ ਹੀ ਕੰਮ ਹੈਗਾ ਆ, ਇੱਧਰ ਨਹੀਂ ਜਾਣਾ ਜੀ। ਚੰਗੇ ਬੰਦੇ ਜਿਹੜੇ ਬਿਜ਼ਨਸਮੈਨ ਨੇ ਉਹ ਇੱਧਰ ਵੜੀ ਜਾਣਦੇ ਆ ਜੀ, ਉਹਨਾਂ ਤੋਂ ਸੇਵਾ ਦੀ ਆਸ ਕਿਵੇਂ ਕਰ ਸਕਦੇ ਹੋ ਤੁਸੀਂ? ਦੂਸਰੀ ਗੱਲ, ਜਦੋਂ ਫਿਰ ਅਸੀਂ ਇਲੈਕਸ਼ਨ 'ਚ ਜਾਂਦੇ ਆ, ਸਾਡੇ ਪੈਰਾਮੀਟਰਸ ਫਿਕਸ ਕਰ ਦਿੰਦੇ ਆ ਵੀ ਤੁਸੀਂ ਇਮਾਨਦਾਰ ਰਹਿਣੇ ਚਾਹੀਦੇ ਹੋ, ਤੁਸੀਂ ਮੈਰਿਟ ਤੇ ਕੰਮ ਕਰਨ ਵਾਲੇ ਹੋਣੇ ਚਾਹੀਦੇ ਹੋ, ਤੁਸੀਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਡਿਵੈਲਪਮੈਂਟ ਓਰੀਐਂਟਡ ਹੋਣੇ ਚਾਹੀਦੇ ਹੋ, ਤੁਸੀਂ ਮਤਲਬ ਇਲਾਕੇ ਦੀ ਉੱਨਤੀ ਤੇ ਤਰੱਕੀ ਲਈ ਕੰਮ ਕਰਨਾ ਆ, ਤੁਸੀਂ ਮਤਲਬ ਸਿਫਾਰਿਸ਼ ਵਾਲੇ ਕੰਮ ਨਹੀਂ ਕਰਨੇ ਹੈਗੇ, ਮਤਲਬ ਤੁਸੀਂ ਅਫਸਰਾਂ ਦੇ ਉੱਤੇ ਤੁਹਾਡੀ ਕਮਾਂਡ ਹੋਣੀ ਚਾਹੀਦੀ ਹੈ। ਹੁੰਦਾ ਕੀ ਹੈ, ਜਿੱਦਣ ਸਰਕਾਰ ਬਣਦੀ ਹੈ ਫਿਰ ਲੋਕ ਜਿਹੜੇ ਜਿਨ੍ਹਾਂ ਨੇ ਪੈਰਾਮੀਟਰ ਫਿਕਸ ਕੀਤੇ ਹੁੰਦੇ ਨੇ ਨਾ, ਉਹੀ ਫਿਰ ਪੈਰਾਮੀਟਰ ਤੋੜਨ ਆ ਜਾਂਦੇ ਨੇ, ਫਿਰ ਕਹਿਣ ਲੱਗ ਜਾਂਦੇ ਨੇ ਆਹ ਮੇਰਾ ਮੁੰਡੇ ਨੂੰ ਨੌਕਰੀ ਲਵਾ ਦੇ, ਆ ਮੇਰੀ ਕੁੜੀ ਨੂੰ ਨੌਕਰੀ ਲਵਾ ਦੇ। ਜੇ ਕਹਿ ਦਈਏ ਵੀ ਉਹ ਤਾਂ ਮੈਰਿਟ ਦੇ ਉੱਤੇ ਹੋਣੀ ਹੈ, ਤੇ ਫਿਰ ਕਹਿ ਦਿੰਦੇ ਤੈਨੂੰ MLA ਬਣਾਉਣ ਦਾ ਕੀ ਫਾਇਦਾ, ਸਰਕਾਰ ਬਣਾਉਣ ਦਾ ਕੀ ਫਾਇਦਾ। ਯਾਨੀ ਜਿਹੜੇ ਜਾਇਜ਼ ਕੰਮ ਨੇ ਉਹਨਾਂ ਦੀਆਂ ਮੰਗਾਂ। ਕਈ ਵਾਰੀ ਕੀ ਹੋ ਜਾਂਦਾ ਆ, ਕੋਈ ਆ ਜਾਂਦਾ ਆ ਜੀ ਮੇਰਾ ਆਹ ਕੰਮ ਹੈਗਾ ਆ, ਉਹਨੂੰ ਕਹੀਦਾ ਯਾਰ ਇਹ ਕੰਮ ਤਾਂ ਨਹੀਂਗਾ ਠੀਕ ਹੈਗਾ, ਆਪਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਵੀ ਆਪਾਂ ਇਹ ਕੰਮ ਇੱਦਾਂ ਦੇ ਨਹੀਂ ਕਰਨੇ, ਤੇ ਫਿਰ ਨਾਲ ਕਹਿਣਗੇ ਵੀ ਅਕਾਲੀ ਦਲ ਦੀ ਸਰਕਾਰ 'ਚ ਸਾਰਾ ਕੁਝ ਹੁੰਦਾ ਸੀਗਾ, ਤੇ ਆਪਣੀ ਸਰਕਾਰ ਦਾ ਕੀ ਫਾਇਦਾ ਹੋਇਆ।
ਤੇ ਜੇ ਕਿਤੇ ਲੀਡਰ ਇਹ ਸਾਰੇ ਗਲਤ ਕੰਮ ਕਰਨ ਲੱਗ ਜੇ, ਮੇਰੇ ਕੋਲੇ ਕੋਈ ਨੱਥਾ ਸਿੰਘ ਕਰਾ ਗਿਆ, ਕੋਈ ਪ੍ਰੇਮ ਸਿੰਘ ਕਰਾ ਗਿਆ, ਕੋਈ ਰਾਮ ਲਾਲ ਕਰਾ ਗਿਆ, ਕੋਈ ਕਰਾ ਗਿਆ, ਤੁਹਾਨੂੰ ਤਾਂ ਨਹੀਂ ਪਤਾ। ਤੁਹਾਡੇ ਵਰਗੇ ਜਿਹੜੇ ਸਿਆਣੇ ਪੱਤਰਕਾਰ ਨੇ, ਜਦੋਂ ਉਹਨਾਂ ਕੋਲੇ ਖਬਰ ਆਉਂਦੀ ਹੈ ਵੀ ਫਲਾਣਾ ਬੰਦਾ ਜਿਹੜਾ ਯਾਰ ਉੱਥੇ ਤੇ ਬੜਾ ਮਤਲਬ ਉਹਨੇ ਤਰਥੱਲੀ ਮਚਾਈ ਪਈ ਆ ਆਪਣੇ ਇਲਾਕੇ ਦੇ ਵਿੱਚ, ਦੱਬੀ ਆਉਂਦਾ ਕੰਮ ਨੂੰ, ਤੁਸੀਂ ਇਹੋ ਬੋਲਦੇ ਹੋ ਨਾ, ਬੜੇ ਆਹੀ ਸ਼ਬਦ ਬੋਲਦੇ ਹੋ, ਦੱਬੀ ਆਉਂਦਾ ਕੰਮ ਨੂੰ। ਤੇ ਫਿਰ ਮੈਨੂੰ ਇਹ ਦੱਸੋ, ਫਿਰ ਬਦਨਾਮ ਕੌਣ ਹੋਇਆ? ਤੁਸੀਂ ਤਾਂ ਨੱਥਾ ਸਿੰਘ ਨੂੰ ਨਹੀਂ ਜਾਣਦੇ, ਤੁਸੀਂ ਪ੍ਰੇਮ ਸਿੰਘ ਨੂੰ ਨਹੀਂ ਜਾਣਦੇ, ਤੁਸੀਂ ਰਾਮ ਲਾਲ ਨੂੰ ਨਹੀਂ ਜਾਣਦੇ ਜੀ, ਤੁਸੀਂ ਤਾਂ ਲੀਡਰ ਨੂੰ ਜਾਣਦੇ ਹੋ ਨਾ। ਤੇ ਮੈਂ ਕਿਹਨੂੰ ਜਾ ਕੇ ਕਿੱਥੇ ਜਾ ਕੇ, ਕਿਹੜਾ ਲੀਡਰ ਕਿੱਥੇ ਜਾ ਕੇ ਕਹੂਗਾ ਵੀ ਮੈਨੂੰ ਆਹ ਗਲਤੀ ਇਸ ਕੰਮ ਕਰਕੇ ਕਰਨੇ ਪਏ, ਵੀ ਮੇਰਾ ਬਹੁਤ ਖਾਸ ਬੰਦਾ ਆ ਗਿਆ ਸੀ। ਆਖਰ ਤੇ ਕਿਹਦੇ ਤੇ ਆ ਗਿਆ ਉਹ ਸਾਰਾ ਬੋਝ? ਉਹਦੇ ਕਰੈਕਟਰ ਤੇ ਆ ਗਿਆ। ਤੇ ਫਿਰ ਉਹਦਾ ਕਰੈਕਟਰ ਜਿਹੜਾ ਹੈਗਾ, ਫਿਰ ਉਹੀਓ ਲੋਕ ਕਹਿਣ ਲੱਗ ਜਾਂਦੇ ਨੇ ਯਾਰ ਇਹਨੇ ਬੜੇ ਗਲਤ ਕੰਮ ਕੀਤੇ ਆ, ਪਹਿਲਾਂ ਕਰਵਾ ਲੈਂਦੇ ਆ ਤੇ ਫਿਰ ਬਦਨਾਮ ਕਰਦੇ ਆ। ਇੱਕ ਤਾਂ ਇਹ ਪੱਖ ਹੈ। ਦੂਜਾ ਪੱਖ ਇਹ ਹੈ ਕਿ ਜਦੋਂ ਅਸੀਂ ਬਿਜ਼ਨਸਮੈਨ ਲੀਡਰ ਚੁਣ ਲੈਂਦੇ ਹਾਂ, ਉਹਦਾ ਤਾਂ ਕੰਮ ਹੀ ਇਹ ਹੋ ਜਾਂਦਾ ਕਿ ਮੇਰੇ ਕੋਲੇ ਹੁਣ ਸਮਾਂ ਆ ਗਿਆ, ਮੈਂ ਜਿੰਨੇ ਮਰਜ਼ੀ, ਮੈਂ ਤਾਂ ਪੈਸੇ ਕਮਾਉਣੇ, ਪੈਸੇ ਕਮਾਉਣ ਵਾਲੀ ਮਸ਼ੀਨ ਬਣ ਜਾਂਦਾ ਆ। ਤੇ ਉਹਦੇ ਨਾਲ ਅਸੀਂ ਲੱਗ ਜਾਂਦੇ ਆ। ਬਿਲਕੁਲ ਸਹੀ। ਵੀ ਚਲੋ ਇਹ ਵੀ ਲੋਕਾਂ ਦੀ ਗਲਤੀ ਆ, ਜਿਹੜਾ ਮਾੜਾ ਵਰਗ ਨਾਲ ਆ ਕੇ ਲੱਗਦਾ ਆ। ਨਹੀਂ ਲੱਗਣਾ ਚਾਹੀਦਾ। ਜਿਹੜਾ ਲੀਡਰ ਤੁਹਾਡਾ ਗਲਤ ਕੰਮ ਕਰਦਾ ਆ, ਲੋਕਾਂ ਦੀ ਕਚਹਿਰੀ ਦੇ ਵਿੱਚ ਚੁਣਿਆ ਹੋਇਆ ਲੀਡਰ, ਲੋਕਾਂ ਵੱਲੋਂ ਚੁਣਿਆ ਹੋਇਆ ਲੀਡਰ, ਉਹਦੇ ਪ੍ਰਤੀ ਜਿਹੜੀ ਉਹਨਾਂ ਦੀ ਬਹੁਤ ਵੱਡੀ ਭਾਵਨਾ ਆ, ਇੱਕ ਇਹ ਵੀ ਨਾਲ ਰਹਿਣੀ ਚਾਹੀਦੀ ਹੈ ਵੀ ਜਿੱਦਣ ਗਲਤ ਕਰੇ, ਉਹਦੇ ਨੇੜਲੇ ਸਾਥੀਆਂ ਨੂੰ, ਉਹਦੇ ਨਾਲ ਦੇ ਸਾਥੀਆਂ ਨੂੰ ਇਹ ਕਹਿਣਾ ਚਾਹੀਦਾ ਵੀ ਆਹ ਗਲਤ ਕੰਮ ਕਰਨ ਲੱਗਾ, ਇਹ ਨਾ ਕਰ। ਪਰ ਰੋਕਦੇ ਨਹੀਂ ਨੇ ਨਾਗਰਾ ਸਾਹਿਬ। ਅਗਲਾ ਕਹਿੰਦਾ ਯਾਰ ਜੇ ਇਹ 100 ਖਾਊਗਾ ਤੇ ਵਿੱਚੋਂ 20 ਮੇਰੇ ਵੀ ਹੋਣੇ ਆ। ਤੇ ਫਿਰ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਤਾਂ ਲੀਡਰ ਦੀ ਜ਼ਿੰਮੇਵਾਰੀ ਤਾਂ ਹੈਗੀ ਹੈ, ਤੇ ਲੋਕਾਂ ਦੀ ਜ਼ਿੰਮੇਵਾਰੀ ਵੀ ਓਨੀ ਹੋਈ ਹੈ, ਔਰ ਨਾਲ ਜੇ ਸਾਥ ਦੇਣ ਦੀ ਜ਼ਿੰਮੇਵਾਰੀ ਵੀ ਓਨੀ ਬਣਦੀ ਹੈਗੀ ਹੈ। ਔਰ ਇਹ ਨਹੀਂ ਹੈਗਾ ਨਹੀਂ ਦਿੰਦੇ। ਬਹੁਤ ਚੰਗੇ ਬੰਦੇ ਤੁਹਾਨੂੰ, ਜਦੋਂ ਤੁਸੀਂ ਕੁਛ ਚੰਗਾ ਕਰਦੇ ਹੋ, ਬਹੁਤ ਬੰਦੇ ਜਿਹੜੇ ਹੈਗੇ ਨੇ ਤੁਹਾਨੂੰ ਸਰਾਉਂਦੇ ਵੀ ਹੈਗੇ ਨੇ। ਉਹ ਕਹਿੰਦੇ ਨੇ ਇਹ ਜਿਹੜੇ ਮਾੜੇ ਕੰਮ ਕਰਾਉਣ ਵਾਲਿਆਂ ਦੀ ਗਿਣਤੀ ਪਤਾ ਕਿੰਨੀ ਕੁ ਹੈ? ਇਹ ਮਸੀਂ 3 ਤੋਂ ਲੈ ਕੇ 9% ਹੈ। ਅੱਛਾ ਜੀ। ਬਾਕੀ ਲੋਕ ਨਹੀਂ ਇਹੋ ਜਿਹੇ ਹੈਗੇ। ਕਿੰਨੇ ਕੁ ਨੇ? ਮੇਰੇ 1.5 ਲੱਖ ਵੋਟਰ ਹੈ। ਤੁਸੀਂ ਇਹ ਵੇਖ ਲਓ ਵੀ ਕਿੰਨੇ ਕੁ ਉਹਦੇ ਵਿੱਚੋਂ ਮੇਰੇ ਕੋਲ ਇਹੋ ਜਿਹੇ ਕੰਮ ਕਰਾਉਣ ਆਉਂਦੇ ਹੋਣਗੇ। ਬਾਕੀ ਤੇ ਇਹ ਵੇਖਦੇ ਨੇ ਵੀ ਕੰਮ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ, ਔਰ ਐਪਰੀਸ਼ੀਏਟ ਵੀ ਕਰਦੇ ਨੇ। ਪਰ ਬਹੁਤੀ ਗੱਲ ਇਹ ਹੋ ਜਾਂਦੀ ਹੈ ਵੀ ਜਿਹੜੇ ਮੂਹਰਲੀ ਕਤਾਰ ਦੇ ਵਿੱਚ ਜਿਹੜੇ ਕਿਸੇ ਵੀ ਪਾਰਟੀ ਦੇ ਤੁਰਨ ਫਿਰਨ ਵਾਲੇ ਬੰਦੇ ਨੇ ਨਾ, ਕੋਈ ਇਹ ਨਹੀਂ ਕੁਛ ਜ਼ਰੂਰੀ ਸਾਡੇ ਪਾਰਟੀ ਦੇ, ਕਿਸੇ ਵੀ ਪਾਰਟੀ ਦੇ, ਉਹ ਜਿਹੜਾ ਜਦੋਂ ਉਹਨਾਂ ਦਾ ਧੰਦਾ ਨਹੀਂ ਚੱਲਦਾ, ਉਹ ਕਿਉਂਕਿ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਬੋਲਣ ਵਾਲੇ, ਜੀ ਪ੍ਰਚਾਰ ਕਰਨ ਵਾਲੇ। ਤੇ ਜਿਹੜੇ ਤੁਹਾਡੀ ਸੋਚ ਨੂੰ ਮਤਲਬ ਚੰਗਾ ਸਮਝਣ ਵਾਲੇ ਤੇ ਤੁਹਾਡੇ ਕੰਮ ਨੂੰ ਚੰਗਾ ਸਮਝਣ ਵਾਲੇ ਹੁੰਦੇ ਨੇ, ਉਹ ਵੋਕਲ ਨਹੀਂ ਹੁੰਦੇ। ਹੁਣ ਅਸੀਂ ਜਾਂਦੇ ਹਾਂ, ਜਦੋਂ ਅਸੀਂ ਜਾਂਦੇ ਹਾਂ, ਆਮ ਬੰਦਾ ਤੇ ਕੁਛ ਹੋਰ ਬੋਲਦਾ ਆ, ਤੇ ਉਹੋ ਜਿਹੇ ਬੰਦੇ ਜਿਨ੍ਹਾਂ ਦਾ ਧੰਦਾ ਨਹੀਂ ਚੱਲਿਆ ਉਹ ਕੁਛ ਹੋਰ ਬੋਲਦੇ ਨੇ। ਪਰ ਸਾਨੂੰ ਕੋਈ ਮਤਲਬ, ਮੈਂ ਤਾਂ ਕਦੀ ਜ਼ਿੰਦਗੀ 'ਚ ਸੋਚਿਆ ਹੀ ਨਹੀਂਗਾ। ਮੈਂ ਤਾਂ ਕਿਹਾ ਸੀਗਾ ਝੋਲੀ ਅੱਡ ਕੇ ਵੋਟਾਂ ਮੰਗੀਆਂ ਸੀ। ਮੇਰੇ ਵਰਗੇ ਨਿਮਾਣੇ ਜਿਹੇ ਬੰਦੇ ਨੂੰ ਤੁਸੀਂ ਮੰਨਣਾ ਨਹੀਂਗਾ। ਮੇਰੀ ਸੋਚ ਤੋਂ ਉੱਤੇ ਮੇਰੇ ਲੋਕਾਂ ਨੇ ਪਿਆਰ ਦਿੱਤਾ ਤੇ ਅੱਜ ਵੀ ਦੇ ਰਹੇ ਨੇ। ਇੱਕ ਸਵਾਲ ਨਾਗਰਾ ਸਾਹਿਬ, ਹੁਣ ਜਿੱਦਾਂ ਹੁਣ ਤੁਸੀਂ ਕੁਰਸੀ ਛੱਡਤੀ, ਲੱਤ ਮਾਰਤੀ ਵੀ ਨਹੀਂ ਯਾਰ ਮੈਂ ਆਪਣੇ ਲੋਕਾਂ ਨਾਲ ਖੜਾ, ਲੋਕ ਖੁਸ਼ ਨੇ ਇਸ ਫੈਸਲੇ ਤੇ? ਉਹ ਕਹਿੰਦੇ ਨੇ ਵੀ ਹਾਂ, ਜਾਂ ਇਹ ਵੀ ਸੋਚਦੇ ਆ ਕਿ ਯਾਰ ਅਸੀਂ ਤਾਂ MLA ਚੁਣਿਆ ਸੀ, MLA ਸਾਹਿਬ ਕੁਰਸੀ ਛੱਡ ਗਏ? ਕੱਲ੍ਹ ਹੀ ਅਜੇ ਹਰ ਇੱਕ ਪਿੰਡ ਦੇ ਵਿੱਚ ਧਰਨਾ ਹੋਇਆ। ਜੇ ਤੁਸੀਂ ਕਹੋ ਤੇ ਮੈਂ ਤੁਹਾਡੇ ਕੋਲੇ ਘੱਟੋ ਘੱਟ ਨਹੀਂ ਤਾਂ 100 ਵੀਡੀਓ ਭੇਜ ਦਿੰਦਾ। ਅੱਛਾ ਜੀ। ਵੀ ਅਸੀਂ ਤੁਹਾਡੇ ਇਸ ਫੈਸਲੇ ਤੋਂ ਖੁਸ਼ ਹਾਂ, ਮਾਣ ਮਹਿਸੂਸ ਕਰਦੇ ਹਾਂ, ਫਖਰ ਹੈ ਸਾਨੂੰ ਸਾਡਾ ਲੀਡਰ ਇਹੋ ਜਿਹਾ। ਤੁਸੀਂ ਮੰਨਣਾ ਨਹੀਂਗਾ ਲੋਕਾਂ ਨੇ ਕਿੰਨਾ ਪਿਆਰ ਦਿੱਤਾ ਇਸ ਗੱਲ ਦੇ ਉੱਤੇ ਜੀ। ਇਲਾਕੇ ਦੀ ਲੜਾਈ ਤਾਂ ਸੰਧਾਵਾਲੀਆ ਸਾਹਿਬ, ਜਦੋਂ ਮੈਂ MLA ਨਹੀਂ ਸੀ ਉਦੋਂ ਵੀ ਲੜਦਾ ਸੀਗਾ, ਜਦੋਂ ਮੈਂ ਆਪੋਜੀਸ਼ਨ 'ਚ ਸੀ ਉਦੋਂ ਵੀ ਲੜਦਾ ਸੀ, ਤੇ ਹੁਣ ਵੀ ਲੜੀ ਜਾਣੀ ਹੈ। ਲੜਾਈ ਕਾਹਦੀ ਹੈ? ਇੱਕ ਸਿਟੀਜ਼ਨ ਜਿਹੜਾ ਹੁੰਦਾ ਆ, ਇੱਕ ਸਿੰਪਲ ਸਿਟੀਜ਼ਨ ਹੁੰਦਾ, ਉਹ MLA ਨਾਲੋਂ ਵੱਡੀ ਤਾਕਤ ਰੱਖਦਾ ਆ। ਪਰ ਉਹਨੂੰ ਉਸ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਹੋਵੇ। ਕਿਹੜਾ ਬੰਦਾ ਆ ਜਿਹੜਾ ਮੇਰੇ ਤੋਂ ਕਹਿ ਦੂਗਾ ਮੈਂ MLA ਨਾ ਹੋ ਆਪਦੇ, ਮੈਨੂੰ ਕਿਹੜਾ ਕੋਈ ਕਹਿ ਦੇਵੇ ਤਾਂ ਕੋਈ ਅਫਸਰ ਵੀ ਮੈਂ ਤੇਰਾ ਕੰਮ ਨਹੀਂ ਕਰਦਾ? ਜ਼ਰੂਰਤ ਹੈਗੀ ਕਿਸੇ ਦੀ ਜੀ? ਮੇਰਾ ਕੰਮ ਜਾਇਜ਼ ਹੋਣਾ ਚਾਹੀਦਾ ਆ, ਔਰ ਮੇਰੇ 'ਚ ਹਿੰਮਤ ਹੋਣੀ ਚਾਹੀਦੀ ਹੈ ਉਹਨੂੰ ਇਹ ਦੱਸਣ ਦੀ ਜਿਹੜੇ ਬੰਦੇ ਗਲਤ ਨੇ, ਜਿਨ੍ਹਾਂ ਨੇ ਰੋਜ਼ ਗਲਤ ਕੰਮ ਕਰਨੇ ਨੇ, ਉਹ ਇੱਕ ਠੀਕ ਕੰਮ ਕਰਨ ਤੋਂ ਤਾਂ ਉਹ ਕਹਿੰਦੇ ਨੇ ਸ਼ੁਕਰ ਹੈ ਇਹ ਮੇਰੇ ਬਲਾ ਮੇਰੇ ਗਲੋਂ ਲੱਥੇ। ਪਰ ਬਸ਼ਰਤੇ ਕਿ ਤੁਸੀਂ ਠੀਕ ਹੋਣੇ ਚਾਹੀਦੇ ਹੋ। ਬਿਲਕੁਲ ਸਹੀ। ਜੇ ਤੁਸੀਂ ਠੀਕ ਹੋ, ਪਰਮਾਤਮਾ ਤੁਹਾਡੇ ਨਾਲ ਖੜਦਾ ਕਿ ਤੁਹਾਡੇ ਤੋਂ ਪਹਿਲਾਂ ਖੜਾ ਹੁੰਦਾ ਉੱਥੇ ਜਾ ਕੇ, ਔਰ ਉਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਫੁਰਨਾ ਪਹਿਲਾਂ ਹੀ ਫੇਰ ਦਿੰਦਾ। ਜਦੋਂ ਜਾਈਦਾ ਯਾਰ ਮੇਰਾ ਤਾਂ ਕੰਮ ਹੈ, ਐਵੇਂ ਜਾ ਕੇ ਜਦੋਂ ਕਿਸੇ ਨੂੰ ਕਹਿਣਾ ਆ, ਮਾੜੇ ਤੋਂ ਮਾੜਾ ਵੀ ਜਿਹੜਾ ਬੰਦਾ ਹੁੰਦਾ ਹੈ ਉਹ ਵੀ ਕਹਿੰਦਾ ਨਾਗਰਾਜ ਸਾਹਿਬ ਕੋਈ ਨਹੀਂ ਫਿਕਰ ਨਾ ਕਰੋ, ਤੁਹਾਡਾ ਕੰਮ ਹੋ ਜਾਊਗਾ। ਸੱਚੀ ਗੱਲ ਦੱਸਦਾ ਹੈ।
ਚਲੋ ਵਧੀਆ ਨਾਗਰਾ ਸਾਹਿਬ, ਹੁਣ ਸਮਾਂ ਮੁੱਕ ਗਿਆ। ਜਾਂਦੇ ਜਾਂਦੇ ਕੋਈ 1 ਮਿੰਟ 'ਚ ਗੱਲ ਸਾਡੇ ਇਸ ਪਲੇਟਫਾਰਮ ਤੋਂ ਵਿਰੋਧੀਆਂ ਨੂੰ, ਆਪਣੀ ਪਾਰਟੀ ਨੂੰ, ਲੋਕਾਂ ਨੂੰ, ਕਿਸੇ ਨੂੰ ਕੋਈ ਵੀ ਕਹਿਣੀ ਹੋਵੇ। ਦੇਖੋ, ਇਹ ਜਿਹੜੀ ਲੜਾਈ ਹੈ ਇਹ ਸੰਧਾਵਾਲੀਆ ਸਾਹਿਬ ਨਾ ਤੁਹਾਡੀ ਇਕੱਲਿਆਂ ਦੀ ਹੈ ਨਾ ਮੇਰੇ ਇਕੱਲਿਆਂ ਦੀ ਹੈ। ਇਹ ਲੜਾਈ ਲੋਕਾਂ ਦੀ ਹੈ, ਪੰਜਾਬੀਆਂ ਦੀ ਹੈ। ਕੋਈ ਵੀ ਹੋਵੇ ਸੱਚੇ ਮਨ ਨਾਲ ਇਸ ਲੜਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਆ। ਔਰ ਜੇ ਅਸੀਂ ਨਹੀਂ ਲੜਾਂਗੇ ਜੀ, ਜੇ ਨਹੀਂ ਲੜਾਂਗੇ, ਸਲੋ ਪੋਇਜ਼ਨ ਹੈ, ਮਿੱਠਾ ਜ਼ਹਿਰ ਸਾਨੂੰ ਦਿੱਤਾ ਆ। ਔਰ ਇਸ ਮਿੱਠੇ ਜ਼ਹਿਰ ਨਾਲ ਸਾਡੀ ਧਰਤੀ ਸਾਡੇ ਤੋਂ ਚਲੀ ਜਾਣੀ ਹੈ, ਸਾਡਾ ਪਾਣੀ ਸਾਡੇ ਤੋਂ ਚਲੇ ਜਾਣਾ ਆ, ਸਾਡੀ ਜਿਹੜੀ ਕਿਸਾਨੀ ਹੈ, ਜਿਹੜੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ, ਉਹ ਸਾਡੇ ਤੋਂ ਚਲੇ ਜਾਣੀ ਹੈ। ਸਾਡਾ ਸੱਭਿਆਚਾਰ, ਕਲਚਰ, ਸਾਡਾ ਜਿਹੜਾ ਪੰਜਾਬੀਆਂ ਦਾ ਜਿਹੜਾ ਇੱਕ ਉਹ ਪੰਜਾਬੀਪਨ ਹੈਗਾ ਆ, ਉਹ ਚਲੇ ਜਾਣਾ ਆ। ਕਿਸੇ ਪਾਸੇ ਜੋਗੇ ਨਹੀਂ ਰਹਿਣਾ ਆਪਾਂ ਨੇ, ਮੂੰਹ ਛਪਾਉਂਦੇ ਫਿਰਾਂਗੇ। ਔਰ ਦੁਨੀਆ ਦੇ ਲੋਕ ਵੀ ਇਹ ਕਹਿੰਦੇ ਸੀ ਵੀ ਅਸੀਂ ਤਾਂ ਕਦੀ ਕਿਸੇ ਗੱਲ ਅੱਗੇ ਝੁਕਦੇ ਨਹੀਂ ਗਏ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ। ਤੇ ਅਗਲਿਆਂ ਦੱਬ ਲਏ, ਤੇ ਅਗਲਿਆਂ ਨੇ ਦੱਬ ਲਏ। ਇਹ ਦੱਬੇ ਨਹੀਂ ਜਾਣੇ। ਇਹਦੇ ਵਾਸਤੇ ਤਿਆਰ ਰਹੋ, ਲੜੋ ਔਰ ਲੜ ਕੇ ਆਪਣਾ ਹੱਕ ਲਓ ਔਰ ਉਹਦੇ ਲਈ ਇਕੱਠੇ ਹੋ ਜਾਓ। ਜੀ ਨਾਗਰਾ ਸਾਹਿਬ, ਤੁਸੀਂ ਆਏ, ਇੰਨੀਆਂ ਡਿਟੇਲ 'ਚ ਸਾਰੀਆਂ ਗੱਲਾਂ ਸਮਝਾਈਆਂ, ਤੁਹਾਡਾ ਬਹੁਤ ਧੰਨਵਾਦ। ਧੰਨਵਾਦ, ਤੁਸੀਂ ਮੌਕਾ ਦਿੱਤਾ ਆ ਔਰ ਮੈਂ ਧੰਨਵਾਦ ਕਰਦਾ ਸਾਰੇ ਸਰੋਤਿਆਂ ਦਾ। ਇਹ ਅੱਜ ਥੋੜ੍ਹਾ ਜਿਹਾ ਸਮਾਂ ਵੀ ਵਧੇਰੇ ਹੋ ਗਿਆ ਜੀ। ਮੈਨੂੰ ਇਹ ਸੀ ਕਿ ਨਾਗਰਾ ਸਾਹਿਬ ਕੋਲ ਜਿਹੜੀਆਂ ਗੱਲਾਂ ਨੇ, ਉਹਨਾਂ ਦੇ ਦਿਲੀ ਭਾਵ ਨੇ, ਜ਼ਰੂਰ ਤੁਹਾਡੇ ਨਾਲ ਸਾਂਝੇ ਕਰੀਏ। ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹਿਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।